आओ ਆਪਾਂ परमेश्वर ਦਾ वचन देखांगे और ਆਪਾਂ देखांगे पुराने नियम ਦੇ ਵਿੱਚ ਯਹੋਸ਼ੂਆ ਉਹਦਾ 7 ਅਧਿਆਇ ਯਹੋਸ਼ੂਆ ਉਹਦਾ 7 ਅਧਿਆਇ ਆਪਾਂ ਪੜਾਂਗੇ ਉਹਦੇ 10 ਤੋਂ ਲੈ ਕੇ 15 तक और जो भी पढ़े उच्ची आवाज में पढ़े। और एक गल होर, जे किसी फोन चालू है वो फोन ਨੂੰ ਹੁਣ चेक कर लो, ਉਹਨੂੰ बंद कर दो। ਯਹੋਸ਼ੂਆ 7 ਦੇ 10 ਤੋਂ 15। ਤਾਂ ਯਹੋਵਾ ਨੇ ਯਹੋਸ਼ੂਆ ਨੂੰ ਆਖਿਆ, ਤੂੰ ਉੱਠ ਖਲੋ, ਕਿਉਂ ਮੂੰਹ ਕਰਨੇ ਪਿਆ ਹੈ? ਇਸਰਾਇਲ ਨੇ ਪਾਪ ਕੀਤਾ ਹੈ। ਹਾਂ, ਉਹਨਾਂ ਨੇ ਮੇਰੇ ਨੇਮ ਦਾ ਜਿਹੜਾ ਮੈਂ ਉਹਨਾਂ ਨੂੰ ਹੁਕਮ ਦਿੱਤਾ ਸੀ ਉਲੰਘਣ ਕੀਤਾ ਹੈ। ਹਾਂ, ਉਹਨਾਂ ਨੇ ਮੰਗੀਆਂ ਹੋਈਆਂ ਚੀਜ਼ਾਂ ਵਿੱਚੋਂ ਕੁਝ ਲੈ ਲਈਆਂ ਹਨ ਅਤੇ ਚੁਰਾ ਲਈਆਂ ਹਨ ਅਤੇ ਧੋਖਾ ਵੀ ਕੀਤਾ ਹੈ ਅਤੇ ਆਪਣੇ ਨਿੱਕ ਸੁੱਕ ਵਿੱਚ ਲਾ ਲਈਆਂ ਹਨ। ਇਸੇ ਦੇ ਇਸਰਾਇਲੀ ਵੀ ਆਪਣੇ ਵੈਰੀਆਂ ਦੇ ਅੱਗੇ ਖਲੋ ਨਾ ਸਕੇ, ਸਗੋਂ ਵੈਰੀਆਂ ਦੇ ਕੋ ਪਿੱਠ ਪਵਾਈ, ਕਿਉਂ ਜੋ ਉਹ ਸਰਾਪੇ ਗਏ ਸਨ। ਸੋ ਹੁਣ ਮੈਂ ਅੱਗੇ ਨੂੰ ਤੁਹਾਡੇ ਨਾਲ ਨਾ ਹੋਵਾਂਗਾ ਜਦ ਤੱਕ ਤੁਸੀਂ ਉਸ ਮਨਸੀ ਹੋਈ ਚੀਜ਼ ਨੂੰ ਆਪਣੇ ਵਿੱਚੋਂ ਨਾਸ ਨਾ ਕਰ ਸੁੱਟੋ। ਉੱਥੇ ਲੋਕਾਂ ਨੂੰ ਪਵਿੱਤਰ ਕਰ ਅਤੇ ਤੂੰ ਆਖ ਕਿ ਆਪਣੇ ਆਪ ਨੂੰ ਭਲਕੇ ਲਈ ਪਵਿੱਤਰ ਕਰੋ, ਕਿਉਂ ਜੋ ਯਹੋਵਾ ਇਸਰਾਇਲ ਦਾ ਪਰਮੇਸ਼ਰ ਇਉਂ ਆਖਦਾ ਹੈ ਕਿ ਹੇ ਇਸਰਾਇਲ, ਤੁਹਾਡੇ ਵਿੱਚ ਮਨਸੀ ਹੋਈ ਚੀਜ਼ ਹੈ। ਤੁਸੀਂ ਆਪਣੇ ਵੈਰੀਆਂ ਦੇ ਸਾਹਮਣੇ ਖਲੋ ਨਾ ਸਕੋਗੇ ਜਦ ਤੱਕ ਤੁਸੀਂ ਉਸ ਮਨਸੀ ਹੋਈ ਚੀਜ਼ ਨੂੰ ਆਪਣੇ ਵਿੱਚੋਂ ਕੱਢ ਨਾ ਦਿਓ। ਸੋ ਤੁਸੀਂ ਸਵੇਰ ਦੇ ਵੇਲੇ ਆਪੋ ਆਪਣੇ ਗੋਤਾਂ ਅਨੁਸਾਰ ਨੇੜੇ ਕੀਤੇ ਜਾਓਗੇ ਅਤੇ ਇਹ ਹੋਵੇਗਾ ਕਿ ਉਹ ਗੋਤ ਜੇ ਨੂੰ ਯਹੋਵਾ ਫੜੇਗਾ ਆਪਣੀਆਂ ਮੂਹੀਆਂ ਅਨੁਸਾਰ ਨੇੜੇ ਆਵੇ, ਅਤੇ ਜਿਸ ਮੂਹੀ ਨੂੰ ਯਹੋਵਾ ਫੜੇਗਾ ਉਹ ਆਪਣੇ ਘਰਾਣਿਆਂ ਅਨੁਸਾਰ ਨੇੜੇ ਆਵੇ, ਅਤੇ ਜਿਸ ਘਰਾਣੇ ਨੂੰ ਯਹੋਵਾ ਫੜੇਗਾ ਉਹ ਮਨੁੱਖ ਕਰਕੇ ਨੇੜੇ ਆਵੇ। ਅਤੇ ਇਹ ਹੋਵੇਗਾ ਕਿ ਜੋ ਮਾਸੀ ਹੋਈ ਚੀਜ਼ ਨਾਲ ਫੜਿਆ ਜਾਵੇ ਉਹ ਆਪਣੇ ਸਰਬੰਸ ਸਮੇਤ ਅੱਗ ਵਿੱਚ ਸਾੜਿਆ ਜਾਵੇਗਾ, ਕਿਉਂ ਜੋ ਉਸਨੇ ਯਹੋਵਾ ਦੇ ਨੇਮ ਦਾ ਉਲੰਘਣ ਕੀਤਾ ਅਤੇ ਇਸਰਾਇਲ ਵਿੱਚ ਮੂਰਖਤਾਈ ਕੀਤੀ ਹੈ। सारे बोलो हालेलुया, हालेलुया। ये परमेश्वर का वचन है और परमेश्वर का वचन परमेश्वर के आत्मा द्वारा लिखाया गया है। और प्रभु यीशु मसीह ने किया, आकाश धरती टल जाएगा पर मेरा वचन कदे नहीं टलेगा। तो सारे लोग अपने ध्यान को परमेश्वर के वचन की ओर बना के रखियो। और एक बार फिर कहांगा, जे किसी का फोन चालू है तो हुणे उन्हें बंद कर लो, क्योंकि अगर तुहाडा फोन चालू रह गया तो हो सकता विच कुछ गड़बड़ी हो जाए, तो फिर दूजे इंसान का जो ध्यान है वो तुहाडे फोन के उपर चला जाएगा। फिर जिहड़ी गल परमेश्वर सिखाना चाहते हैं हो सकता है वो सिखते इंसान के दिमाग विचों बाहर चली जाए, जां उहदा ध्यान उस वचन के उपर ना लगे। क्योंकि जो शैतान है वो जदों भी काम करदा गा तां उदों ही काम करदा गा जद कोई परमेश्वर के वचन की गहरी गल जिहड़ी इंसान के जीवन दे विच काम करन वाली है उत्थे ही वो कुछ ना कुछ गड़बड़ी करदा गा। इसलिए जिम्मेवार तुसीं ना होवो। तो इसलिए जो भी है जब भी संगति में बैठो, चाहे इत्थे चाहे किते भी, तो तुहाडे फोन नूं तुसीं हमेशा बंद ही रखिया करो। हुण आपां देखदे हुंदे कई बार बंदगी चलती है, संगति चलती हुंदी है, तो फिर जो फोन है, फोन नूं खरीदिया किहने है, मोबाइल नूं खरीदिया किहने है? वो तो इंसान ने खरीदिया गा। लेकिन जदों इंसान ने खरीदिया गा तो मोबाइल की है? इंसान का गुलाम है। लेकिन उल्टा हो गया, ਜਦੋਂ ਇਨਸਾਨ ਦਾ ਫੋਨ ਵੱਜਦਾ ਗਾ ਤਾਂ ਮੋਬਾਈਲ ਉਹਦਾ ਕੰਨ ਫੜ ਕੇ ਬਾਹਰ ਲੈ ਜਾਂਦਾ, ਉਹਨੂੰ ਚੱਕ ਕੇ ਲੈ ਜਾਂਦਾ ਜਾਂ ਨਹੀਂ ਲੈ ਜਾਂਦਾ, ਨਾਲ ਦੇ ਨਾਲ ਕੰਨ ਫੜਦਾ ਗਾ, ਚੱਲ ਬਾਹਰ। ਕਹਿਣ ਦਾ ਮਤਲਬ ਕੀ ਕਿ ਆਪਾਂ ਮੋਬਾਈਲ ਦਾ ਗੁਲਾਮ ਨਹੀਂ ਹੋਣਾ, ਕਿਉਂਕਿ ਸਾਡੇ ਪਰਮੇਸ਼ਵਰ ਉਹ ਬਹੁਤ ਹੀ ਮਹਾਨ ਪਰਮੇਸ਼ਵਰ ਨੇ। ਔਰ ਅੱਜ ਵੀ ਸਾਡੇ ਪਰਮੇਸ਼ਵਰ ਸਾਡੇ ਨਾਲ ਕੁਝ ਗੱਲਬਾਤ ਕਰਨਾ ਚਾਹੁੰਦੇ ਨੇ। ਔਰ ਪਰਮੇਸ਼ਵਰ ਸਾਨੂੰ ਆਪਣੇ ਵਚਨ ਦਿੰਦੇ ਨੇ, ਕਿਉਂਕਿ ਜੋ ਪਰਮੇਸ਼ਵਰ ਦਾ ਵਚਨ ਹੈ ਉਹ ਕੀ ਕਰਦਾ? ਇਨਸਾਨ ਨੂੰ शुद्ध करता गा। वचन दे इंसान की होंदा गा? वो तो पवित्र हो जाता गा। और वचन की है? वही इंसान नूं जीवन दिंदा गा। और वचन के द्वारा इंसान की मौत भी हो जाती है। जीवन मिलता ना वचन के द्वारा, मिलता या नहीं मिलता? तो मौत
ਕੀ ਪਰਮੇਸ਼ਰ ਦਾ ਵਚਨ ਕਿਸੇ ਨੂੰ ਮੌਤ ਦੇ ਸਕਦਾ ਹੈਗਾ ਹੈ? ਲੇਕਿਨ ਹੋ ਜਾਂਦਾ ਹੈਗਾ ਕਦੋਂ? ਕਿ ਜਦ ਕੋਈ ਇਨਸਾਨ ਪਰਮੇਸ਼ਰ ਦੇ ਵਚਨ ਦੇ ਉੱਪਰ ਵਿਸ਼ਵਾਸ ਨਾ ਕਰੇ। ਪਰਮੇਸ਼ਰ ਨੇ ਕੀ ਕਿਹਾ? ਵਚਨ ਕਦ ਲਈ ਹੈ? ਤੁਹਾਡੇ ਮੰਨਣ ਦੇ ਲਈ, ਤਾਂ ਕਿ ਤੁਸੀਂ ਜਿਉਂਦੇ ਰਹੋ। ਅਗਰ ਜੇ ਨਹੀਂ ਮੰਨਦੇ ਤਾਂ ਫਿਰ ਤੁਸੀਂ ਮਰਨੇ ਵਾਲੇ ਹੋ। ਇਸ ਲਈ ਇਹ ਪਰਮੇਸ਼ਰ ਦਾ ਵਚਨ ਕੀ ਹੈ? ਇਹ ਤੁਹਾਨੂੰ ਜੀਵਨ ਦੇਵੇ। ਇਹ ਪਰਮੇਸ਼ਰ ਦਾ ਵਚਨ ਕੀ ਹੈ? ਤੁਹਾਡੇ ਜੀਵਨ ਦੇ ਵਿੱਚ ਆਸ਼ੀਸ਼ ਲੈ ਕੇ ਆਵੇ। ਇਸ ਲਈ ਪਰਮੇਸ਼ਰ ਦੇ ਵਚਨ ਨੂੰ ਬਹੁਤ ਧਿਆਨ ਨਾਲ ਸੁਣਨਾਗਾ, ਇਸ ਨੂੰ ਸਮਝਣਾ ਵੀ ਹੈ, ਔਰ ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਇਸੇ ਵਚਨ ਦੇ ਅਨੁਸਾਰ ਜੀਵਨ ਵਿੱਚ ਜੀਣਾਗਾ। ਕਿਉਂਕਿ ਜੋ ਪਰਮੇਸ਼ਵਰ ਹੈ ਉਸਨੇ ਇਨਸਾਨ ਨੂੰ ਬਣਾਇਆਗਾ, ਨਾ ਕਿ ਇਨਸਾਨ ਨੇ ਪਰਮੇਸ਼ਵਰ ਨੂੰ। ਪਰਮੇਸ਼ਵਰ ਇਨਸਾਨ ਨੂੰ ਪਿਆਰ ਕਰਦੇ ਨੇ। ਇਨਸਾਨ ਦੇ ਅੰਦਰ ਕੀ ਕੁਝ ਹੈ ਉਹ ਸਾਰੀਆਂ ਗੱਲਾਂ ਪਰਮੇਸ਼ਵਰ ਜਾਣਦੇ ਨੇ। ਲੇਕਿਨ ਜਿਸ ਤਰ੍ਹਾਂ ਪਰਮੇਸ਼ਵਰ ਦੇ ਅਧੀਨਤਾ ਦੇ ਵਿੱਚ ਇਨਸਾਨ ਨੂੰ ਚੱਲਣਾ ਚਾਹੀਦਾਗਾ, ਜਿਸ ਤਰ੍ਹਾਂ ਆਪਣਾ ਸੰਬੰਧ ਪਰਮੇਸ਼ਵਰ ਦੇ ਨਾਲ ਇਨਸਾਨ ਨੂੰ ਬਣਾ ਕੇ ਰੱਖਣਾ ਚਾਹੀਦਾਗਾ, ਇਨਸਾਨ ਉਹ ਨਹੀਂ ਕਰ ਪਾ ਰਿਹਾ। ਜਦੋਂ ਉਹ ਕਰਦਾ ਨਹੀਂ ਹੈ ਤਾਂ ਫਿਰ ਉਹਦੇ ਜੀਵਨ ਦੇ ਵਿੱਚ ਗੜਬੜੀ ਹੁੰਦੀ ਹੈ। ਗੜਬੜੀ ਤਾਂ ਛੱਡੋ, ਕਈ ਵਾਰ ਕੀ ਹੈ, ਇਨਸਾਨ ਉਹ ਪਰਮੇਸ਼ਵਰ ਦੇ ਵਿੱਚ ਚੱਲਦਾ ਚੱਲਦਾ ਮਤਲਬ ਕੁਝ ਗਲਤੀ ਕਰ ਲੈਂਦਾ ਹੈਗਾ। ਚਲੋ ਗਲਤੀ ਹੋ ਗਈ, ਕੋਈ ਵੱਡੀ ਗੱਲ ਨਹੀਂ ਹੈ, ਗਲਤੀ ਹੋ ਗਈ ਕੋਈ ਵੱਡੀ ਗੱਲ ਨਹੀਂ ਹੈ। ਲੇਕਿਨ ਇਨਸਾਨ ਕੀ ਹੈ, ਉਹ ਤਾਂ ਇਦਾਂ ਸਮਝਦਾ ਵੀ ਸ਼ਾਇਦ ਮੈਂ ਪਰਮੇਸ਼ਵਰ ਤੋਂ ਜ਼ਿਆਦਾ ਚਤਾ, ਮੈਂ ਪਰਮੇਸ਼ਵਰ ਤੋਂ ਜ਼ਿਆਦਾ ਚਲਾਕ ਹਾਂ। ਲੇਕਿਨ ਸਹੀ ਦੇ ਵਿੱਚ ਕੋਈ ਵੀ ਇਨਸਾਨ ਉਹ ਪਰਮੇਸ਼ਵਰ ਨੂੰ ਧੋਖਾ ਨਹੀਂ ਦਿੰਦਾ, ਔਰ ਕੋਈ ਵੀ ਇਨਸਾਨ ਪਰਮੇਸ਼ਵਰ ਨੂੰ ਧੋਖਾ ਦੇ ਹੀ ਨਹੀਂ ਸਕਦਾ। ਕਿਉਂਕਿ ਬਾਈਬਲ ਵਿੱਚ ਲਿਖਿਆ ਵੀ ਹੈ ਕਿ ਪਰਮੇਸ਼ਵਰ ਦੀਆਂ ਅੱਖੀਆਂ ਸਾਰੀ ਧਰਤੀ ਉੱਪਰ ਲੱਗੀਆਂ ਹੋਈਆਂ ਨੇ, ਜੋ ਬੁਰੇ ਭਲੇ ਦੋਹਾਂ ਨੂੰ ਤੱਕਦੀਆਂ ਨੇ। ਇਨਸਾਨ ਭੁੱਲ ਜਾਂਦਾਗਾ, ਕਿਉਂਕਿ ਇਨਸਾਨ ਪਰਮੇਸ਼ਵਰ ਨੂੰ ਦੇਖਦਾ ਨਹੀਂ, ਇਨਸਾਨ ਪਰਮੇਸ਼ਵਰ ਨੂੰ ਜਾਣਦਾ ਨਹੀਂ, ਤੇ ਉਹਨੂੰ ਕੀ ਲੱਗਦਾਗਾ ਕਿ ਸ਼ਾਇਦ ਪਰਮੇਸ਼ਵਰ ਨੂੰ ਦੇਖਦਾ ਨਹੀਂ ਹੈ। ਇੱਕ ਗੱਲ ਹੈ ਕਿ ਇਨਸਾਨ ਜਦੋਂ ਦਾਨ ਪੁੰਨ ਕਰਦਾਗਾ ਤਾਂ ਉਹਨੂੰ ਲੱਗਦਾਗਾ ਕਿ ਰੱਬ ਮੈਨੂੰ ਦੇਖਦਾਗਾ। ਲੱਗਦਾ ਜਾਂ ਨਹੀਂ ਲੱਗਦਾ? ਜੇ ਕਿਸੇ ਨਾਲ ਠੱਗੀ ਕਰੇ, ਕਿਸੇ ਨਾਲ ਬੇਈਮਾਨੀ ਕਰੇ, ਫੇਰ ਨਹੀਂ ਲੱਗਦਾ। ਕੋਈ ਚੰਗਾ ਕੰਮ ਕਰੇ, ਕੋਈ ਧਰਮ ਦਾ ਕੰਮ ਕਰੇ ਤਾਂ ਉਹਨੂੰ ਲੱਗਦਾ ਕਿ ਰੱਬ ਮੈਨੂੰ ਦੇਖਦਾਗਾ, ਉਹ ਪਰਮਾਤਮਾ ਜਿਹਨੇ ਪੈਦਾ ਕੀਤਾਗਾ ਉਹ ਮੈਨੂੰ ਦੇਖਦਾਗਾ। ਲੇਕਿਨ ਅਗਰ ਗਾੜੀ ਬੜੀ ਕਰੇ, ਕਿਸੇ ਨੂੰ ਲੁੱਟ ਲਵੇ, ਕਿਸੇ ਨਾਲ ਹੇਰਾ ਫੇਰੀ ਕਰ ਲਵੇ, ਤਾਂ ਫਿਰ ਇਨਸਾਨ ਨੂੰ ਲੱਗਦਾ ਨਹੀਂ ਕਿ ਰੱਬ ਮੈਨੂੰ ਦੇਖਦਾਗਾ। ਕਿਉਂਕਿ ਜੋ ਪਰਮੇਸ਼ਵਰ ਨੇ ਉਹ ਇਨਸਾਨ ਨੂੰ ਵਚਨ ਦਿੰਦੇ ਨੇ। ਕਾਹਦੇ ਲਈ? ਤਾਂ ਕਿ ਇਨਸਾਨ ਵਚਨ ਨੂੰ ਸੁਣ ਸਕੇ, ਇਨਸਾਨ ਵਚਨ ਦੇ ਉੱਪਰ ਵਿਸ਼ਵਾਸ ਕਰ ਸਕੇ, ਔਰ ਵਚਨ ਦੇ ਦੁਆਰਾ ਇਨਸਾਨ ਕੀ ਹੈ, ਉਹ ਬਚਾਇਆ ਵੀ ਜਾਵੇ। ਕਿਉਂਕਿ ਬਾਈਬਲ ਦੇ ਵਿੱਚ ਲਿਖਿਆਗਾ, ਇੱਕ ਵਚਨ ਪੜ੍ਹੋ ਮੇਰੇ ਨਾਲ, ਕਹੋਤਾ ਉਹਦਾ 13 ਦੇ 13 ਅਧਿਆਇ ਉਹਦਾ 13 ਵਚਨ ਪੜ੍ਹੋ। ਜਿਹੜਾ ਵਚਨ ਨੂੰ ਤੁੱਛ ਜਾਣਦਾ ਹੈ ਉਹ ਆਪਣਾ ਨਾਸ਼ ਕਰਦਾ ਹੈ। ਦੇਖੋ, ਜਿਹੜਾ ਪਰਮੇਸ਼ਵਰ ਦੇ ਵਚਨ ਨੂੰ ਕੀ ਕਰਦਾਗਾ? ਤੁੱਛ ਜਾਣਦਾਗਾ। ਉਹ ਕੀ ਕਰਦਾਗਾ? ਆਪਣਾ ਨਾਸ਼ ਕਰਦਾਗਾ। ਦੇਖੋ, ਜਿਹੜਾ ਇਨਸਾਨ ਵਚਨ ਦੇ ਉੱਪਰ ਵਿਸ਼ਵਾਸ ਕਰਦਾਗਾ, ਵਚਨ ਦੇ ਅਨੁਸਾਰ ਜੀਵਨ ਜੀਂਦਾਗਾ, ਤੇ ਉਹਨੂੰ ਕੀ ਮਿਲਦਾਗਾ? ਉਹਨੂੰ ਜੀਵਨ ਮਿਲਦਾਗਾ। ਇਹਦਾ ਮਤਲਬ ਜਿਹੜਾ ਇਨਸਾਨ ਵਚਨ ਨੂੰ ਸੁਣਦਾਗਾ, ਉਹਨੂੰ ਸਮਝਦਾ ਵੀ ਹੈ ਲੇਕਿਨ ਮੰਨਦਾ ਨਹੀਂ, ਉਹ ਕੀ ਕਰਦਾਗਾ? ਵਚਨ ਨੂੰ ਤੁੱਛ ਸਮਝਦਾਗਾ। ਤੁੱਛ ਮਤਲਬ ਨਿਕੰਮਾ, ਰੱਦ ਕਰ ਦਿੰਦਾ। ਜਿਹੜਾ ਇਨਸਾਨ ਵਚਨ ਨੂੰ ਰੱਦ ਕਰਦਾਗਾ, ਉਹਨੂੰ ਤੁੱਛ ਸਮਝਦਾਗਾ, ਉਹ ਕੀ ਕਰਦਾਗਾ? ਆਪਣਾ ਨਾਸ਼ ਕਰਦਾਗਾ। ਫਿਰ ਪਰ ਜਿਹੜਾ ਹੁਕਮ ਦਾ ਭੈ ਮੰਨਦਾ ਹੈ ਉਹਨੂੰ ਚੰਗਾ ਫਲ ਮਿਲਦਾ ਹੈ। ਦੇਖੋ, ਜਿਹੜਾ ਪਰਮੇਸ਼ਵਰ ਦੇ ਹੁਕਮਾਂ ਨੂੰ ਸੁਣਦਾਗਾ, ਉਹਨਾਂ ਦਾ ਭੈ ਮਤਲਬ ਡਰ ਮੰਨਦਾਗਾ, ਤੇ ਉਹਨੂੰ ਕੀ ਹੈ? ਉਹਨੂੰ ਪਰਮੇਸ਼ਵਰ ਚੰਗਾ ਫਲ ਦਿੰਦੇ ਨੇ। ਅੱਜ ਆਪਣਾ ਧਿਆਨ ਪਰਮੇਸ਼ਵਰ ਦੇ ਵਚਨ ਉੱਪਰ ਬਣਾ ਕੇ ਰੱਖਿਓ, ਕਿਉਂਕਿ ਅੱਜ ਪਰਮੇਸ਼ਵਰ ਤੁਹਾਨੂੰ ਕੁਝ ਜ਼ਰੂਰ ਸਿਖਾਉਣ ਵਾਲੇ ਨੇ। ਪਰਮੇਸ਼ਵਰ ਅੱਜ ਸਾਨੂੰ ਕੁਝ ਸਿਖਾਉਣ ਵਾਲੇ ਨੇ, ਕਿਉਂਕਿ ਇਹ ਵਚਨ ਕਿਹਦੇ ਲਈ ਹੈ? ਕਿਸੇ ਇੱਕ ਪਰਸਨ ਦੇ ਲਈ। ਇਹ ਵਚਨ ਸਾਰਿਆਂ ਦੇ ਲਈ ਨਹੀਂ ਹੈ। ਇਹ ਵਚਨ ਕਿਹਦੇ ਲਈ ਹੈ? ਕਿਸੇ ਇੱਕ ਜਨ ਦੇ ਲਈ। ਇਹ ਨਾ ਸੋਚਿਓ ਕਿ ਇਹ ਵਚਨ ਸਾਰਿਆਂ ਦੇ ਲਈ ਹੈ। ਉਹ ਇੱਕ ਜਨ ਕੌਣ ਹੈ? ਉਹ ਦੇਖਣਾਗਾ ਕੌਣ ਹੈ। ਹਾਂ, ਕਲੀਸਿਆ ਵਿੱਚ ਬੈਠੇ ਆਪਾਂ ਸਾਰੇ ਲੋਕ, ਲੇਕਿਨ ਵਚਨ ਕਿਸੇ ਇੱਕ ਦੇ ਲਈ ਹੈ। ਬਾਈਬਲ ਦੇ ਵਿੱਚ ਲਿਖਿਆਗਾ, ਜਿਹੜਾ ਇਨਸਾਨ ਪਰਮੇਸ਼ਵਰ ਦੇ ਵਚਨ ਨੂੰ ਤੁੱਛ ਸਮਝਦਾਗਾ, ਉਹ ਆਪਣਾ ਨਾਸ਼ ਕਰਦਾਗਾ। ਔਰ ਜਿਹੜਾ ਪਰਮੇਸ਼ਵਰ ਦੇ ਵਚਨ ਦਾ ਡਰ ਮੰਨਦਾਗਾ, ਭੈ ਮੰਨਦਾਗਾ, ਉਹਨੂੰ ਕੀ ਹੈ? ਉਹਨੂੰ ਚੰਗਾ ਫਲ ਮਿਲਦਾਗਾ। ਔਰ ਇੱਕ ਵਚਨ ਪੜ੍ਹੋ ਮੇਰੇ ਨਾਲ, ਕਹੋਤਾ ਉਹਦਾ 28 ਅਧਿਆਇ ਉਹਦਾ 13 ਵਚਨ।
ਜਿਹੜਾ ਆਪਣੇ ਅਪਰਾਧਾਂ ਨੂੰ ਲੁਕੋ ਲੈਂਦਾ ਹੈ ਉਹ ਸਫਲ ਨਹੀਂ ਹੁੰਦਾ, ਪਰ ਜੋ ਉਹਨਾਂ ਨੂੰ ਮੰਨ ਕੇ ਛੱਡ ਦਿੰਦਾ ਹੈ ਉਹਦੇ ਉੱਤੇ ਰਹਿਮ ਕੀਤਾ ਜਾਵੇਗਾ। ਸਾਰੇ ਬੋਲੋ ਹਾਲੇਲੂਇਆ। ਦੇਖੋ ਪਰਮੇਸ਼ਰ ਦਾ ਵਚਨ ਕੀ ਕਰਦਾਗਾ ਇਨਸਾਨ ਨੂੰ, ਉਹ ਸੱਚਾਈ ਵਿੱਚ ਲੈ ਕੇ ਆਉਂਦਾਗਾ। ਪਰਮੇਸ਼ਰ ਦਾ ਵਚਨ ਕੀ ਹੈ? ਇੱਕ ਸੀਸੇ ਦੇ ਸਮਾਨ ਹੈ। ਹਾਲੇਲੂਇਆ। ਦੇਖੋ ਬਾਈਬਲ ਪੜ੍ਹਤੀ, ਹੁਣ ਤੁਹਾਡਾ ਧਿਆਨ ਮੇਰੀ ਤਰਫ ਬਣਿਆ ਰਹੇ। ਪਰਮੇਸ਼ਰ ਦਾ ਵਚਨ ਕੀ ਹੈ? ਇੱਕ ਸ਼ੀਸ਼ੇ ਦੇ ਸਮਾਨ। ਸ਼ੀਸ਼ੇ ਦਾ ਕੰਮ ਕੀ ਹੈ? ਕੰਮ ਕੀ ਹੈ ਸ਼ੀਸ਼ੇ ਦਾ? ਅਗਰ ਮਹਿੰਗਾ ਹੋਵੇ ਸ਼ੀਸ਼ਾ, ਫਿਰ ਅਗਰ ਸਸਤਾ ਹੋਵੇ ਕੀ ਦਿਖਾਉਂਦਾ? ਉਹ ਚਿਹਰਾ ਦਿਖਾਉਂਦਾ ਹੈਗਾ, ਉਹਦੇ ਕੱਪੜੇ ਦਿਖਾਉਂਦਾ ਹੈਗਾ, ਉਹਦੇ ਬਾਲ ਜੋ ਵੀ ਦੇਖੇ ਇਨਸਾਨ ਉਹ ਦਿਖਾਉਂਦਾ ਹੈਗਾ। ਲੇਕਿਨ ਪਰਮੇਸ਼ਰ ਦਾ ਵਚਨ ਕੀ ਹੈ? ਉਹ ਤਾਂ ਸ਼ੀਸ਼ੇ ਦੇ ਸਮਾਨ ਹੈ। ਔਰ ਸ਼ੀਸ਼ਾ ਕਿਹਦੇ ਲਈ ਹੁੰਦਾ ਹੈਗਾ? ਜਿਹੜਾ ਇਨਸਾਨ ਦੇਖਦਾ ਹੈਗਾ। ਇਨਸਾਨ ਆਪਣੇ ਆਪ ਨੂੰ ਕਾਹਦੇ ਲਈ ਦੇਖਦਾ ਹੈਗਾ? ਕਿ ਮੇਰੇ ਸਰੀਰ ਦੇ ਉੱਪਰ ਕੋਈ ਦਾਗ ਨਾ ਹੋਵੇ, ਮੇਰਾ ਚਿਹਰਾ ਸਾਫ਼ ਹੋਵੇ, ਮੇਰੇ ਬਾਲ ਨਾ ਬਿਖਰੇ ਹੋਣ। ਔਰ ਜੇ ਕੁਝ ਗੜਬੜੀ ਹੋਵੇ ਤਾਂ ਕੀ ਕਰਦਾ? ਉਹ ਆਪਣੇ ਆਪ ਨੂੰ ਸੈੱਟ ਕਰ ਲੈਂਦਾ ਹੈਗਾ। ਕਦੇ ਕਿਸੇ ਇਨਸਾਨ ਨੇ ਸ਼ੀਸ਼ੇ ਨਾਲ ਬੈਰ ਕੀਤਾ ਹੈਗਾ? ਕੀਤਾ ਬੈਰ ਕਦੇ? ਤੂੰ ਮੇਰੇ ਉੱਪਰ ਦਾਗ ਦਿਖਾ ਰਿਹਾਂਗਾ, ਹੁੰਦਾ ਕਦੇ ਇਦਾਂ? ਜਾਂ ਕਿਸੇ ਨੇ ਸ਼ੀਸ਼ਾ ਭੰਨਿਆ ਹੋਵੇ, ਲੈ ਤੂੰ ਹਰ ਵਾਰ ਮੈਨੂੰ ਕਾਲਾ ਦਿਖਾਉਣਾਗਾ, ਹੁਣ ਤਾਂ ਨਾ ਕਹਿ ਮੈਂ ਨਹੀਂ ਕਰਦਾ ਕੋਈ ਬੈਰ। ਲੇਕਿਨ ਇਨਸਾਨ ਪਰਮੇਸ਼ਰ ਦੇ ਵਚਨ ਨਾਲ ਤਾਂ ਕਰਦਾ, ਇਦਾਂ ਕਰਦਾ ਜਾਂ ਨਹੀਂ ਕਰਦਾ? ਪਰਮੇਸ਼ਰ ਦਾ ਵਚਨ ਕੀ ਹੈ? ਇੱਕ ਸ਼ੀਸ਼ੇ ਦੇ ਸਮਾਨ। ਹੁਣ ਦੇਖੋ ਸਿਰ ਦੇ ਵਾਲ ਤੋਂ ਲੈ ਕੇ ਤੁਹਾਡੀ ਪੈਰ ਦੀ ਅੱਡੀ ਤੱਕ ਕੀ ਹੈ? ਤੁਹਾਡੀਆਂ ਅੰਦਰਲੀਆਂ ਗੱਲਾਂ, ਤੁਹਾਡੀਆਂ ਬਾਹਰਲੀਆਂ ਗੱਲਾਂ, ਇਹ ਕੌਣ ਦੱਸਦਾਗਾ? ਪਰਮੇਸ਼ਰ ਦਾ ਵਚਨ। ਤੇ ਸ਼ੀਸ਼ਾ ਕੀ ਦੱਸਦਾਗਾ ਤੁਹਾਨੂੰ? ਤੁਹਾਡਾ ਬਾਹਰਲਾ ਦੱਸਦਾਗਾ। ਤੁਸੀਂ ਗੋਰੇ ਹੋ, ਕਾਲੇ ਹੋ, ਲੰਮੇ ਹੋ, ਉੱਚੇ ਹੋ, ਤੁਹਾਡੀ ਅੱਖ ਕੈਸੀ ਹੈ, ਤੁਹਾਡੀ ਨੱਕ ਕੈਸੀ ਹੈ, ਇਹ ਸਾਰੀਆਂ ਗੱਲਾਂ। ਲੇਕਿਨ ਸ਼ੀਸ਼ਾ, ਉਹਦੇ ਨਾਲ ਕੋਈ ਇਨਸਾਨ ਬੈਰ ਨਹੀਂ ਕਰਦਾ। ਲੇਕਿਨ ਜੇ ਪਰਮੇਸ਼ਰ ਦੇ ਵਚਨ ਦੇ ਨਾਲ ਗੱਲ ਕਰੀਏ, ਕੋਈ ਇਨਸਾਨ ਪਰਮੇਸ਼ਰ ਦੇ ਵਚਨ ਦੇ ਬਾਰੇ ਕਿਸੇ ਨੂੰ ਸਿਖਾ ਦੇਵੇ, ਕੁਝ ਦੱਸ ਦੇਵੇ, ਤਾਂ ਫਿਰ ਕੀ ਹੁੰਦਾਗਾ? ਫਿਰ ਇਨਸਾਨ ਪਰਮੇਸ਼ਰ ਦੇ ਵਚਨ ਨੂੰ ਪੜ੍ਹਨਾ ਬੰਦ ਕਰ ਦਿੰਦਾਗਾ, ਸੰਗਤੀ ਕਰਨਾ ਬੰਦ ਕਰ ਦਿੰਦਾਗਾ, ਪਰਮੇਸ਼ਰ ਦੇ ਦਾਸ ਨਾਲ ਗੱਲਬਾਤ ਕਰਨੀ ਬੰਦ ਕਰ ਦਿੰਦਾ। ਮੇਰੇ ਨਾਲ ਤਾਂ ਕਈ ਵਾਰ ਹੋਇਆ ਇਦਾਂ। ਮੈਂ ਕਿਸੇ ਦਾ ਨਾਮ ਨਹੀਂ ਲੈਂਦਾ, ਲੇਕਿਨ ਬੜੇ ਲੋਕਾਂ ਨੇ ਕਰਿਆ ਮੇਰੇ ਨਾਲ। ਅਗਰ ਕਿਸੇ ਨੂੰ ਕੁਝ ਦੱਸਿਆ ਤਾਂ ਮੇਰੇ ਨਾਲ ਐਡਾ ਵੱਡਾ ਮੂੰਹ ਕਰ ਦਿੰਦੇ ਨੇ। ਕਿਉਂ? ਮੈਂ ਕੋਈ ਪੱਲੇ ਨਹੀਂ ਲੈ ਕੇ ਆਉਂਦਾ ਕੁਝ ਵੀ। ਇੱਕ ਹੀ ਵੀ ਗੱਲ ਹੈ ਕਿ ਅਗਰ ਕਿਸੇ ਨੂੰ ਕੁਝ ਦੱਸਿਆ ਗਿਆਗਾ, ਉਹਦੇ ਫਾਇਦੇ ਵਾਸਤੇ ਹੀ ਹੈ। ਹਾਲੇਲੂਇਆ, 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 ਹਾਲੇਲੂਇਆ। ਇਹ ਕੀ ਹੈ? ਪਰਮੇਸ਼ਰ ਦਾ ਵਚਨ ਹੈ। ਔਰ ਵਚਨ ਕੀ ਹੈ? ਉਹ ਤਾਂ ਸ਼ੀਸ਼ੇ ਦੇ ਸਮਾਨ ਕੰਮ ਕਰਦਾ ਹੈਗਾ। ਔਰ ਸ਼ੀਸ਼ਾ ਕਿਹਦੇ ਲਈ ਹੈ? ਉਹ ਖੁਦ ਦੇ ਲਈ ਹੁੰਦਾ ਹੈਗਾ। ਹੁਣ ਕੀ ਹੁੰਦਾ ਕਿ ਕਈ ਵਾਰ ਇਨਸਾਨ ਨੂੰ ਜਦੋਂ ਪਰਮੇਸ਼ਰ ਦੇ ਵਚਨ ਦੱਸੋ, ਉਹਨੂੰ ਸਿਖਾਓ, ਉਹਨੂੰ ਦੱਸੋ ਭਰਾਵਾ ਤੇਰੇ ਜੀਵਨ ਦੇ ਵਿੱਚ ਇਦਾਂ ਦੀ ਗੱਲਬਾਤ ਹੈ, ਤੂੰ 2.5 ਘੰਟੇ ਨਹੀਂ ਦਿੰਦਾ, ਤੂੰ ਸੰਗਤੀ ਸਹੀ ਸਮੇਂ ਸਿਰ ਨਹੀਂ ਕਰਦਾ, ਸਮੇਂ ਸਿਰ ਬੰਦਗੀ 'ਚ ਨਹੀਂ ਆਉਂਦਾ। ਫਿਰ ਇਨਸਾਨ ਕੀ ਕਰਦਾ? ਗੱਲ ਫਿਰ ਦੇਖਿਓ ਉਹਦੇ ਚਿਹਰੇ ਦੇ ਹਾਵ ਭਾਵ ਦੇਖਿਓ, ਉਹਨੂੰ ਬੁਰਾ ਲੱਗਦਾ ਹੈਗਾ। ਲੇਕਿਨ ਪਰਮੇਸ਼ਰ ਦਾ ਵਚਨ ਕੀ ਕਰਦਾ ਇਨਸਾਨ ਨੂੰ? ਉਹਨੂੰ ਸੱਚਾਈ ਵਿੱਚ ਲੈ ਕੇ ਜਾਂਦਾ ਹੈਗਾ। ਔਰ ਸੱਚਾਈ ਵਿੱਚ ਜਾਣ ਤੋਂ ਬਾਅਦ ਵੀ ਅਗਰ ਇਨਸਾਨ ਪਰਮੇਸ਼ਰ ਦੇ ਵਚਨ ਨੂੰ ਸੁਣ ਕੇ ਵਚਨ ਦੇ ਉੱਪਰ ਵਿਸ਼ਵਾਸ ਨਹੀਂ ਕਰਦਾ, ਤਾਂ ਫਿਰ ਉਹਦਾ ਨਾਸ਼ ਤਾਂ ਪੱਕਾ ਤੈਅ ਹੈ, ਉਹਦਾ ਨਾਸ਼ ਹੋਣ ਵਾਲਾ ਹੀ ਹੈ। ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ ਦਾ ਵਚਨ ਕੀ ਕਰਦਾ ਇਨਸਾਨ ਨੂੰ? ਉਹ ਸੱਚਾਈ ਵਿੱਚ ਲੈ ਕੇ ਜਾਂਦਾ ਹੈਗਾ। ਪਰਮੇਸ਼ਰ ਦਾ ਵਚਨ ਕੀ ਹੈ? ਇਨਸਾਨ ਦੇ ਜੀਵਨ ਦੇ ਵਿੱਚ ਸੱਚਾਈ ਲੈ ਕੇ ਆਉਂਦਾ ਹੈਗਾ। ਅੱਜ ਦੇਖੋ ਇੱਥੇ ਜਿੰਨੇ ਵੀ ਲੋਕ ਬੈਠੇ ਨੇ, ਜਿਨ੍ਹਾਂ ਲੋਕਾਂ ਨੇ ਪਰਮੇਸ਼ਰ ਦੇ ਵਚਨ ਨੂੰ ਸੱਚਾਈ ਨਾਲ ਮੰਨਿਆਗਾ, ਕੀ ਤੁਹਾਡੇ ਜੀਵਨ 'ਚ ਸ਼ਾਂਤੀ ਨਹੀਂ ਆਈ? ਤੁਹਾਡੇ ਜੀਵਨ ਦੇ ਵਿੱਚ ਛੁਟਕਾਰਾ ਨਹੀਂ ਆਇਆ? ਅੱਜ ਵੀ ਦੇਖੋ ਕਈ ਲੋਕ ਐਸੇ ਹੈਗੇ ਕਿ ਆਪਣੀ ਪਰੇਸ਼ਾਨੀ ਨਾਲ ਜੂਝ ਰਹੇ ਨੇ, ਆਪਣੀ ਸਮੱਸਿਆ ਨਾਲ ਜੂਝ ਰਹੇ ਨੇ। ਪਤਾ ਉਹਨਾਂ ਨੂੰ ਸਾਰਾ ਹੀ ਕੁਝ ਹੈ ਕਿ ਸਾਨੂੰ ਪਰਮੇਸ਼ਰ ਦੇ ਦਾਸ ਕੋਲ ਜਾਣਾ ਚਾਹੀਦਾ ਹੈਗਾ। ਪਤਾ ਇਹ ਵੀ ਹੈ ਕਿ ਅਸੀਂ ਕੀ ਗੜਬੜੀ ਕਰ ਰਹੇ ਹਾਂ। ਪਤਾ ਇਹ ਵੀ ਹੈ ਕਿ ਸਾਨੂੰ ਪਰਮੇਸ਼ਰ ਦੇ ਅਨੁਸਾਰ ਕਿਵੇਂ ਜੀਣਾ ਚਾਹੀਦਾ ਹੈਗਾ। ਲੇਕਿਨ ਗੱਲ ਕੀ ਹੈ? ਪਰਮੇਸ਼ਰ ਦੇ ਵਚਨ ਦੇ ਉੱਪਰ ਵਿਸ਼ਵਾਸ ਨਹੀਂ ਕਰਨਾ ਚਾਹੁੰਦੇ। ਅਗਰ ਕਿਸੇ ਦਾਸ ਨੂੰ ਬੁਲਾਇਆ, ਅਗਰ ਪਾਸਟਰ ਨੂੰ ਬੁਲਾਇਆ ਜਾਂ ਕਿਸੇ ਸੇਵਕ ਨੂੰ ਬੁਲਾ ਲਿਆ, ਤਾਂ ਉਹ ਕੀ ਕਰੇਗਾ? ਉਹ ਤਾਂ ਸ਼ੀਸ਼ਾ ਹੀ ਦਿਖਾਏਗਾ। ਜਦੋਂ ਸ਼ੀਸ਼ਾ ਦਿਖਾਇਆ ਤਾਂ ਫਿਰ ਮੇਰੇ ਵਿੱਚ ਜੋ ਕਮੀ ਘਟੀ ਹੈ ਉਹ ਸਾਹਮਣੇ ਆ ਜਾਏਗੀ। ਹੁਣ ਦੇਖੋ ਐਸਾ ਕਿਹੜਾ ਇਨਸਾਨ ਹੈ ਜਿਹੜਾ ਸੰਪੂਰਨ ਹੈ? ਗੜਬੜੀ ਤਾਂ ਸਭ ਤੋਂ ਹੋਈ ਹੈ।
ਕੋਈ ਵੀ ਇਨਸਾਨ ਐਸਾ ਨਹੀਂ ਹੈ ਕਿ ਜਿਹੜਾ ਮਤਲਬ ਸੰਪੂਰਨ ਹੈ, ਗੜਬੜੀ ਹੁੰਦੀ ਹੈ। ਲੇਕਿਨ ਸਭ ਤੋਂ ਵੱਡੀ ਗੜਬੜੀ ਇਨਸਾਨ ਕਦੋਂ ਕਰਦਾਗਾ? ਇੱਕ ਵਾਰ ਫਿਰ ਪੜੋ ਇਹਨੂੰ, 28 ਦੀ 13। ਜਿਹੜਾ ਆਪਣੇ ਅਪਰਾਧਾਂ ਨੂੰ ਲੁਕੋ ਲੈਂਦਾ ਹੈ ਉਹ ਸਫਲ ਨਹੀਂ ਹੁੰਦਾ। ਦੇਖੋ, ਜਿਹੜਾ ਇਨਸਾਨ ਆਪਣੇ ਅਪਰਾਧਾਂ ਨੂੰ ਲੁਕੋ ਲੈਂਦਾਗਾ ਉਹ ਕੀ ਨਹੀਂ ਹੁੰਦਾ? ਸਫਲ ਨਹੀਂ ਹੁੰਦਾ। ਇਹਦਾ ਮਤਲਬ ਕਿ ਅਗਰ ਸਫਲ ਹੋਣਾਗਾ, ਸਫਲ ਕਿਹੜੀ ਚੀਜ਼ ਦੇ ਵਿੱਚ? ਤੁਹਾਡੀ ਸਰੀਰਕ ਚੰਗਾਈ ਨਹੀਂ ਹੈ, ਤੁਹਾਡੇ ਘਰ ਦੇ ਵਿੱਚ ਸ਼ਾਂਤੀ ਨਹੀਂ ਹੈ, ਤੁਹਾਡੇ ਕਾਰੋਬਾਰ ਦੇ ਵਿੱਚ ਆਸ਼ੀਸ਼ ਨਹੀਂ ਹੈ। ਅਗਰ ਤੁਸੀਂ ਕੀ ਕਰਨਾਗਾ? ਸਫਲ ਹੋਣਾਗਾ, ਤਾਂ ਜਦੋਂ ਤੁਸੀਂ ਪਰਮੇਸ਼ਰ ਦੇ ਬਚਨ ਨੂੰ ਦੇਖਦੇ ਹੋ ਜਾਂ ਸੁਣਦੇ ਹੋ, ਜਾਂ ਕੋਈ ਪਰਮੇਸ਼ਰ ਦਾ ਦਾਸ ਤੁਹਾਡੇ ਕੋਲ ਬਚਨ ਲੈ ਕੇ ਆਉਂਦਾਗਾ, ਤਾਂ ਉਹ ਕੀ ਹੈ? ਇੱਕ ਸ਼ੀਸ਼ਾ ਗਾ। ਜਦੋਂ ਤੁਸੀਂ ਸ਼ੀਸ਼ਾ ਦੇਖਦੇ ਹੋ ਤਾਂ ਫਿਰ ਕੀ ਹੈ? ਤੁਹਾਨੂੰ ਉਹਦੇ ਵਿੱਚ ਕੌਣ ਦਿਖਦਾਗਾ? ਤੁਸੀਂ ਦਿਖਦੇ ਹੋ। ਆਪਣੇ ਆਪ ਨੂੰ ਦੇਖੋ ਉੱਥੇ ਕਿ ਕੀ ਗੱਲਬਾਤ ਹੈ। ਉਸ ਤੋਂ ਬਾਅਦ ਕੀ ਹੁੰਦਾਗਾ ਕਿ ਜਦੋਂ ਇਨਸਾਨ ਆਪਣੇ ਅਪਰਾਧਾਂ ਨੂੰ ਲੁਕੋ ਲਵੇ, ਜਾਣਨ ਤੋਂ ਬਾਅਦ ਲੁਕੋ ਲਵੇ, ਤਾਂ ਫਿਰ ਕੀ ਹੈ? ਉਹ ਸਫਲ ਨਹੀਂ ਹੁੰਦਾ। ਫਿਰ ਇਨਸਾਨ ਕੀ ਕਹਿੰਦਾ? ਮੈਂ ਤਾਂ ਪ੍ਰਾਰਥਨਾ ਵੀ ਕਰਾਈ, ਮੈਂ ਤਾਂ ਸੰਗਤੀ ਵਿੱਚ ਵੀ ਜਾਣਾਗਾ, ਮੈਂ ਤਾਂ ਬਾਈਬਲ ਵੀ ਪੜ੍ਹਦਾਗਾ, ਔਰ ਸੰਗਤੀ ਵਿੱਚ ਵੀ ਮੈਂ ਤਾਂ ਸਮੇਂ ਸਿਰ ਹੀ ਜਾਣਾਗਾ। ਲੇਕਿਨ ਫਿਰ ਦੇਖੋ ਸਫਲ ਨਹੀਂ ਹੋਏ, ਕੁਝ ਫਾਇਦਾ ਨਹੀਂ ਹੋਇਆ। ਲੇਕਿਨ ਪਰਮੇਸ਼ਰ ਦਾ ਵਚਨ ਕੀ ਕਹਿੰਦਾ? ਇੱਕ ਵਾਰ ਫਿਰ ਪੜੋ 28 ਨੂੰ। ਜਿਹੜਾ ਆਪਣੇ ਅਪਰਾਧਾਂ ਨੂੰ ਲੁਕੋ ਲੈਂਦਾ ਹੈ ਉਹ ਸਫਲ ਨਹੀਂ ਹੁੰਦਾ, ਉਹ ਸਫਲ ਨਹੀਂ ਹੁੰਦਾ। ਪਰ ਜੋ ਉਹਨਾਂ ਨੂੰ ਮੰਨ ਕੇ ਛੱਡ ਦਿੰਦਾ ਹੈ ਉਹਦੇ ਉੱਤੇ ਰਹਿਮ ਕੀਤਾ ਜਾਵੇਗਾ। ਦੇਖੋ, ਜਿਹੜਾ ਮੰਨ ਕੇ ਛੱਡ ਦਿੰਦਾਗਾ ਉਹ ਕੀ ਹੈ? ਉਹਦੇ ਉੱਪਰ ਪਰਮੇਸ਼ਰ ਰਹਿਮ ਕਰ ਦਿੰਦੇ ਨੇ। ਇਹਦਾ ਮਤਲਬ ਤੁਸੀਂ ਸ਼ੀਸ਼ੇ ਦੇ ਸਾਹਮਣੇ ਖੜੇ ਹੋ, ਤੁਹਾਨੂੰ ਪਤਾ ਚੱਲ ਜਾਏ ਕਿ ਤੁਹਾਡੇ ਵਾਲ ਵਿਖਰੇ ਹੋਏ ਨੇ, ਜਾਂ ਤੁਹਾਡੀ ਸ਼ਰਟ ਸਹੀ ਨਹੀਂ ਹੈ, ਜਾਂ ਤੁਹਾਡੇ ਮਤਲਬ ਕੁਝ ਵੀ ਪਰੇਸ਼ਾਨੀ ਹੈ ਸਰੀਰ ਦੇ ਉੱਪਰ ਕੁਝ ਵੀ, ਤਾਂ ਤੁਸੀਂ ਕੀ ਕਰੋਗੇ? ਸ਼ੀਸ਼ੇ ਦੇ ਵਿੱਚ ਦੇਖ ਕੇ ਉਹਨੂੰ ਸੈੱਟ ਕਰ ਲਓਗੇ, ਤੇ ਫਿਰ ਤੁਸੀਂ ਕੀ ਹੋ? ਸੈੱਟ ਹੋ ਜਾਓਗੇ। ਲੇਕਿਨ ਜਦੋਂ ਵਚਨ ਦੀ ਗੱਲ ਆਉਂਦੀ ਹੈ, ਜਦੋਂ ਇਨਸਾਨ ਦੇ ਜੀਵਨ ਦੇ ਵਿੱਚ ਵਚਨ ਆਉਂਦਾਗਾ, ਤੇ ਜਦੋਂ ਵਚਨ ਦੀ ਗੱਲ ਦੱਸੋ ਤਾਂ ਫਿਰ ਇਨਸਾਨ ਆਪਣੇ ਆਪ ਨੂੰ ਸੈੱਟ ਨਹੀਂ ਕਰਨਾ ਚਾਹੁੰਦਾ, ਤੇ ਫਿਰ ਇਨਸਾਨ ਕੀ ਕਰਦਾਗਾ? ਉਹ ਦੂਜੇ ਵੱਲ ਦੇਖਣਾ ਸ਼ੁਰੂ ਕਰ ਦਿੰਦਾਗਾ। ਉਹਨੂੰ ਆਪਣੀ ਗਲਤੀ ਨਜ਼ਰ ਨਹੀਂ ਆਉਂਦੀ। ਫਿਰ ਕੀ ਹੈ? ਉਹ ਦੂਜੇ ਦੀ ਗਲਤੀ ਨਜ਼ਰ ਲਿਆਉਂਦਾਗਾ। ਫਿਰ ਉਹ ਕਲੀਸੇ ਵਿੱਚ ਦੇਖਦਾਗਾ ਕਿ ਮੇਰੇ ਵਰਗਾ ਕੌਣ ਹੁੰਦਾ ਜਾਂ ਨਹੀਂ ਹੁੰਦਾ। ਇਸ ਤਰ੍ਹਾਂ ਹੀ ਪਰਮੇਸ਼ਰ ਨੇ ਜਦ ਆਦਮ ਤੇ ਹਵਾ ਨੂੰ ਬਣਾਇਆ ਸੀਗਾ, ਕਾਫੀ ਟਾਈਮ ਬਾਅਦ ਸੁਣ ਰਹੇ ਆਪਾਂ ਆਦਮ ਹਵਾ ਬਾਰੇ ਹੁਣ, ਹਨਾ? ਚਲੋ ਧਿਆਨ ਨਾਲ ਸੁਣਿਓ। ਆਦਮ ਹਵਾ ਨੂੰ ਪਰਮੇਸ਼ਰ ਨੇ ਜਦ ਬਣਾਇਆ ਸੀਗਾ ਤਾਂ ਉਹਨਾਂ ਨੂੰ ਕਿੱਥੇ ਰੱਖਿਆ ਸੀਗਾ? ਆਦਮ ਦੇ ਬਾਗ ਦੇ ਵਿੱਚ। ਸਾਰਿਆਂ ਨੂੰ ਪਤਾ ਹੈਗਾ, ਬਾਈਬਲ ਪੜ੍ਹਦੇ ਹੋ, ਚਾਹੇ ਹਫ਼ਤੇ ਬਾਅਦ ਹੀ ਪੜ੍ਹਦੇ ਹੋ। ਤੇ ਜਦੋਂ ਆਦਮ ਬਾਗ ਦੇ ਵਿੱਚ ਰੱਖਿਆ ਸੀਗਾ, ਪਰਮੇਸ਼ਰ ਨੇ ਉਹਨਾਂ ਨੂੰ ਕਿਹਾ ਸੀਗਾ ਜਿੰਨੇ ਵੀ ਇਹਦੇ ਵਿੱਚ ਫਲ ਨੇ ਉਹ ਸਾਰੇ ਫਲ ਤੁਸੀਂ ਖਾਓ, ਲੇਕਿਨ ਜਿਹੜਾ ਇੱਕ ਦਰਖਤ ਹੈ ਭਲੇ ਤੇ ਬੁਰੇ ਦਾ ਦਰਖਤ, ਉਹਦਾ ਫਲ ਨਹੀਂ ਖਾਣਾ। ਕੋਈ ਦੱਸ ਸਕਦਾ ਕਿਹੜਾ ਫਲ ਸੀ ਉਹ? ਹਾਂ, ਉਹਦਾ ਫਲ ਤੁਸੀਂ ਨਹੀਂ ਖਾਣਾ। ਲੇਕਿਨ ਦੇਖੋ ਉਸ ਤੋਂ ਬਾਅਦ ਚਲੋ ਕੀ ਹੋਇਆ ਕਿ ਜਦੋਂ ਉਹਨਾਂ ਨੇ ਫਲ ਖਾਧਾ, ਫਲ ਖਾਣ ਤੋਂ ਬਾਅਦ ਪਰਮੇਸ਼ਰ ਨੇ ਤਾਂ ਉਹਨਾਂ ਸੇ ਮਿਲਣ ਦੇ ਲਈ, ਔਰ ਪਰਮੇਸ਼ਰ ਜਾਣ ਵੀ ਚੁੱਕੇ ਸੀਗੇ ਕਿ ਹੁਣ ਇਹਨਾਂ ਲੋਕਾਂ ਨੇ ਕੀ ਕੀਤਾਗਾ? ਉਹਦਾ ਫਲ ਖਾ ਲਿਆਗਾ। ਇਹਨਾਂ ਨੇ ਗਲਤੀ ਕਰ ਚੁੱਕੇ ਨੇ। ਲੇਕਿਨ ਜਦੋਂ ਪਰਮੇਸ਼ਰ ਆਇਆ ਤਾਂ ਪਰਮੇਸ਼ਰ ਨੇ ਆਵਾਜ਼ ਲਗਾਈ, ਹੇ ਆਦਮ, ਹੇ ਆਦਮ। ਹੁਣ ਆਦਮ ਜੋ ਸੀਗਾ, ਕੋਈ ਦੱਸ ਸਕਦਾ ਕੌਣ ਲੁਕਿਆ ਸੀਗਾ? ਆਦਮ ਜਾਂ ਉਹਦੀ ਪਤਨੀ? ਪਰਮੇਸ਼ਰ ਨੇ ਆਵਾਜ਼ ਕਿਉਂ ਲਗਾਈ ਸੀਗੀ? ਆਦਮ ਕਿੰਨੇ ਸੀਗੇ? ਦੋ ਹੀ ਆਦਮ ਸੀਗੇ। ਉੱਥੇ ਆਦਮ ਕਿੰਨੇ ਸੀਗੇ? ਦੋ ਹੀ ਸੀਗੇ, ਦੋ ਹੀ। ਆਦਮ ਨੂੰ ਵੀ ਆਦਮ ਕਹਿੰਦਾ ਸੀਗਾ, ਪਰ ਔਰਤ ਨੂੰ ਵੀ ਆਦਮ ਹੀ ਕਹਿੰਦਾ ਸੀਗਾ। ਹਾਂ, ਇੱਕ ਹੀ ਸੀਗਾ ਉੱਥੇ ਆਦਮ। ਹੁਣ ਫਰਜ਼ ਕਰ ਲਓ, ਇੱਕ ਨੂੰ ਮਾਰੋ ਆਵਾਜ਼, ਜੇ ਇੱਥੇ ਸਾਰੇ ਅਮਰੀਕ ਹੋਣ ਫਿਰ ਇੱਕ ਨੂੰ ਮਾਰੋ ਸਾਰੇ ਹਾਂ ਹਾਂ ਏਦਾਂ ਕਰਨਗੇ। ਜੇ ਕਿਸੇ ਨੂੰ ਇੱਕ ਨਾਮ ਲਓ, ਅਲੱਗ ਲਓ, ਤਾਂ ਫਿਰ ਦੂਜਾ ਕਹੂਗਾ ਮੈਨੂੰ ਥੋੜੀ ਬੁਲਾਇਆ। ਚਲੋ ਖੈਰ, ਆਪਾਂ ਉਹ ਗੱਲ ਨਹੀਂ ਕਰਦੇ। ਪਰਮੇਸ਼ਰ ਨੇ ਆਵਾਜ਼ ਮਾਰੀ, ਹੇ ਆਦਮ। ਤਾਂ ਆਦਮ ਨੇ ਆਵਾਜ਼ ਮਾਰੀ ਪਰਮੇਸ਼ਰ, ਤੇ ਪਰਮੇਸ਼ਰ ਨੇ ਪੁੱਛਿਆ ਆਦਮ ਤੂੰ ਕਿੱਥੇ ਹੈ? ਆਦਮ ਨੇ ਕੀ ਕਿਹਾ? ਪਰਮੇਸ਼ਰ ਤੇਰੀ ਆਵਾਜ਼ ਸੁਣ ਕੇ ਮੈਂ ਡਰ ਗਿਆ। ਕਿਉਂ ਡਰ ਗਿਆ? ਕਿਉਂਕਿ ਅਸੀਂ ਨੰਗੇ ਆ, ਮੈਂ ਨੰਗਾਂਗਾ। ਪਰਮੇਸ਼ਰ ਨੂੰ ਤਾਂ ਪਤਾ ਲੱਗ ਗਿਆ ਸੀਗਾ ਕਿ ਗੜਬੜੀ ਕਰ ਚੁੱਕੇ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਉਸ ਤੋਂ ਬਾਅਦ ਪਰਮੇਸ਼ਰ ਨੇ ਪੁੱਛਿਆ ਆਦਮ ਨੰਗਾ ਤੂੰ ਸ਼ੁਰੂ ਤੋਂ ਹੀ ਸੀਗਾ, ਜਦ ਦਾ ਤੈਨੂੰ ਮੈਂ ਬਣਾਇਆਗਾ, ਲੇਕਿਨ ਤੈਨੂੰ ਅੱਜ ਕਿਉਂ ਦੱਸਿਆ ਤੂੰ ਨੰਗਾਂਗਾ? ਕਿਤੇ ਤੂੰ ਫਲ ਤਾਂ ਨਹੀਂ ਖਾ ਬੈਠਾ? ਤਾਂ ਆਦਮ ਦੇਖੋ ਕੀ ਕਰਿਆ ਉਹਨੇ? ਗਲਤੀ ਕਰੀ ਨਾ ਉਹਨੇ। ਪਰਮੇਸ਼ਰ ਨੇ ਦਿਖਾਇਆ ਨਾ ਬਚਨ ਕਿ ਦੇਖ
ਇਹ ਵਚਨ ਸੀਗਾ ਮੈਂ ਤੈਨੂੰ ਦਿੱਤਾ ਸੀ, ਜਿਹੜਾ ਹੁਕਮ ਤੈਨੂੰ ਮੈਂ ਦਿੱਤਾ ਸੀਗਾ। ਇਹ ਦੇਖ ਵਚਨ ਆਦਮ ਕੀ ਕਹਿੰਦਾ ਹੈਗਾ ਵਚਨ ਦੇ ਵਿੱਚੋਂ ਪੜਾਂਗੇ ਆਪਾਂ। ਉਤਪਤੀ ਉਹਦਾ 3 ਅਧਿਆਏ ਉਹਦਾ ਪੜੋ 3:11। ਤਾਂ ਉਹਨੇ ਆਖਿਆ, ਕਿਹਨੇ ਤੈਨੂੰ ਦੱਸਿਆ ਭਾਈ ਤੂੰ ਨੰਗਾ ਹੈ? ਜਿਸ ਬਿਰਛ ਤੋਂ ਮੈਂ ਤੈਨੂੰ ਹੁਕਮ ਦਿੱਤਾ ਕਿ ਉਸ ਤੋਂ ਨਾ ਖਾਈ, ਕੀ ਤੂੰ ਉਸ ਤੋਂ ਖਾਦਾ? ਹਾਂ ਦੇਖੋ ਪਰਮੇਸ਼ਵਰ ਨੇ ਕੀ ਕਿਹਾ ਕਿ ਆਦਮ ਭਾਈ ਤੈਨੂੰ ਕਿਹਨੇ ਦੱਸਤਾ ਕਿ ਤੂੰ ਨੰਗਾਗਾ? ਬਣਾਇਆ ਤੈਨੂੰ ਮੈਂ ਆ, ਤੈਨੂੰ ਮੈਂ ਪੈਦਾ ਕੀਤਾਗਾ, ਔਰ ਮੈਂ ਤੈਨੂੰ ਸ਼ੁਰੂ ਤੋਂ ਨੰਗਾ ਰੱਖਿਆ ਸੀਗਾ ਜਦ ਤੱਕ ਤੈਨੂੰ ਪਤਾ ਨਹੀਂ ਲੱਗਿਆ। ਲੇਕਿਨ ਹੁਣ ਤੈਨੂੰ ਕਿਵੇਂ ਪਤਾ ਲੱਗ ਗਿਆ ਕਿ ਤੂੰ ਨੰਗਾਗਾ? ਤਾਂ ਫਿਰ ਆਦਮੀ ਨੇ ਆਖਿਆ ਕਿ ਜਿਸ ਤੀਮੀ ਨੂੰ ਤੂੰ ਮੈਨੂੰ ਦਿੱਤਾ ਸੀ ਉਸਨੇ ਉਸ ਬਿਰਛ ਤੋਂ ਮੈਨੂੰ ਦਿੱਤਾ ਤੇ ਮੈਂ ਖਾਦਾ। ਹੁਣ ਦੇਖੋ ਆਦਮ ਗਲਤੀ ਕਿਹਨੇ ਕਰੀ ਹੈ? ਆਦਮ ਨੇ ਗਲਤੀ ਕਰੀ। ਤੇ ਹੁਣ ਜਦੋਂ ਗਲਤੀ ਹੋ ਗਈ, ਜਦੋਂ ਅਪਰਾਧ ਹੋ ਗਿਆ, ਆਪਣਾ ਅਪਰਾਧ ਮੰਨਿਆ ਨਹੀਂ, ਕੀ ਕਹਿੰਦਾਗਾ ਪਰਮੇਸ਼ਵਰ ਜਿਹੜੀ ਔਰਤ ਤੈਂ ਮੈਨੂੰ ਦਿੱਤੀ ਹੈ, ਮੈਂ ਤਾਂ ਮੰਗੀ ਨਹੀਂ ਕਿ ਮੈਨੂੰ ਔਰਤ ਦੇ ਦੇ, ਉਹ ਤਾਂ ਤੈਂ ਮੇਰੇ ਉੱਪਰ ਨੀਂਦ ਪਾਤੀ, ਮੇਰੀ ਪਸਲੀ ਵਿੱਚੋਂ ਕੋਈ ਪਸਲੀ ਕੱਢ ਲਈ। ਉਸ ਤੋਂ ਬਾਅਦ ਜਦੋਂ ਪਸਲੀ ਕੱਢ ਕੇ ਉਹਦੀ ਮਤਲਬ ਇੱਕ ਔਰਤ ਬਣਾ ਕੇ ਪਰਮੇਸ਼ਵਰ ਆਦਮ ਕੋਲ ਲੈ ਕੇ ਆਇਆ ਤੇ ਆਦਮ ਨੇ ਕੀ ਕੀਤਾ ਸੀਗਾ? ਉਹਦਾ ਬੜਾ ਖੁਸ਼ ਹੋਇਆ। ਕਿਉਂ? ਕਿਉਂਕਿ ਆਪਣੇ ਵਰਗੀ ਦੇਖੀ ਉਸਨੇ, ਇਹਦੇ 2 ਹੱਥ ਨੇ, 2 ਪੈਰ ਨੇ, ਮੇਰੇ ਵਾਂਗੂ ਬੋਲਦੀ ਹੈ, ਮੇਰੇ ਵਾਂਗੂ ਦਿਖਦੀ ਹੈ। ਉਹਦਾ ਬੜਾ ਖੁਸ਼ ਹੋਇਆ। ਤੇ ਕੀ ਕਿਹਾ ਸੀ ਉਹਨੇ? ਇਹ ਮੇਰੇ ਮਾਸ ਵਿੱਚੋਂ ਮਾਸ, ਮੇਰੀ ਹੱਡੀ ਵਿੱਚੋਂ ਹੱਡੀ। ਇਹ ਮੇਰੇ ਮਾਸ ਵਿੱਚੋਂ ਮਾਸ ਤੇ ਮੇਰੀ ਹੱਡੀ ਵਿੱਚੋਂ ਹੱਡੀ ਹੈ। ਇਹਦਾ ਕਾਰਨ ਕੀ ਸੀਗਾ? ਕਿਉਂਕਿ ਉਹ ਪਰਮੇਸ਼ਵਰ ਦੇ ਵਚਨ ਦੇ ਵਿੱਚ ਬਣਿਆ ਹੋਇਆ ਸੀਗਾ। ਲੇਕਿਨ ਜਦੋਂ ਪਰਮੇਸ਼ਵਰ ਦੇ ਵਚਨ ਵਿੱਚੋਂ ਬਾਹਰ ਚਲਾ ਗਿਆ, ਜੀਵਨ ਦੇ ਵਿੱਚ ਪਾਪ ਆ ਗਿਆ, ਜੀਵਨ ਦੇ ਵਿੱਚ ਗਲਤੀ ਆ ਗਈ, ਤਾਂ ਫਿਰ ਦਾ ਗੱਲ ਕਰਨ ਦਾ ਤਰੀਕਾ ਹੀ ਬਦਲ ਗਿਆ। ਫਿਰ ਕੀ ਕਹਿੰਦਾਗਾ? ਇਹ ਪਰਮੇਸ਼ਵਰ ਜਿਹੜੀ ਤੈਂ ਦਿੱਤੀ ਹੈ, ਹੁਣ ਆਪਣੀ ਗਲਤੀ ਨਜ਼ਰ ਨਹੀਂ ਆ ਰਹੀ ਉਹਨੂੰ। ਗਲਤੀ ਕਿਹਦੀ ਹੈ? ਪਰਮੇਸ਼ਵਰ ਤੇਰੀ ਗਲਤੀ ਹੈ। ਤੂੰ ਨਾ ਦਿੰਦਾ ਮੈਨੂੰ, ਮੈਂ ਕਿਹੜਾ ਮੰਗੀ ਸੀ? ਅਗਰ ਤੂੰ ਦੇਤੀ ਮੈਨੂੰ ਤਾਂ ਗਲਤੀ ਤਾਂ ਉਹਨੇ ਕਰਾਈ ਹੈ ਮੇਰੇ ਤੋਂ, ਮੈਂ ਤਾਂ ਗਲਤੀ ਕਰੀ ਨਹੀਂ, ਤੇ ਨਾ ਹੀ ਮੈਂ ਗਲਤੀ ਕਰਨ ਵਾਲਾ ਸੀਗਾ। ਹੁਣ ਦੇਖੋ ਆਪਣੇ ਅਪਰਾਧ ਨੂੰ ਮੰਨਦਾ ਨਹੀਂ ਪਿਆ, ਆਪਣੀ ਗਲਤੀ ਨੂੰ ਉਹ ਮੰਨਦਾ ਨਹੀਂ ਪਿਆ। ਤੇ ਗਲਤੀ ਕਿਹਦੀ ਕਰਦੀ? ਪਰਮੇਸ਼ਵਰ ਦੀ ਕਰਦੀ। ਪਰਮੇਸ਼ਵਰ ਜੋ ਤੈਂ ਦਿੱਤੀ ਹੈ, ਅਗਰ ਤੂੰ ਨਾ ਦਿੰਦਾ ਤਾਂ ਮੈਂ ਪਾਪ ਨਹੀਂ ਕਰਨ ਵਾਲਾ ਸੀਗਾ, ਅਗਰ ਤੂੰ ਨਾ ਦਿੰਦਾ ਮੈਂ ਮੰਗਣ ਵਾਲਾ ਨਹੀਂ ਸੀਗਾ। ਲੇਕਿਨ ਦੇਖੋ ਉਸ ਤੋਂ ਬਾਅਦ ਕੀ ਗਿਆ ਕਿ ਪਰਮੇਸ਼ਵਰ ਜਿਹੜੀ ਔਰਤ ਤੈਂ ਮੈਨੂੰ ਦਿੱਤੀ ਹੈ ਉਸੇ ਨੇ ਮੈਨੂੰ ਫਲ ਖਵਾਇਆਗਾ। ਤਾਂ ਫਿਰ ਪਰਮੇਸ਼ਵਰ ਨੇ ਗੱਲ ਕੀਤੀ, ਪੜੋ ਅੱਗੇ। ਤਦ ਯਹੋਵਾ ਪਰਮੇਸ਼ਰ ਨੇ ਤੀਮੀ ਨੂੰ ਆਖਿਆ ਕਿ ਤੈਂ ਇਹ ਕੀ ਕੀਤਾ? ਤੀਮੀ ਨੇ ਆਖਿਆ ਕਿ ਸੱਪ ਨੇ ਮੈਨੂੰ ਭਰਮਾਇਆ ਤਾਂ ਮੈਂ ਖਾਦਾ। ਹਾਲੇਲੂਇਆ। ਪਰਮੇਸ਼ਵਰ ਨੇ ਕਿਹਾ ਚਲੋ ਕੋਈ ਗੱਲ ਨਹੀਂ, ਔਰਤ ਨਾਲ ਗੱਲ ਕਰਦੇ ਆ। ਔਰਤ ਨੂੰ ਪੁੱਛਿਆ ਤੈਂ ਕੀ ਕੀਤਾ? ਇਹ ਗਲਤੀ ਕਿਹਦੀ ਸੀ? ਔਰਤ ਦੀ ਗਲਤੀ। ਉਹਨੇ ਕੀ ਕਿਹਾ? ਮੈਨੂੰ ਤਾਂ ਸੱਪ ਨੇ ਭਰਮਾਇਆਗਾ। ਤਾਂ ਫਿਰ ਪਰਮੇਸ਼ਵਰ ਨੇ ਕੋਈ ਗੱਲ ਨਹੀਂ ਕਰੀ ਕਿਸੇ ਨਾਲ ਵੀ, ਨਾ ਸੱਪ ਨਾਲ। ਤੇ ਬਾਅਦ ਦੇ ਵਿੱਚ ਕੀ ਕੀਤਾ ਪਰਮੇਸ਼ਵਰ ਨੇ? ਨਾਲ ਦੀ ਨਾਲ ਹੀ ਕੀ ਕੀਤਾ? ਆਪਣਾ ਫੈਸਲਾ ਸੁਣਾਇਆ। ਕੀ ਫੈਸਲਾ ਸੀਗਾ ਇਨਸਾਨ ਦੇ ਲਈ? ਤੂੰ ਆਪਣੇ ਮੁੜਕੇ ਦੀ ਸੀਨੇ ਦੇ ਹੁਣ ਤੂੰ ਪਸੀਨਾ ਬਹਾਏਗਾ, ਤੂੰ ਮੁੜਕਾ ਬਹਾਏਗਾ, ਤੂੰ ਮਿਹਨਤ ਕਰੇਗਾ ਤੇ ਧਰਤੀ ਤੇਰੇ ਲਈ ਕੀ ਕਰੇਗੀ? ਕੰਡੇ ਪੈਦਾ ਕਰੇਗੀ। ਕਿਉਂ? ਕਿਉਂਕਿ ਤੈਂ ਮੇਰੇ ਖਿਲਾਫ ਕੰਮ ਕੀਤਾਗਾ। ਫਿਰ ਔਰਤ ਲਈ ਇੱਕ ਗੱਲ ਸੀਗੀ, ਕਿਹੜੀ ਗੱਲ? ਪੀੜਾਂ ਨਾਲ ਬੱਚੇ ਜਿਹੜੇ ਕਿ ਤੈਨੂੰ ਹੁਣ ਜਦ ਤੂੰ ਬੱਚੇ ਨੂੰ ਜਨਮ ਦੇਣਾਗਾ ਤਾਂ ਤੈਨੂੰ ਬਹੁਤ ਪੀੜਾਂ ਲੱਗਣਗੀਆਂ, ਔਰ ਤੇਰਾ ਪਤੀ ਤੇਰੇ ਉੱਪਰ ਕੀ ਕਰੇਗਾ? ਹੁਕਮ ਚਲਾਏਗਾ। ਚਲਾਉਂਦੇ ਨੇ ਜਾਂ ਨਹੀਂ ਚਲਾਉਂਦੇ? ਪਤੀਆਂ ਵਾਸਤੇ ਪਤੀ ਚਲਾਉਂਦੇ ਨੇ ਜਾਂ ਨਹੀਂ ਚਲਾਉਂਦੇ? ਸੁਣੋ ਧਿਆਨ ਦੇ ਨਾਲ। ਹਾਂ ਦੇਖੋ ਕੀ ਹੈ ਕਿ ਤੂੰ ਮਤਲਬ ਆਪਣੇ ਪਤੀ ਦੇ ਅਧੀਨਤਾ ਵਿੱਚ ਰਹਿਣਗੇ, ਤੇਰੇ ਉੱਪਰ ਉਹ ਹੁਕਮ ਕਰੇਗਾ, ਚਲਾਏਗਾ। ਅੱਜ ਵੀ ਦੇਖੋ ਪੂਰਾ ਦਿਨ ਸਵੇਰੇ ਸਾਜਰੇ ਉੱਠਦੀ ਹੈ ਔਰਤ, ਦੇਰ ਰਾਤ ਮਤਲਬ ਕੰਮ ਕਰਦੇ ਨੇ, ਬਾਅਦ ਦੇ ਵਿੱਚ ਸਭ ਤੋਂ ਲੇਟ ਸੌਂਦੇ ਨੇ, ਸਵੇਰ ਜਲਦੀ ਉੱਠਦੇ ਨੇ। ਫਿਰ ਵੀ ਕੀ ਕਹਿੰਦੇ ਨੇ? ਘਰੇ ਬੈਠੇ ਹੋ, ਕੀ ਕਰਦੇ ਹੋ ਤੁਸੀਂ? ਅਸੀਂ ਬਾਹਰ ਜਾਂਦੇ ਹਾਂ, ਕੰਮਕਾਰ ਕਰਦੇ ਹਾਂ। ਮਤਲਬ ਇਦਾਂ ਕੁਝ ਹੁੰਦਾਗਾ। ਲੇਕਿਨ ਦੇਖੋ ਕਿ ਪਰਮੇਸ਼ਵਰ ਦੇ ਵਚਨ ਦੇ ਖਿਲਾਫ ਚਲੇ ਗਏ, ਆਪਣੀ ਗਲਤੀ ਨੂੰ ਮੰਨਿਆ ਨਹੀਂ। ਅਗਰ ਗਲਤੀ ਮੰਨ ਲੈਂਦੇ, ਅਪਰਾਧ ਨੂੰ ਮੰਨ ਲੈਂਦੇ, ਤਾਂ ਪਰਮੇਸ਼ਵਰ ਕੀ ਕਰ ਦਿੰਦੇ? ਉਹਨਾਂ ਦੇ ਉੱਪਰ ਰਹਿਮ ਕਰ ਦਿੰਦੇ। ਲੇਕਿਨ ਕੀ ਹੈ? ਇਨਸਾਨ ਚਤਰੀ ਇੰਨਾਗਾ, ਇੰਨਾ ਹੁਸ਼ਿਆਰ ਹੈ ਕਿ ਕੀ ਕਰਦਾਗਾ? ਉਹ ਤਾਂ ਹੁਸ਼ਿਆਰੀ ਨਾਲ ਉੱਤਰ ਦੇਣ ਦੀ ਕੋਸ਼ਿਸ਼ ਕੀਤੀ ਉਹਨੇ ਕਿ ਪਰਮੇਸ਼ਵਰ ਮੈਂ ਨਹੀਂ ਕਰਦਾ ਸੀਗਾ,
ਮੇਰੇ ਤੋਂ ਤਾਂ ਔਰਤ ਨੇ ਕਰਾਇਆਗਾ। ਔਰਤ ਕਹਿੰਦੀ ਹੈ ਕਿ ਪਰਮੇਸ਼ਰ ਮੈਂ ਨਹੀਂ ਕਰਦੀ ਸੀਗੀ, ਮੇਰੇ ਤੋਂ ਤਾਂ ਸੱਪ ਨੇ ਕਰਾਇਆਗਾ, ਮੇਰੇ ਤੋਂ ਸੱਪ ਨੇ ਕਰਾਇਆਗਾ। ਮਤਲਬ ਕਿ ਇਨਸਾਨ ਕੀ ਹੈ, ਪਰਮੇਸ਼ਰ ਦੇ ਵਚਨ ਨੂੰ ਜਦ ਮੰਨਦਾ ਨਹੀਂ ਨਾ, ਜਦੋਂ ਆਪਣੇ ਕੀਤੇ ਹੋਏ ਅਪਰਾਧ ਨੂੰ ਮੰਨਦਾ ਨਹੀਂ, ਤਾਂ ਪਰਮੇਸ਼ਰ ਉਸ ਪ੍ਰੇਮ ਨਹੀਂ ਕਰਦੇ। ਫਿਰ ਇਹਨਾਂ ਦਾ ਹਾਲ ਦੇਖੋ ਕੀ ਹੋਇਆਗਾ, ਕਿੰਨੀ ਸਜ਼ਾ ਆਈ ਇਹਨਾਂ ਦੇ ਉੱਪਰ, ਕਿੰਨੀ ਤਕਲੀਫ ਆਈ, ਤਕਲੀਫ ਵਿੱਚ ਪੈ ਗਏ, ਸਜ਼ਾ ਵਿੱਚ ਪੈ ਗਏ। ਔਰ ਦੇਖੋ ਉਹੀ ਸਜ਼ਾ ਅੱਜ ਤੱਕ ਬਰਕਰਾਰ ਹੈ, ਅੱਜ ਤੱਕ ਉਹੀ ਸਜ਼ਾ ਇਨਸਾਨ ਦੇ ਉੱਪਰ ਬਣੀ ਹੋਈ ਹੈ। ਕਿਉਂਕਿ ਇਨਸਾਨ ਹੈ ਜੋ ਉਹ ਆਪਣੀ ਸਮਝ ਦਾ ਸਹਾਰਾ ਲੈਂਦਾ ਹੈਗਾ। ਇਨਸਾਨ ਗਲਤੀ ਤਾਂ ਕਰਦਾ ਹੀ ਹੈ, ਲੇਕਿਨ ਨਾਲ ਕੀ ਹੈ, ਉਹ ਚਿਤਰਾਈ ਵੀ ਕਰਦਾ ਹੈਗਾ। ਗਲਤੀ ਤਾਂ ਹੋ ਗਈ, ਕੋਈ ਵੱਡੀ ਗੱਲ ਨਹੀਂ, ਗਲਤੀ ਹੋ ਗਈ, ਲੇਕਿਨ ਜਿਹੜੀ ਇਨਸਾਨ ਚਿਤਰਾਈ ਕਰਦਾ ਹੈਗਾ, ਜਿਹੜੀ ਚਲਾਕੀ ਕਰਦਾ ਹੈਗਾ। ਇੱਕ ਵਾਰ ਮੈਂ ਭਾਈ ਜੱਸਾ ਜੀ ਸੀ ਜਾ ਰਹੇ ਸੀ ਖੰਨੇ ਸਾਈਡ, ਇੱਕ ਵੱਡਾ ਸਾਰਾ ਟਰੱਕ, ਉਹਦੇ ਪਿੱਛੇ ਲਿਖਿਆ ਸੀਗਾ ਕਿ ਸੱਜਣਾ ਗਲਤੀ ਮਾਫ ਕੀਤੀ ਜਾਂਦੀ ਹੈ, ਲੇਕਿਨ ਚਲਾਕੀ ਉਹ ਮਾਫ ਨਹੀਂ ਕੀਤੀ ਜਾਂਦੀ। ਤਾਂ ਦੇਖੋ ਇਹਨਾਂ ਨੇ ਕੀ ਕੀਤਾ, ਗਲਤੀ ਹੋ ਗਈ, ਕੋਈ ਬਾਤ ਨਹੀਂ, ਪਰਮੇਸ਼ਵਰ ਫਲ ਖਾ ਲਿਆ, ਮਾਫ ਕਰ ਦੇ। ਤਾਂ ਕੀ ਪਰਮੇਸ਼ਵਰ ਮਾਫ ਨਾ ਕਰਦਾ? ਇਹ ਜਦੋਂ ਟਰੱਕ ਪਿੱਛੇ ਪੜਿਆ ਤਾਂ ਚਲੋ ਪਰਮੇਸ਼ਵਰ ਨੇ ਕੁਝ ਗੱਲ ਕੀਤੀ ਕਿ ਬਚਨ ਇਹਦੇ ਉੱਪਰ ਦੇਖਣਾ ਗਾ ਆਪਾਂ ਨੇ, ਮੈਂ ਟਰੱਕ ਪਿੱਛੇ ਲਿਖਿਆ ਸੀਗਾ ਕਿ ਗਲਤੀ ਮਾਫ ਹੈ, ਚਲਾਕੀ ਮਾਫ ਨਹੀਂ। ਤਾਂ ਇਹਨਾਂ ਉੱਪਰ ਚਲਾਕੀ ਕਰ ਰਹੇ ਨੇ। ਤੇ ਅੱਜ ਕਲੀਸਿਆਵਾਂ ਦੇ ਵਿੱਚ ਵੀ ਇਹੀ ਕੰਮ ਹੁੰਦਾ ਹੈਗਾ। ਕੋਈ ਪਰਮੇਸ਼ਰ ਦਾ ਦਾਸ ਕਿਸੇ ਕੋਲ ਚਲਾ ਜਾਏ, ਉਸ ਨੂੰ ਕੁਝ ਦੱਸੇ, ਤਾਂ ਇਨਸਾਨ ਕੀ ਕਰਦਾ ਹੈਗਾ, ਜਾਣਦਾ ਸਭ ਕੁਝ ਹੈ, ਲੇਕਿਨ ਕੀ ਕਰਦਾ ਹੈਗਾ, ਗਲਤੀ ਮੰਨਦਾ ਨਹੀਂ, ਕਬੂਲ ਨਹੀਂ ਕਰਦਾ। ਕੀ ਕਰਦਾ ਹੈਗਾ, ਚਲਾਕੀ ਕਰਦਾ ਹੈਗਾ। ਔਰ ਚਲਾਕੀ ਵੀ ਅਜਿਹੀ ਕਰਦਾ ਹੈਗਾ, ਫਿਰ ਬਿਪਤਾ ਵਿੱਚ ਪੈ ਜਾਂਦਾ ਹੈਗਾ, ਫਿਰ ਫਸ ਜਾਂਦਾ ਹੈਗਾ। ਜਦੋਂ ਫਸ ਗਿਆ ਫਿਰ ਉਹਦਾ ਹੱਲ ਨਹੀਂ ਹੁੰਦਾ ਕਿਤੇ ਵੀ। ਫਿਰ ਉਸ ਨੂੰ ਕੀ ਹੈ, ਉਸ ਨੂੰ ਮੁੜ ਕੇ ਵਾਪਸ ਹੀ ਆਉਣਾ ਪੈਂਦਾ ਹੈਗਾ। ਉਸ ਨੂੰ ਕੀ ਹੈ, ਮੁੜ ਕੇ ਉਸ ਨੂੰ ਪਰਮੇਸ਼ਵਰ ਦੇ ਕੋਲ ਵਾਪਸ ਆਉਣਾ ਪੈਂਦਾ ਹੈਗਾ, ਔਰ ਪਰਮੇਸ਼ਵਰ ਦੇ ਦਾਸ ਦੇ ਕੋਲ ਵਾਪਸ ਆਉਣਾ ਪੈਂਦਾ ਹੈਗਾ। ਇੱਕ ਵਾਰ ਕੀ ਹੋਇਆ, 4 ਵਿਦਿਆਰਥੀ ਸੀਗੇ, ਮਤਲਬ ਪੜ੍ਹਨ ਵਾਲੇ ਬੱਚੇ ਜਿਹਨਾਂ ਨੂੰ ਕਹਿੰਦੇ ਨੇ, ਜ਼ਿਆਦਾ ਬੱਚੇ ਵੀ ਨਹੀਂ ਸੀਗੇ। ਤਾਂ ਹੋਇਆ ਕਿ ਉਹਨਾਂ ਦੇ ਸਕੂਲ ਦੇ ਵਿੱਚ ਇੱਕ ਟੀਚਰ ਸੀਗਾ, ਉਹਨਾਂ ਨੇ ਉਹਨਾਂ ਦਾ ਇਮਤਿਹਾਨ ਲੈਣਾ ਸੀਗਾ। ਤਾਂ ਉਹਨਾਂ ਨੇ ਇੱਕ ਸਲਾਹ ਬਣਾਈ। ਸਲਾਹ ਕੀ ਬਣਾਈ ਕਿ ਆਪਾਂ ਐਤਕੀ ਪੇਪਰ ਨਹੀਂ ਦਿੰਦੇ, ਜਿਹੜਾ ਟੈਸਟ ਹੋਣਾਗਾ ਆਪਾਂ ਹੁਣ ਪੇਪਰ ਨਹੀਂ ਦਿੰਦੇ, ਆਪਾਂ ਇਹ 2-3 ਦਿਨਾਂ ਬਾਅਦ ਦੇਵਾਂਗੇ। ਆਪਾਂ ਬਹਾਨਾ ਮਾਰ ਦਾਂਗੇ। ਆਪਾਂ ਕੀ ਕਰਾਂਗੇ, ਬਹਾਨਾ ਮਾਰਾਂਗੇ। ਚਲੋ ਜਿਸ ਦਿਨ ਪੇਪਰ ਸੀਗਾ ਉਸ ਦਿਨ ਉਹ ਸਕੂਲ ਨਹੀਂ ਗਏ। ਮਤਲਬ ਸਕੂਲ ਨਹੀਂ ਗਏ, ਉਹਦਾ ਕਾਰਨ ਇਹ ਸੀਗਾ ਕਿ ਸਾਨੂੰ ਉਹਦਾ ਕੁਝ ਹੈ ਨਹੀਂ, ਪੜ੍ਹੇ ਤਾਂ ਹੈ ਨਹੀਂ ਆਪਾਂ। ਲੇਕਿਨ ਜਦੋਂ ਅਸੀਂ ਪੜ੍ਹੇ ਹੀ ਨਹੀਂ, ਅਗਰ ਉਸ ਤੋਂ ਬਾਅਦ 1-2 ਦਿਨਾਂ ਬਾਅਦ ਸਾਡੇ ਤੋਂ ਟੈਸਟ ਲਵੇਗਾ ਸਾਡਾ ਟੀਚਰ, ਤਾਂ ਅਸੀਂ ਜਿਹੜਾ ਪੇਪਰ ਆਇਆ ਹੋਊਗਾ, ਜਿਹੜਾ ਸਵਾਲ ਹੋਊਗਾ, ਆਪਾਂ ਉਹੀ ਯਾਦ ਕਰਕੇ ਉਹਦਾ ਉੱਤਰ ਦੇ ਦੇਵਾਂਗੇ। ਚਲੋ ਜਦੋਂ ਸਕੂਲ ਦਾ ਟਾਈਮ ਸੀਗਾ, ਉਸ ਪੇਪਰ ਦਾ ਟਾਈਮ ਸੀਗਾ, ਤਾਂ ਕੀ ਹੋਇਆ, ਉਹ ਪਹੁੰਚੇ ਤਾਂ ਸੀ ਸਕੂਲ ਦੇ ਵਿੱਚ, ਲੇਕਿਨ ਲੇਟ ਪਹੁੰਚੇ। ਮਤਲਬ ਮੰਨ ਲਓ ਤੁਸੀਂ ਅੱਧਾ ਘੰਟਾ ਰਹਿ ਗਿਆ ਸੀ ਪੇਪਰ ਖਤਮ ਹੋਣ ਦੇ ਵਿੱਚ। ਤਾਂ ਟੀਚਰ ਨੇ ਪੁੱਛਿਆ ਤੁਸੀਂ ਇੰਨਾ ਲੇਟ ਕਿਉਂ ਆਏ? ਉਹ ਕਹਿੰਦਾ ਸਰ ਜੀ ਅਸੀਂ ਚਾਰੇ ਆ ਰਹੇ ਸੀਗੇ, ਸਾਡੀ ਗੱਡੀ ਪੈਂਚਰ ਹੋ ਗਈ। ਟੀਚਰ ਕਹਿੰਦਾ ਕੋਈ ਗੱਲ ਨਹੀਂ, ਫਿਰ ਇੱਦਾਂ ਕਰੋ ਤੁਸੀਂ ਪੇਪਰ ਮੈਨੂੰ ਕੱਲ ਨੂੰ ਦੇ ਦਿਓ, ਅੱਜ ਤੁਸੀਂ ਬੈਠੋ, ਕੋਈ ਬਾਤ ਨਹੀਂ। ਤਾਂ ਹੁਣ ਜਿਹੜੇ ਸਟੂਡੈਂਟ ਸੀਗੇ, ਪੜ੍ਹਨ ਵਾਲੇ ਬੱਚੇ ਸੀਗੇ, ਉਹ ਬੜੇ ਖੁਸ਼ ਹੋਏ ਵੀ ਬਚ ਗਏ। ਹੁਣ ਉਹਨਾਂ ਨੇ ਆਪਣੇ ਨਾਲ ਦੇ ਨੂੰ ਪੁੱਛਿਆ ਵੀ ਭਾਈ ਕੱਲ ਪੇਪਰ ਕਿਹੜਾ ਸੀਗਾ, ਸਵਾਲ ਕਿਹੜੇ ਕਿਹੜੇ ਸੀਗੇ, ਉਹ ਯਾਦ ਕਰਕੇ ਚਲੇ ਗਏ ਉੱਥੇ। ਤਾਂ ਮਾਸਟਰ ਜਿਹੜਾ ਟੀਚਰ ਸੀਗਾ ਉਹਨੇ ਕਿਹਾ, ਉਹਨੇ ਪੇਪਰ ਦਿੱਤਾ ਉਹਨਾਂ ਨੂੰ, ਤੇ 4 ਕੁਐਸਚਨ ਪੇਪਰ ਸੀਗੇ, 4 ਕਮਰੇ ਕਰਤੇ ਉਹਨੇ, ਇੱਕ ਕਮਰਾ ਇੱਧਰ, ਇੱਕ ਉੱਧਰ, ਇੱਕ ਇੱਧਰ, ਚਾਰਾਂ ਨੂੰ ਅੱਡ-ਅੱਡ ਬਿਠਾਤਾ ਉਹਨੇ। ਔਰ ਜਿਹੜਾ ਪੇਪਰ ਸੀਗਾ ਉਹ 100 ਨੰਬਰ ਦਾ ਸੀਗਾ। ਔਰ ਜਿਹੜਾ ਪਹਿਲਾ ਸਵਾਲ ਸੀਗਾ, ਆਪਣਾ ਨਾਮ ਤੇ ਰੋਲ ਨੰਬਰ ਲਿਖੋ, ਉਹ 1 ਨੰਬਰ ਦਾ ਹੈਗਾ। ਤੇ ਦੂਜਾ ਸਵਾਲ ਇਹ ਸੀਗਾ ਕਿ ਤੁਹਾਡੀ ਗੱਡੀ ਦਾ ਟਾਇਰ ਕਿਹੜਾ ਪੈਂਚਰ ਹੋਇਆ ਸੀਗਾ, ਕਿਹੜੀ ਸਾਈਡ ਦਾ ਟਾਇਰ ਪੈਂਚਰ ਹੋਇਆ ਸੀਗਾ। ਹੁਣ ਦੇਖੋ ਕਿਹੜਾ ਲਿਖਣ, ਉਹ ਕਿਹੜਾ ਲਿਖਣਗੇ? ਗੱਡੀ ਦੇ ਕਿੰਨੇ ਟਾਇਰ ਹੁੰਦੇ ਨੇ? 4। ਮਿੱਤਰ ਕਿੰਨੇ ਨੇ? 4। ਹੁਣ ਜਦੋਂ ਟਾਇਰ ਹੀ ਪੈਂਚਰ ਨਹੀਂ ਹੈਗਾ ਤੇ ਲਿਖੇ ਕਿਹੜਾ ਇਨਸਾਨ? ਮਤਲਬ ਕੀ ਹੈ, ਗਲਤੀ ਕੀਤੀ ਲੇਕਿਨ ਨਾਲ ਇਨਸਾਨ ਹੁਸ਼ਿਆਰੀ ਵੀ ਕਰਦਾ ਹੈਗਾ। ਹੁਣ ਦੱਸੋ ਇਹ ਜਿਹੇ ਬੰਦੇ ਦੀ ਜਿਹੜੀ ਗਲਤੀ ਹੈ, ਗਲਤੀ ਤਾਂ ਮਾਫ ਕਰ ਦਿੰਦਾ ਟੀਚਰ, ਚਲੋ ਕੋਈ ਬਾਤ ਨਹੀਂ। ਜਿਹੜੀ ਚਲਾਕੀ ਹੈ ਉਹ ਮਾਫ ਹੋ ਜਾਂਦੀ, ਉਹ ਮਾਫ ਨਹੀਂ ਹੁੰਦੀ। ਹਾਲੇਲੂਇਆ। ਉਹ ਗਲਤੀ ਮਤਲਬ ਕੋਈ ਵੀ ਇਨਸਾਨ ਹੈ ਉਹ ਮਾਫ ਹੋ ਸਕਦੀ ਹੈ, ਲੇਕਿਨ ਜਿਹੜੀ
ਚਲਾਕੀ ਹੈ, ਉਹ ਚਲਾਕੀ ਕਦੇ ਮਾਫ ਨਹੀਂ ਹੁੰਦੀ। ਔਰ ਬਾਈਬਲ ਦੇ ਵਿੱਚ ਲਿਖਿਆਗਾ, ਮੇਰੇ ਨਾਲ ਬਚਨ ਪੜੋ, ਪਹਿਲਾ ਰਾਜਾ ਉਹਦਾ 22 ਅਧਿਆਇ। ਚਲੋ ਮੈਂ ਤੁਹਾਨੂੰ ਦੱਸਦਾ ਕੀ ਹੋਇਆ ਕਿ ਇੱਕ ਰਾਜਾ ਸੀਗਾ, ਆਹਾਬ ਨਾਮ ਦਾ ਰਾਜਾ। ਉਸਨੇ ਕਿਤੇ ਲੜਾਈ ਲਈ ਜਾਣਾ ਸੀਗਾ, ਔਰ ਉੱਥੇ ਇੱਕ ਹੋਰ ਪਰਮੇਸ਼ਰ ਦਾ ਦਾਸ ਪਹੁੰਚਿਆ, ਯਹੋਸ਼ਾਫਾਟ। ਤਾਂ ਆਹਾਬ ਰਾਜੇ ਨੇ ਗੱਲ ਕਰੀ ਯਹੋਸ਼ਾਫਾਟ ਦੇ ਨਾਲ ਵੀ ਦੇਖ ਮੈਂ ਲੜਾਈ ਵਿੱਚ ਜਾਣਾਗਾ, ਮੈਂ ਲੜਾਈ ਵਿੱਚ ਜਾਣਾਗਾ, ਤੂੰ ਮੇਰੇ ਨਾਲ ਜਾ ਸਕਦਾਗਾ। ਤਾਂ ਯਹੋਸ਼ਾਫਾਟ ਨੇ ਕਿਹਾ ਠੀਕ ਹੈ, ਕੋਈ ਗੱਲ ਨਹੀਂ, ਮੈਂ ਤੇਰੇ ਨਾਲ ਚੱਲਾਂਗਾ। ਲੇਕਿਨ ਲੜਾਈ ਵਿੱਚ ਜਾਣ ਤੋਂ ਪਹਿਲਾਂ ਆਪਾਂ ਇੱਕ ਵਾਰ ਪਰਮੇਸ਼ਰ ਨੂੰ ਪੁੱਛ ਲੈਂਦੇ ਆ ਕਿ ਪਰਮੇਸ਼ਰ ਕੀ ਚਾਹੁੰਦਾਗਾ। ਜਦ ਕਿ ਉੱਥੇ 400 ਨਬੀ ਪਹਿਲਾਂ ਹੀ ਸੀਗੇ ਜੋ ਰਾਜੇ ਨੂੰ ਇਹ ਗੱਲ ਕਹਿ ਰਹੇ ਸੀਗੇ, ਰਾਜਾ ਜਾ, ਤੂੰ ਜਿੱਤ ਕੇ ਆਏਗਾ, ਰਾਜਾ ਤੂੰ ਜਾ, ਤੂੰ ਹਾਰਦਾ ਨਹੀਂ ਹੈ, ਪਰਮੇਸ਼ਰ ਤੈਨੂੰ ਜਿੱਤ ਦੇਵੇਗਾ, ਪਰਮੇਸ਼ਰ ਤੇਰੇ ਜੀਵਨ ਦੇ ਵਿੱਚ ਵੱਡਾ ਕੰਮ ਕਰੇਗਾ। ਇਹ ਸਾਰੀਆਂ ਗੱਲਾਂ ਉਹ ਮਤਲਬ ਜੋ 400 ਨਬੀ ਸੀਗੇ ਉਹ ਬੋਲਦੇ ਸੀਗੇ। ਲੇਕਿਨ ਜੋ ਯਹੋਸ਼ਾਫਾਟ ਸੀਗਾ ਉਹ ਤਾਂ ਪਰਮੇਸ਼ਰ ਦੇ ਨਾਲ ਵਫਾਦਾਰ ਸੀਗਾ। ਉਸਨੇ ਗੱਲ ਕਰੀ, ਨਹੀਂ ਯਾਰ, ਮੈਨੂੰ ਜੋ ਆਨੰਦ ਆਉਣਾ ਚਾਹੀਦਾ ਉਹ ਆਨੰਦ ਨਹੀਂ ਆ ਰਿਹਾ, ਇੱਥੇ ਕੋਈ ਪਰਮੇਸ਼ਰ ਦਾ ਹੋਰ ਦਾਸ ਵੀ ਹੈਗਾ। ਤਾਂ ਉਸਨੇ ਕੀ ਕਿਹਾ, ਹੈਗਾ। ਤਾਂ ਉਸਨੇ ਕਿਹਾ ਉਹਨੂੰ ਬੁਲਾ। ਕਹਿੰਦਾ ਯਾਰ ਬੁਲਾ ਤਾਂ ਲਵਾਂ ਉਹਨੂੰ ਮੈਂ, ਪਰ ਮੈਨੂੰ ਤਾਂ ਯਾਰ ਨਫ਼ਰਤ ਹੈ, ਮੈਨੂੰ ਉਸ ਤੋਂ ਨਫ਼ਰਤ ਹੈ। ਕਿਉਂ? ਕਿਉਂਕਿ ਉਹ ਕਦੇ ਵੀ ਮੇਰੇ ਬਾਰੇ ਭਲਾ ਨਹੀਂ ਬੋਲਦਾ, ਉਹ ਜਦੋਂ ਵੀ ਬੋਲਦਾ ਮੇਰੇ ਬਾਰੇ ਬੁਰਾ ਹੀ ਬੋਲਦਾਗਾ। ਤਾਂ ਉਸ ਯਹੋਸ਼ਾਫਾਟ ਨੇ ਕਿਹਾ ਕੋਈ ਗੱਲ ਨਹੀਂ, ਤੂੰ ਬੁਲਾ ਤਾਂ ਸੀ ਉਹਨੂੰ ਮਿਲਦੇ ਆ ਇੱਕ ਵਾਰ। ਤੇ ਚਲੋ ਯਹੋਸ਼ਾਫਾਟ ਨੂੰ ਉਹਨਾਂ ਨੇ ਬੁਲਾਇਆ ਵੀ। ਜਦੋਂ ਯਹੋਸ਼ਾਫਾਟ ਨੂੰ ਬੁਲਾਇਆ ਤਾਂ ਯਹੋਸ਼ਾਫਾਟ ਨੂੰ ਪੁੱਛਿਆ ਵੀ ਦੱਸ ਕੀ ਕਰੀਏ। ਤਾਂ ਯਹੋਸ਼ਾਫਾਟ ਨੇ ਸਾਰੀ ਗੱਲ ਦੱਸਤੀ ਕਿ ਦੇਖ ਰਾਜਾ, ਤੂੰ ਲੜਾਈ ਵਿੱਚ ਜਾਏਗਾ, ਤੂੰ ਮਾਰਿਆ ਜਾਏਗਾ। ਤੂੰ ਕੀ ਹੈ? ਤੂੰ ਮਾਰਿਆ ਜਾਏਗਾ, ਇਸ ਕਰਕੇ ਤੂੰ ਨਾ ਜਾ, ਉੱਥੇ ਬਚ ਜਾਏਗਾ, ਤੇਰਾ ਫਾਇਦਾ ਹੈਗਾ। ਲੇਕਿਨ ਜੋ ਇਹ ਰਾਜਾ ਸੀਗਾ ਆਹਾਬ ਰਾਜਾ, ਇਹਨੂੰ ਤਾਂ ਪਹਿਲਾਂ ਹੀ ਨਫ਼ਰਤ ਸੀਗੀ ਵੀ ਜਦੋਂ ਮੂੰਹ ਖੋਲੂ ਕੀ ਕਰੇਗਾ, ਮੇਰੇ ਲਈ ਬੁਰਾ ਹੀ ਬੋਲੇਗਾ। ਤੇ ਹੁੰਦਾ ਜ਼ਿਆਦਾਤਰ ਕੁਛ ਐਸੇ ਸੇਵਕ ਹੁੰਦੇ ਨੇ, ਕੁਛ ਐਸੇ ਦਾਸ ਹੁੰਦੇ ਨੇ ਕਿ ਜਿਹਨੂੰ ਕੋਈ ਸੁਣਨਾ ਪਸੰਦ ਨਹੀਂ ਕਰਦਾ। ਕਿਉਂ? ਇਹਨੇ ਜਦੋਂ ਬੋਲਣਾ ਕਿ ਕੁਛ ਨਾ ਕੁਛ ਗੜਬੜੀ ਕਰਨੀ ਹੈ। ਤਾਂ ਅਜਿਹੇ ਲੋਕਾਂ ਨੂੰ ਕੀ ਕਰਦੇ ਨੇ ਲੋਕ? ਨਫ਼ਰਤ ਕਰਦੇ ਨੇ। ਲੇਕਿਨ ਇਹ ਕੀ ਕਰਦਾ ਸੀਗਾ? ਉਹਦੇ ਭਲੇ ਦੀ ਗੱਲ ਬੋਲਦਾ ਸੀਗਾ। ਤਾਂ ਉਸ ਤੋਂ ਬਾਅਦ ਕੀ ਹੋਇਆ ਆਪਾਂ ਬਾਈਬਲ ਦੇ ਵਿੱਚ ਦੇਖਾਂਗੇ ਕਿ ਇਹ ਆਪਣਾ ਪਹਿਲਾ ਰਾਜਾ ਉਹਦਾ 22 ਅਧਿਆਇ, ਉਹਦਾ 25 ਇਹ ਪੜੋ, 25 22 ਦੀ 25। ਪਰ ਮਿਕਾਇਆ ਨੇ ਆਖਿਆ, ਵੇਖ ਤੂੰ ਉਸ ਦਿਨ ਜਦ ਤੂੰ ਅੰਦਰਲੀ ਕੋਠੜੀ ਵਿੱਚ ਲੁਕਣ ਵੜੇਗਾ ਤਦ ਤੂੰ ਵੇਖੇਗਾ। ਹਾਂ ਪੜੋਗੇ 26। ਤਦ ਇਸਰਾਇਲ ਦੇ ਪਾਸ਼ਾ ਨੇ ਆਖਿਆ, ਮਿਕਾਇਆ ਨੂੰ ਫੜ ਕੇ ਸ਼ਹਿਰ ਦੇ ਸਰਦਾਰ ਆਮੋਨ ਕੋਲ ਅਤੇ ਪਾਤਸ਼ਾਹ ਦੇ ਪੁੱਤਰ ਯੋਆਸ਼ ਕੋਲ ਮੋੜ ਲੈ ਜਾ ਅਤੇ ਆਖ, ਭਾਈ ਪਾਤਸ਼ਾਹ ਫਰਮਾਉਂਦਾ ਹੈ ਕਿ ਮੇਰੇ ਸੁੱਖ ਸਾਧ ਨਾਲ ਆਉਣ ਤੋੜੀ ਇਸ ਨੂੰ ਕੈਦ ਵਿੱਚ ਰੱਖੋ ਅਤੇ ਉਹਨੂੰ ਤੰਗੀ ਦੀ ਰੋਟੀ ਅਤੇ ਤੰਗੀ ਦਾ ਪਾਣੀ ਦਿਓ। ਪਰ ਮਿਕਾਇਆ ਨੇ ਆਖਿਆ, ਦੇਖੋ ਜਿਹੜਾ ਦਾਸ ਸੀਗਾ, ਜਿਹੜਾ ਪਰਮੇਸ਼ਰ ਦੇ ਵਚਨ ਲੈ ਕੇ ਆਇਆ ਸੀਗਾ, ਜਿਸ ਇਨਸਾਨ ਨੇ ਪਰਮੇਸ਼ਰ ਦਾ ਵਚਨ ਨੂੰ ਦਿਖਾਇਆ, ਦੇਖ ਭਰਾਵਾ ਤੂੰ ਮਰਨ ਵਾਲਾਂਗਾ, ਤੂੰ ਨਾ ਜਾ, ਤੂੰ ਇਹ ਕੰਮ ਨਾ ਕਰ। ਲੇਕਿਨ ਉਸਨੇ ਕੀ ਕੀਤਾ? ਉਸ ਨੂੰ ਫੜ ਕੇ ਜੇਲ੍ਹ ਦੇ ਵਿੱਚ ਪਾ ਦਿੱਤਾ। ਔਰ ਕੀ ਕਿਹਾ? ਇਹਨੂੰ ਤੰਗੀ ਦਾ ਪਾਣੀ ਦਿਓ ਤੇ ਤੰਗੀ ਦੀ ਨੂੰ ਰੋਟੀ ਦਿਓ ਜਦ ਤੱਕ ਮੈਂ ਮੁੜ ਕੇ ਨਹੀਂ ਆਉਂਦਾ। ਉਸ ਪਰਮੇਸ਼ਰ ਦਾਸ ਨੇ ਫਿਰ ਵੀ ਕਿਹਾ ਕਿ ਦੇਖ ਤੂੰ ਮੁੜ ਕੇ ਨਹੀਂ ਆਉਣ ਵਾਲਾ, ਮੁੜਨ ਦੀ ਗੱਲ ਕਰਦਾ ਤੂੰ ਮੁੜਨਾ ਨਹੀਂ ਹੈ, ਤੈਂ ਮਰ ਜਾਣਾਗਾ। ਉਸ ਤੋਂ ਬਾਅਦ ਕੀ ਹੋਇਆ? ਪੜੋ ਮੇਰੇ ਨਾਲ ਇਹਦਾ 30 ਵਚਨ ਪੜੋ। ਅਤੇ ਇਸਰਾਇਲ ਦੇ ਪਾਸ਼ਾ ਨੇ ਯਹੋਸ਼ਾਫਾਟ ਨੂੰ ਆਖਿਆ, ਮੈਂ ਆਪਣਾ ਭੇਸ ਵਟਾ ਕੇ ਲੜਾਈ ਵਿੱਚ ਜਾਵਾਂਗਾ, ਪਰ ਤੂੰ ਆਪਣੇ ਵਸਤਰ ਪਾਈ ਰੱਖ। ਸੋ ਇਸਰਾਇਲ ਦਾ ਪਾਸ਼ਾ ਭੇਸ ਵਟਾ ਕੇ ਲੜਾਈ ਵਿੱਚ ਗਿਆ। ਹਾਲੇਲੂਇਆ। ਜੇ ਹੋ ਸਕੇ ਤਾਂ ਸ਼ੁਰੂ ਕਰ ਜਗ ਪੜਿਓ ਧਿਆਨ ਦੇ ਨਾਲ। ਇੱਥੇ ਕੀ ਹੋਇਆ ਕਿ ਜਿਸ ਰਾਜੇ ਨੂੰ ਮਤਲਬ ਪਰਮੇਸ਼ਰ ਨੇ ਦੇ ਦਾਸ ਨੇ ਕਿਹਾ ਸੀਗਾ ਕਿ ਤੂੰ ਲੜਾਈ ਵਿੱਚ ਨਾ ਜਾ, ਤੂੰ ਮਰ ਜਾਏਗਾ। ਦੇਖੋ ਉਹ ਯਕੀਨ ਤਾਂ ਕਰਦਾ ਨਹੀਂ ਸੀਗਾ, ਲੇਕਿਨ ਉਸ ਨੂੰ ਪੱਕਾ ਪਤਾ ਸੀਗਾ ਜੇ ਗੱਲ ਬੋਲ ਦਿੰਦਾ ਇਹਦੀ ਗੱਲ ਪੱਕੀ ਹੁੰਦੀ ਹੈ। ਜਾਣਦਾ ਸੀ ਸਾਰੀ ਗੱਲ ਕਿ ਜੋ ਵੀ ਇਹ ਬੋਲੂਗਾ ਇਹ ਗੱਲ ਪੱਕੀ ਹੋਊਗੀ। ਉਸਨੇ ਕੀ ਕੀਤਾ? ਆਪਣੇ ਸਾਥੀ ਨੂੰ ਕਿਹਾ ਯਹੋਸ਼ਾਫਾਟ ਨੂੰ, ਯਹੋਸ਼ਾਫਾਟ ਦੇਖ ਮੈਂ ਤੇਰੇ ਨਾਲ ਚੱਲਦਾ ਲੜਾਈ ਦੇ ਵਿੱਚ, ਲੇਕਿਨ ਏਦਾਂ ਕਰੀ ਜਿਹੜਾ ਮੇਰਾ ਭੇਸ ਹੈ ਮੈਂ ਆਪਣਾ ਭੇਸ ਵਟਾ ਲੈਣਾਗਾ, ਮੈਂ ਰਾਜੇ ਦੇ ਕੱਪੜੇ ਨਹੀਂ ਪਾਉਂਦਾ, ਮੈਂ ਆਮ ਕੱਪੜੇ ਪਾ ਕੇ ਜਾਊਂਗਾ ਲੜਾਈ ਵਿੱਚ। ਦੇਖੋ ਯਕੀਨ ਤਾਂ ਪੱਕਾ ਹੀ ਸੀਗਾ ਇਹਨੂੰ ਕਿ ਪਰਮੇਸ਼ਰ ਦਾ ਦਾਸ ਜੋ ਬੋਲਿਆਗਾ ਉਹ ਗੱਲ ਪੱਕੀ ਹੋਣ ਵਾਲੀ ਹੈ। ਲੇਕਿਨ ਜਦੋਂ ਮੈਂ ਭੇਸ ਵਟਾ ਕੇ ਚਲਾ ਗਿਆ ਫਿਰ ਮੈਨੂੰ ਕੁਝ ਹੋਣ ਵਾਲਾ ਹੀ ਨਹੀਂ। ਤਾਂ ਉਸ ਤੋਂ ਬਾਅਦ ਦੇਖੋ ਇਨਸਾਨ ਕੀ ਕਰਦਾ ਹੈਗਾ? ਆਪਣੀ ਗਲਤੀ ਮੰਨਦਾ ਨਹੀਂ, ਲੇਕਿਨ ਕਰਦਾ ਕੀ ਹੈ? ਉਹ ਤਾਂ ਚਤਰ ਚਲਾਕੀ ਕਰਦਾ ਹੈਗਾ, ਉਹ ਤਾਂ ਹੁਸ਼ਿਆਰੀ ਕਰਦਾ ਹੈਗਾ। ਉਸ ਤੋਂ ਬਾਅਦ ਕੀ ਹੋਇਆ ਕਿ ਇਹ ਲੜਾਈ ਵਿੱਚ ਚਲੇ ਵੀ ਗਏ। ਔਰ ਹੋਇਆ ਕਿ ਅਚਾਨਕ ਕਿਸ ਨੇ ਏਦਾਂ ਹੀ ਤੀਰ ਛੱਡਤਾ ਹਵਾ ਦੇ ਵਿੱਚ ਹੀ, ਮਤਲਬ ਜਿਹਦੇ ਮਰਜ਼ੀ ਲੱਗੇ ਨਾ ਲੱਗੇ, ਲੇਕਿਨ ਉਹ ਤੀਰ ਕਿਵੇਂ ਲੱਗਿਆ ਕਿ
ਉਹ ਇਸੇ ਰਾਜੇ ਦਾ ਲੱਗਿਆ, ਆਹਾਬ ਰਾਜੇ ਦਾ ਲੱਗਿਆ। ਔਰ ਦੇਖੋ ਇਹ ਮਰ ਵੀ ਗਿਆ। ਹੁਣ ਦੇਖੋ ਜੋ ਪਰਮੇਸ਼ਰ ਦਾ ਵਚਨ ਹੈ, ਕੀ ਪਰਮੇਸ਼ਰ ਦਾ ਵਚਨ ਕਿਸ ਨੂੰ ਮਾਰ ਸਕਦਾ ਹੈਗਾ? ਕੀ ਪਰਮੇਸ਼ਰ ਦਾ ਵਚਨ ਜੋ ਜੀਵਨ ਦਿੰਦਾ ਹੈਗਾ ਉਹ ਕਿਸੇ ਨੂੰ ਨਾਸ਼ ਵੀ ਕਰ ਸਕਦਾ ਹੈਗਾ? ਲੇਕਿਨ ਦੇਖੋ ਜਿਹੜਾ ਇਨਸਾਨ ਪਰਮੇਸ਼ਰ ਦੇ ਵਚਨ ਨੂੰ ਮੰਨਦਾ ਨਹੀਂ, ਜਿਹੜਾ ਵਚਨ ਦੇ ਉੱਪਰ ਵਿਸ਼ਵਾਸ ਨਹੀਂ ਕਰਦਾ, ਜਿਹੜਾ ਵਚਨ ਨੂੰ ਕਬੂਲ ਨਹੀਂ ਕਰਦਾ, ਉਹ ਪੱਕਾ ਮਰਦਾ ਹੀ ਮਰਦਾ ਹੈਗਾ। ਹੁਣ ਦੇਖੋ ਇੰਨੇ ਲੋਕਾਂ ਦੇ ਵਿੱਚ ਲੜਾਈ ਝਗੜਾ ਹੋ ਰਿਹਾ ਹੈਗਾ, ਇੰਨੇ ਇਕੱਠ ਹੈ, ਇੰਨੀ ਸੈਨਾ ਗਈ, ਕਿਸੇ ਇਨਸਾਨ ਨੇ ਤੀਰ ਇਸ ਤਰ੍ਹਾਂ ਮਾਰਿਆ ਹੋਵੇ ਵੀ ਚੱਲ ਦੇਖੀ ਜੋ ਜਿਹਦੀ ਮਰਜ਼ੀ ਲੱਗ ਜਾਏ, ਲੇਕਿਨ ਲੱਗਿਆ ਕਿਹਦੇ? ਉਸੇ ਰਾਜੇ ਦੇ ਲੱਗਿਆ ਜਿਹੜਾ ਰਾਜਾ ਭੇਸ ਵਟਾ ਕੇ ਗਿਆ ਸੀ ਲੜਾਈ ਦੇ ਵਿੱਚ, ਔਰ ਮਰ ਵੀ ਗਿਆ। ਇਹ ਕੀ ਹੈ ਇਨਸਾਨ ਦੀ? ਇਹ ਮਤਲਬ ਗਲਤੀ ਤਾਂ ਹੈ ਹੀ ਹੈ ਉਹਦੀ, ਲੇਕਿਨ ਨਾਲ ਕੀ ਹੈ? ਉਹਦੀ ਚਲਾਕੀ। ਹੁਣ ਦੇਖੋ ਉਹ ਗਲਤੀ ਨਾਲ ਨਹੀਂ ਮਰਦਾ ਸੀਗਾ, ਮਰਿਆ ਕਿਹਦੇ ਨਾਲ? ਚਲਾਕੀ ਦੇ ਨਾਲ। ਜੋ ਚਲਾਕੀ ਇਨਸਾਨ ਕਰਦਾ ਗਾ, ਔਰ ਉਸ ਤੋਂ ਬਾਅਦ ਇਸ ਦਾ ਜੋ ਮਤਲਬ ਜੀਵਨ ਸੀਗਾ ਉਹ ਹਮੇਸ਼ਾ ਲਈ ਉਹ ਖਤਮ ਹੋ ਗਿਆ। ਜਦੋਂ ਜੀਵਨ ਖਤਮ ਹੋ ਗਿਆ ਤਾਂ ਉਸ ਤੋਂ ਬਾਅਦ ਦੇਖੋ ਇਹਨਾਂ ਵਚਨ ਪੜ੍ਹੋ ਜੀ ਤੁਸੀਂ, ਇਹਦਾ 34 ਵਚਨ ਪੜ੍ਹੋ। ਅਤੇ ਕਿਸੇ ਮਨੁੱਖ ਨੇ ਅਟਕਲ ਬੱਚੂ ਆਪਣਾ ਧਨੁੱਖ ਖਿੱਚ ਕੇ ਇਸਰਾਇਲ ਦੇ ਪਾਤਸ਼ਾਹ ਨੂੰ ਸੰਜੋ ਦੇ ਜੋੜ ਵਿੱਚ ਤੀਰ ਮਾਰਿਆ, ਤਾਂ ਉਸ ਆਪਣੇ ਸਾਰਥੀ ਨੂੰ ਆਖਿਆ, ਮੋੜ ਲੈ ਅਤੇ ਮੈਨੂੰ ਦਲ ਵਿੱਚੋਂ ਕੱਢ ਲੈ ਚੱਲ, ਕਿਉਂ ਜੇ ਮੈਂ ਫੱਟੜ ਹੋ ਗਿਆ। ਮੈਂ ਫੱਟੜ ਹੋ ਗਿਆ। 37 ਪੜ੍ਹੋ। 37 ਜੋ ਪਾਤਸ਼ਾਹ ਮਰ ਗਿਆ। ਦੇਖੋ ਪਾਤਸ਼ਾਹ ਕੀ ਸੀਗਾ? ਉਹ ਤਾਂ ਮਰ ਗਿਆ। ਦੇਖੋ ਇਨਸਾਨ ਗਲਤੀ ਕਰਦਾ ਹੈਗਾ, ਕੋਈ ਵੱਡੀ ਗੱਲ ਨਹੀਂ, ਗਲਤੀ ਹੋ ਗਈ। ਅਗਰ ਕੋਈ ਪਰਮੇਸ਼ਰ ਦਾ ਦਾਸ ਤੁਹਾਡੇ ਜੀਵਨ ਦੇ ਵਿੱਚ ਆਉਂਦਾ ਹੈਗਾ, ਅਗਰ ਕੋਈ ਪਰਮੇਸ਼ਰ ਦਾ ਦਾਸ ਤੁਹਾਨੂੰ ਵਚਨ ਸਿਖਾਉਂਦਾ ਹੈਗਾ, ਤੁਹਾਡੇ ਸਾਹਮਣੇ ਪਰਮੇਸ਼ਰ ਦਾ ਵਚਨ ਜੋ ਸ਼ੀਸ਼ੇ ਦੇ ਨਿਆਈ ਇੱਕ ਲੈ ਕੇ ਆਉਂਦਾ ਹੈਗਾ, ਅਗਰ ਤੁਸੀਂ ਇਨਸਾਨ ਸ਼ੀਸ਼ੇ ਨਾਲ ਵੈਰ ਕਰੇ, ਸ਼ੀਸ਼ੇ ਨੂੰ ਦੇਖ ਕੇ ਸ਼ੀਸ਼ਾ ਤੋੜ ਦੇਵੇ, ਸ਼ੀਸ਼ੇ ਨੂੰ ਦੇਖ ਕੇ ਉਹ ਸ਼ੀਸ਼ੇ ਨੂੰ ਮਤਲਬ ਭੰਨਣ ਦੀ ਕੋਸ਼ਿਸ਼ ਕਰੇ, ਜਾਂ ਦੁਬਾਰਾ ਸ਼ੀਸ਼ਾ ਦੇਖੇ ਹੀ ਨਾ, ਤਾਂ ਫਿਰ ਗਲਤੀ ਇਨਸਾਨ ਦੀ ਹੈ। ਕਿਉਂਕਿ ਪਰਮੇਸ਼ਰ ਨੇ ਚਾਹੁੰਦਾ ਕਿ ਕੋਈ ਵੀ ਇਨਸਾਨ ਉਹ ਨਾਸ ਹੋਵੇ, ਔਰ ਪਰਮੇਸ਼ਰ ਨੇ ਚਾਹੁੰਦਾ ਕਿ ਕੋਈ ਵੀ ਇਨਸਾਨ ਉਹ ਖਤਮ ਹੋ ਜਾਏ। ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਹੈਗਾ, ਪਹਿਲਾ ਸੈਮੂਏਲ ਉਹਦਾ 15 ਅਧਿਆਇ, ਇੱਥੇ ਕੀ ਹੋਇਆ ਕਿ ਪਰਮੇਸ਼ਵਰ ਨੇ ਇਜ਼ਰਾਈਲ ਪ੍ਰਜਾ ਦੇ ਲਈ ਇੱਕ ਰਾਜਾ ਚੁਣਿਆ ਸੀਗਾ, ਔਰ ਇਜ਼ਰਾਈਲ ਦਾ ਪਹਿਲਾ ਰਾਜਾ ਸਾਊਲ ਨੂੰ ਜਦੋਂ ਪਰਮੇਸ਼ਵਰ ਨੇ ਚੁਣਿਆ, ਔਰ ਉਸ ਤੋਂ ਬਾਅਦ ਪਰਮੇਸ਼ਵਰ ਨੇ ਚੁਣਿਆ ਸੀਗਾ ਉਹ ਤੋਂ ਕੰਮ ਲੈਣਾ ਸੀਗਾ। ਪਰਮੇਸ਼ਵਰ ਨੇ ਕੰਮ ਵੀ ਦਿੱਤਾ ਉਹਨੂੰ। ਜਦੋਂ ਪਰਮੇਸ਼ਵਰ ਨੇ ਉਸਨੂੰ ਕੰਮ ਦਿੱਤਾ ਤਾਂ ਹੋਇਆ ਕੀ? ਇੱਕ ਕੰਮ ਸੀਗਾ ਕਿਹੜਾ? ਉਸਨੇ ਜਾ ਕੇ ਅਮਾਲੇਕ ਲੋਕਾਂ ਨੂੰ ਮਾਰਨਾ ਸੀਗਾ। ਇਹ ਕੰਮ ਪਰਮੇਸ਼ਵਰ ਨੇ ਦਿੱਤਾ ਸੀ ਉਹਨੂੰ ਕਿ ਜਾ ਕੇ ਅਮਾਲੇਕੀ ਲੋਕਾਂ ਦਾ ਕੀ ਕਰ, ਤੂੰ ਨਾਸ਼ ਕਰ ਦੇ। ਇੱਕ ਵੀ ਚੀਜ਼ ਨਹੀਂ ਬਚਣੀ ਚਾਹੀਦੀ, ਇੱਕ ਵੀ ਵਸਤੂ ਉੱਥੇ ਬਚਣੀ ਨਹੀਂ ਚਾਹੀਦੀ, ਸਾਰੀ ਵਸਤੂਆਂ ਨੂੰ, ਸਾਰੀਆਂ ਚੀਜ਼ਾਂ ਨੂੰ ਤੇ ਮਾਰ ਦੇਣਾਗਾ। ਲੇਕਿਨ ਜੋ ਸਾਊਲ ਸੀਗਾ ਉਹ ਆਪਣੀ ਪ੍ਰਜਾ ਦੇ ਨਾਲ ਚਲਾ ਗਿਆ, ਉੱਥੇ ਯੁੱਧ ਵੀ ਹੋਇਆ, ਯੁੱਧ ਜਿੱਤ ਵੀ ਗਏ, ਔਰ ਜੋ ਉਹਨਾਂ ਦਾ ਰਾਜਾ ਸੀਗਾ ਉਸ ਨੂੰ ਉਹਨਾਂ ਨੇ ਜਿੰਦਾ ਫੜ ਲਿਆ। ਔਰ ਜਿੰਦਾ ਫੜਨ ਤੋਂ ਬਾਅਦ ਕੀ ਹੋਇਆ ਆਪਾਂ ਪਰਮੇਸ਼ਰ ਦੇ ਵਚਨ ਵਿੱਚੋਂ ਦੇਖਾਂਗੇ। ਪਹਿਲਾ ਸੈਮੂਏਲ ਉਹਦਾ 15 ਅਧਿਆਇ ਉਹਦਾ 13 ਵਚਨ ਪੜੋ। ਫਿਰ ਸਮੂਏਲ ਸਾਊਲ ਕੋਲ ਗਿਆ ਅਤੇ ਸਾਊਲ ਨੇ ਉਹਨੂੰ ਆਖਿਆ, हे ਯਹੋਵਾ ਦੇ ਮੁਬਾਰਕ, ਮੈਂ ਯਹੋਵਾ ਦੀ ਆਗਿਆ ਅਨੁਸਾਰ ਕੰਮ ਕੀਤਾ। ਹਾਲੇਲੂਇਆ। ਦੇਖੋ ਜਦੋਂ ਪਰਮੇਸ਼ਰ ਦਾ ਦਾਸ ਰਾਜੇ ਸਾਊਲ ਨੂੰ ਮਿਲਣ ਦੇ ਲਈ ਗਿਆ ਤਾਂ ਜੋ ਰਾਜਾ ਸਾਊਲ ਹੈ ਉਹ ਖੁਸ਼ ਹੋਇਆ। ਉਸਨੇ ਕਿਹਾ, हे ਪਰਮੇਸ਼ਰ ਦੇ ਮੁਬਾਰਕ, ਮੈਂ ਪਰਮੇਸ਼ਰ ਦੀ ਆਗਿਆ ਦੇ ਅਨੁਸਾਰ ਕੰਮ ਕੀਤਾਗਾ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ, ਮੈਂ ਕੀ ਕੀਤਾਗਾ? ਪਰਮੇਸ਼ਰ ਦੀ ਆਗਿਆ ਦੇ ਅਨੁਸਾਰ ਹੀ ਕੰਮ ਕੀਤਾਗਾ। ਤਾਂ ਫਿਰ ਪਰਮੇਸ਼ਰ ਦਾਸ ਨੇ ਪੁੱਛਿਆ, ਅਗਰ ਤੂੰ ਆਗਿਆ ਦੇ ਅਨੁਸਾਰ ਕੰਮ ਕੀਤਾਗਾ, ਫਿਰ ਜਿਹੜੇ ਪਸ਼ੂ ਨੇ, ਜਿਹੜੀਆਂ ਭੇਡਾਂ ਨੇ, ਇਹਨਾਂ ਦੀ ਆਵਾਜ਼ ਕਿੱਥੋਂ ਆ ਰਹੀ ਹੈ? ਕਿਉਂਕਿ ਪਰਮੇਸ਼ਰ ਨੇ ਤੈਨੂੰ ਨਾਸ਼ ਕਰਨ ਦੇ ਲਈ ਕਿਹਾ ਸੀਗਾ। ਫਿਰ ਇਹ ਕੀ ਹੈ? ਇਹ ਕਿੱਥੋਂ ਆ ਗਿਆ ਤੇਰੇ ਲਵੇ? ਤਾਂ ਉਸ ਇਨਸਾਨ ਨੇ ਕੀ ਕੀਤਾ? ਪੜੋ ਅੱਗੇ 15। ਤਾਂ ਸਾਊਲ ਨੇ ਆਖਿਆ ਕਿ ਉਹ ਇਹਨਾਂ ਨੂੰ ਅਮਾਲੇਕੀਆਂ ਵੱਲੋਂ ਲਿਆਏ ਹਨ ਅਤੇ ਲੋਕਾਂ ਨੇ ਚੰਗੀਆਂ ਚੰਗੀਆਂ ਭੇਡਾਂ ਅਤੇ ਬਲਦਾਂ ਨੂੰ ਜਿਉਂਦਿਆਂ ਰੱਖਿਆ, ਤੇ ਉਹਨਾਂ ਨੂੰ ਯਹੋਵਾ ਤੇਰੇ ਪਰਮੇਸ਼ਵਰ ਦੇ ਅੱਗੇ ਬਲੀ ਚੜਾਉਣ ਅਤੇ ਰਹਿੰਦੇ ਸਭਨਾਂ ਨੂੰ ਅਸਾਂ ਮੂਲੋਂ ਹੀ ਨਾਸ਼ ਕਰ ਸੁੱਟਿਆ। ਦੇਖੋ ਫਿਰ ਕੀ, ਹੁਣ ਗਲਤੀ ਤਾਂ ਕਰਕੇ ਆਇਆਗਾ, ਲੇਕਿਨ ਉਹਨੂੰ ਗਲਤੀ ਨਜ਼ਰ ਨਹੀਂ ਆ ਰਹੀ। ਅਗਰ ਉਹ ਪਰਮੇਸ਼ਰ ਦਾ ਦਾਸ ਨੂੰ ਗਲਤੀ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾਗਾ, ਦੇਖ ਭਰਾਵਾ ਤੂੰ ਗਲਤੀ ਕਰਕੇ ਆਇਆਗਾ, ਤੂੰ ਗੁਨਾਹ ਕਰਕੇ ਆਇਆਗਾ, ਦੇਖ ਪਰਮੇਸ਼ਰ ਨੇ ਤੈਨੂੰ ਕਿਹੜਾ ਕੰਮ ਕਿਹਾ ਸੀਗਾ, ਤੂੰ ਕਿਹੜਾ ਕਰਕੇ ਆਏਗਾ। ਲੇਕਿਨ ਉਹ ਕੀ ਹੈ? ਉਲਟਾ ਹੋ ਗਿਆ। ਅਸੀਂ ਲੈ ਕੇ ਆਏ ਆ, ਮੇਰੇ ਨਾਲ ਦੇ ਜਿਹੜੇ ਸਾਥੀ ਲੋਕ ਸੀਗੇ ਉਹ ਚੰਗੀਆਂ ਚੰਗੀਆਂ ਭੇਡਾਂ ਲੈ ਕੇ ਆਏ ਨੇ, ਚੰਗੇ ਚੰਗੇ ਬਲਦ ਲੈ ਕੇ ਆਏ ਨੇ। ਕਾਹਦੇ ਲਈ? ਕਿ ਅਸੀਂ ਪਰਮੇਸ਼ਰ ਨੂੰ ਬਲੀ ਕਰੀਏ। ਬਾਕੀ ਚੀਜ਼ਾਂ ਅਸੀਂ ਮਾਰ ਕੇ ਆਏ ਆ, ਬਾਕੀ ਚੀਜ਼ਾਂ ਕੀ ਅਸੀਂ ਉਹਨਾਂ ਨੂੰ ਖਤਮ ਕਰ ਦਿੱਤਾਗਾ, ਲੇਕਿਨ ਜਿਹੜੀਆਂ ਚੰਗੀਆਂ ਚੀਜ਼ਾਂ ਨੇ, ਭੇਡਾਂ ਨੇ, ਚੰਗੇ ਬਲਦ ਨੇ, ਉਹਨਾਂ ਨੂੰ ਕੀ ਅਸੀਂ ਬਚਾ ਕੇ ਲੈ ਕੇ ਆਏ ਆ। ਤਾਂ ਪਰਮੇਸ਼ਰ ਦਾ ਦਾਸ ਕੀ ਕਹਿੰਦਾਗਾ? ਪੜੋ ਮੇਰੇ ਨਾਲ 18 ਵਚਨ ਪੜੋ।
ਯਹੋਵਾ ਨੇ ਤੈਨੂੰ ਪੈਂਡੇ ਵਿੱਚ ਘੱਲਿਆ ਅਤੇ ਆਖਿਆ ਜਾ ਅਤੇ ਉਹਨਾਂ ਪਾਪੀਆਂ ਵਾਲੇਕੀਆਂ ਨੂੰ ਨਾਸ਼ ਕਰ ਅਤੇ ਜਦ ਤੋੜੀ ਉਹ ਨਸ਼ਟ ਨਾ ਹੋ ਜਾਣ ਉਹਨਾਂ ਨਾਲ ਲੜਾਈ ਕਰ। ਦੇਖੋ ਤੈਨੂੰ ਤਾਂ ਪਰਮੇਸ਼ਰ ਨੇ ਆਗਿਆ ਦਿੱਤੀ ਸੀਗੀ ਜਦ ਤੱਕ ਉਹ ਖਤਮ ਨਹੀਂ ਹੋ ਜਾਂਦੇ ਤਦ ਤੱਕ ਲੜਦਾ ਰਹੇ, ਉਹਨਾਂ ਨੂੰ ਮਾਰਦਾ ਰਹੇ, ਤੂੰ ਉਹਨਾਂ ਨੂੰ ਪੂਰੀ ਤਰ੍ਹਾਂ ਖਤਮ ਕਰ ਦੇ, ਪੂਰੀ ਤਰ੍ਹਾਂ ਹੀ ਖਤਮ ਕਰ ਦੇ, ਇੱਕ ਵੀ ਚੀਜ਼ ਬਚਣੀ ਨਹੀਂ ਚਾਹੀਦੀ। ਇਹ ਗੱਲ ਪਰਮੇਸ਼ਰ ਦੇ ਦਾਸ ਨੇ ਬੋਲੀ। ਫਿਰ ਪੜੋ 20 ਵਚਨ। ਸਾਊਲ ਨੇ ਸਮੂਏਲ ਨੂੰ ਆਖਿਆ ਹਾਂ। ਮੈਂ ਤਾਂ ਯਹੋਵਾ ਦੀ ਆਗਿਆ ਮੰਨੀ ਹੈ। ਦੇਖੋ ਇਨਸਾਨ ਗਲਤੀ ਕਰੀ, ਇਨਸਾਨ ਨੇ ਗਲਤੀ ਕਰੀ ਤਾਂ ਕਹਿੰਦਾ ਕੀ ਹੈ ਕਿ ਦੇਖ ਮੈਂ ਤਾਂ ਪਰਮੇਸ਼ਵਰ ਦੀ ਗੱਲ ਮੰਨੀ ਹੈ। ਹਾਲੇਲੂਇਆ ਹਾਲੇਲੂਇਆ। ਕੀ ਕਿਹਾਗਾ ਕਿ ਮੈਂ ਪਰਮੇਸ਼ਵਰ ਦੀ ਗੱਲ ਨੂੰ ਮੰਨਿਆਗਾ। ਕੌਣ ਕਹਿੰਦਾਗਾ? ਸਾਊਲ ਕਹਿੰਦਾਗਾ। ਕਿਹਨੂੰ ਕਹਿੰਦਾਗਾ? ਪਰਮੇਸ਼ਵਰ ਦੇ ਦਾਸ ਨੂੰ ਕਹਿੰਦਾਗਾ। ਅੱਜ ਵੀ ਦੇਖੋ ਅਗਰ ਕਿਸੇ ਇਨਸਾਨ ਦੇ ਘਰ ਦੇ ਵਿੱਚ ਸਮੱਸਿਆ ਗਈ, ਅੱਜ ਕਿਸੇ ਇਨਸਾਨ ਦੇ ਜੀਵਨ ਦੇ ਵਿੱਚ ਸਮੱਸਿਆ ਗਈ, ਅਗਰ ਪਰਮੇਸ਼ਵਰ ਦਾ ਦਾਸ ਉਸ ਕੋਲ ਚਲਾ ਜਾਏ ਤਾਂ ਉਸ ਨੂੰ ਕੁਝ ਸਿਖਾਵੇ ਤਾਂ ਇਨਸਾਨ ਕੀ ਕਹਿੰਦਾਗਾ? ਮੈਂ ਤਾਂ ਕਰ ਦਾਂਗਾ ਸਾਰਾ ਕੁਝ, ਮੈਂ ਸਭ ਕੁਝ ਕਰ ਦਾਂਗਾ, ਮੈਂ ਪ੍ਰਾਰਥਨਾ ਵੀ ਕਰ ਦਾਂਗਾ, ਮੈਂ ਬਾਈਬਲ ਵੀ ਪੜ੍ਹ ਦਾਂਗਾ, ਮੈਂ ਬੰਦਗੀ ਵਿੱਚ ਵੀ ਜਾਣਾਗਾ, ਮੈਂ ਤਾਂ ਪ੍ਰਭੂ ਭੋਜ ਵੀ ਲੈਣਾਗਾ। ਲੇਕਿਨ ਜਿਹੜੀਆਂ ਗੱਲਾਂ ਜਦ ਪਰਮੇਸ਼ਰ ਦਾ ਦਾਸ ਕੁਝ ਸਿਖਾਵੇ ਜਾਂ ਦੱਸੇ ਤਾਂ ਇਨਸਾਨ ਕੀ ਹੈ ਉਸ ਨੂੰ ਮੰਨਣਾ ਨਹੀਂ ਚਾਹੁੰਦਾ। ਇੱਕ ਵਾਰ ਫਿਰ ਪੜੋ ਜੀ ਨੂੰ 20 ਨੂੰ। ਸਾਊਲ ਨੇ ਸਮੂਏਲ ਨੂੰ ਆਖਿਆ ਮੈਂ ਤਾਂ ਯਹੋਵਾ ਦੀ ਆਗਿਆ ਮੰਨੀ ਹੈ ਅਤੇ ਜਿਸ ਦੇ ਵਿੱਚ ਯਹੋਵਾ ਨੇ ਮੈਨੂੰ ਘੱਲਿਆ ਉਸ ਰਾਹ ਤੁਰਿਆ ਹਾਂ ਅਤੇ ਅਮਾਲੇਕ ਦੇ ਪਾਸ਼ਾ ਅਗਾਗ ਨੂੰ ਲੈ ਆਇਆ ਹਾਂ ਅਤੇ ਅਮਾਲੇਕੀਆਂ ਨੂੰ ਮੂਲੋਂ ਨਾਸ਼ ਕੀਤਾ। ਦੇਖੋ ਕੀ ਪਰਮੇਸ਼ਰ ਨੇ ਆਗਿਆ ਦਿੱਤੀ ਸਾਨੂੰ ਕਿ ਤੂੰ ਪਸ਼ੂ ਲੈ ਕੇ ਆਈ, ਬਲਦ ਲੈ ਕੇ ਆਈ, ਭੇਡਾਂ ਲੈ ਕੇ ਆਈ ਔਰ ਰਾਜੇ ਨੂੰ ਜਿਉਂਦਾ ਫੜ ਕੇ ਲਿਆਈ। ਪਰਮੇਸ਼ਰ ਨੇ ਗੱਲ ਨਹੀਂ ਕਹੀ ਸੀਗੀ ਲੇਕਿਨ ਗੜਬੜੀ ਤਾਂ ਕੀਤੀ। ਉੱਪਰੋਂ ਕੀ ਕਹਿੰਦਾਗਾ ਕਿ ਮੈਂ ਪਰਮੇਸ਼ਰ ਦੀ ਆਗਿਆਕਾਰੀ ਕੀਤੀ ਹੈ, ਮੈਂ ਪਰਮੇਸ਼ਰ ਦੇ ਵਚਨ ਨੂੰ ਮੰਨਦਾਗਾ। ਲੇਕਿਨ ਸਹੀ ਦੇ ਵਿੱਚ ਕੀ ਹੈ? ਗਲਤੀ ਤਾਂ ਕੀਤੀ ਲੇਕਿਨ ਬਾਅਦ ਦੇ ਵਿੱਚ ਹੁਸ਼ਿਆਰੀ ਦਿਖਾ ਰਿਹਾਗਾ, ਚਤਰਾਈ ਦਿਖਾ ਰਿਹਾਗਾ। ਲੇਕਿਨ ਦੇਖੋ ਉਸ ਤੋਂ ਬਾਅਦ ਕੀ ਹੋਇਆ, ਪੜੋ ਕੀ। ਪਰ ਲੋਕ ਲੋਟਾਂ ਦੇ ਵਿੱਚੋਂ ਭੇਡਾਂ ਅਤੇ ਬਲਦ ਅਰਥਾਤ ਚੰਗੀਆਂ ਚੰਗੀਆਂ ਵਸਤਾਂ ਜਿਨ੍ਹਾਂ ਨੂੰ ਨਾਸ਼ ਕੀਤਾ ਲੋੜੀਦਾ ਸੀ, ਸੋ ਗਿਲਗਾਲ ਦੇ ਵਿੱਚ ਯਹੋਵਾ ਤੇਰੇ ਪਰਮੇਸ਼ਵਰ ਦੇ ਅੱਗੇ ਭੇਡ ਚੜਾਉਣ ਲਈ ਦੇਖੋ ਲੈ ਆਇਆ। ਪਰਮੇਸ਼ਵਰ ਦੇ ਦਾਸ ਨੇ ਬੜਾ ਜ਼ੋਰ ਲਗਾਇਆ ਉਸ ਨੂੰ ਦੱਸਣ ਦੇ ਲਈ, ਉਹ ਭਰਾਵਾ ਤੂੰ ਗਲਤੀ ਕਰਕੇ ਆਇਆਗਾ, ਤੂੰ ਗੁਨਾਹ ਕਰ ਬੈਠਾਂਗਾ, ਤੂੰ ਮੰਨ ਲੈ। ਲੇਕਿਨ ਉਹ ਮੰਨਦਾ ਨਹੀਂ ਪਿਆ। ਨਹੀਂ ਮੈਂ ਤਾਂ ਬਲੀ ਨਹੀਂ ਲੈ ਕੇ ਆਇਆਗਾ, ਮੇਰੇ ਲੋਕ ਬਲੀ ਦੇਣਗੇ ਪਰਮੇਸ਼ਵਰ ਦੇ ਅੱਗੇ, ਤੇਰੇ ਪਰਮੇਸ਼ਵਰ ਦੇ ਬਲੀ ਦੇਣਗੇ, ਪਰਮੇਸ਼ਵਰ ਖੁਸ਼ ਹੋਏਗਾ। ਕਿੰਨੀ ਵਾਰ ਪਰਮੇਸ਼ਵਰ ਦੇ ਦਾਸ ਨੇ ਕਿਹਾ ਉਹਨਾਂ ਨੂੰ, ਕਿੰਨੀ ਵਾਰ ਪਰਮੇਸ਼ਵਰ ਦੇ ਦਾਸ ਨੇ ਸਮਝਾਈ ਉਹਨੂੰ ਗੱਲ, ਲੇਕਿਨ ਉਹ ਸੁਣਨਾ ਹੀ ਨਹੀਂ ਚਾਹੁੰਦਾ। ਇੱਕ ਹੀ ਗੱਲ ਫੜ ਲਈ, ਨਹੀਂ ਮੈਂ ਤਾਂ ਬਲੀ ਦੇਣੀ ਸੀਗੀ। ਮੇਰੇ ਲੋਕਾਂ ਨੇ ਕੀ ਸੋਚਿਆ ਵੀ ਅਸੀਂ ਇਹਨੂੰ ਬਲੀ ਦੇਵਾਂਗੇ, ਚੰਗੀਆਂ ਭੇਡਾਂ ਨੇ, ਚੰਗੇ ਬਲਦ ਨੇ, ਪਰਮੇਸ਼ਵਰ ਖੁਸ਼ ਹੋ ਜਾਊਗਾ, ਅਸੀਂ ਕੀ ਕਰਾਂਗੇ ਇਹ ਪਰਮੇਸ਼ਵਰ ਦੇ ਕੰਮ ਦੇ ਵਿੱਚ ਇਸਤੇਮਾਲ ਕਰਾਂਗੇ। ਉਸ ਤੋਂ ਬਾਅਦ ਪਰਮੇਸ਼ਵਰ ਦੇ ਦਾਸ ਨੇ ਕਿਹਾ ਕੀ ਪਰਮੇਸ਼ਵਰ ਬਲੀ ਤੋਂ ਖੁਸ਼ ਹੈ? ਕੀ ਪਰਮੇਸ਼ਵਰ ਤੁਹਾਡੇ ਇਹੋ ਜਿਹੇ ਕੰਮਾਂ ਤੋਂ ਖੁਸ਼ ਹੈ? ਤਾਂ ਉਸ ਤੋਂ ਬਾਅਦ ਕੀ ਹੋਇਆ? ਇੱਕ ਵਚਨ ਪੜੋ ਮੇਰੇ ਨਾਲ, ਇਹਦਾ 25 ਵਚਨ ਪੜੋ। ਸੋ ਹੁਣ ਦਇਆ ਕਰਕੇ ਮੇਰਾ ਪਾਪ ਖਿਮਾ ਕਰ ਅਤੇ ਮੇਰੇ ਨਾਲ ਮੁੜ ਚੱਲ ਜੋ ਮੈਂ ਯਹੋਵਾ ਦੇ ਅੱਗੇ ਮੱਥਾ ਟੇਕਾਂ। ਹਾਲੇਲੂਇਆ। ਹੁਣ ਦੇਖੋ ਜੋ ਸਾਊਲ ਹੈ ਇੰਨੀਆਂ ਗੱਲਾਂ ਕਰਨ ਤੋਂ ਬਾਅਦ, ਇੰਨੀਆਂ ਗੱਲਾਂ ਸਿੱਖਣ ਤੋਂ ਬਾਅਦ, ਇੰਨਾ ਕੁਝ ਕਰਨ ਤੋਂ ਬਾਅਦ ਕੀ ਕਹਿੰਦਾਗਾ? ਮੇਰੇ ਤੇ ਦਇਆ ਕਰ। ਮੈਂ ਕੀ ਕੀਤਾਗਾ? ਮੈਂ ਪਰਮੇਸ਼ਵਰ ਦਾ ਪਾਪ ਕੀਤਾਗਾ। ਹੁਣ ਮੇਰੇ ਨਾਲ ਚੱਲ ਕਿ ਮੈਂ ਪਰਮੇਸ਼ਵਰ ਨੂੰ ਜਾ ਕੇ ਮੱਥਾ ਟੇਕਾਂ। ਇਹਦੇ ਵਿੱਚ ਵੀ ਦੀ ਹੁਸ਼ਿਆਰੀ ਹੈ, ਇੱਕ ਇਹਦੇ ਵਿੱਚ ਵੀ ਕਦੀ ਬਹੁਤ ਵੱਡੀ ਚਲਾਕੀ ਹੈ। ਕਿਹੜੀ? ਅੱਗੇ ਪੜੋ ਮੇਰੇ ਨਾਲ ਵਚਨ। ਤਾਂ ਸਮੂਏਲ ਨੇ ਸਾਊਲ ਨੂੰ ਆਖਿਆ ਮੈਂ ਤੇਰੇ ਨਾਲ ਨਹੀਂ ਜਾਂਦਾ, ਕਿਉਂ ਜੋ ਤੈਂ ਯਹੋਵਾ ਦੇ ਵਚਨ ਨੂੰ ਰੱਦਿਆ ਅਤੇ ਯਹੋਵਾ ਨੇ ਇਸਰਾਇਲ ਉੱਤੇ ਪਾਤਸ਼ਾਹ ਰਹਿਣ ਤੋਂ ਤੈਨੂੰ ਰੱਦਿਆ ਹੈ। ਦੇਖੋ ਕੀ ਕਿਹਾ ਕਿ ਮੈਂ ਤੇਰੇ ਨਾਲ ਨਹੀਂ ਜਾਣਾ। ਤੂੰ ਪਰਮੇਸ਼ਰ ਦੇ ਵਚਨ ਨੂੰ ਮੰਨਦਾ ਹੀ ਨਹੀਂ, ਤੂੰ ਪਰਮੇਸ਼ਰ ਦੇ ਵਚਨ ਦੇ ਨਾਲ ਇੱਕ ਹੀ ਨਹੀਂ ਹੁੰਦਾ, ਤੂੰ ਪਰਮੇਸ਼ਰ ਦੇ ਵਚਨ ਦੇ ਉੱਪਰ ਵਿਸ਼ਵਾਸ ਹੀ ਨਹੀਂ ਕਰਦਾ, ਤੇ ਮੈਂ ਤੇਰੇ ਨਾਲ ਜਾਣਾ ਹੀ ਨਹੀਂ ਹੈ, ਮੈਂ ਨਹੀਂ ਤੇਰੇ ਨਾਲ ਜਾਣਾ। ਫਿਰ ਜਦੋਂ ਸਮੂਏਲ ਵਿਦਿਆ ਹੋਣ ਨੂੰ ਮੁੜਿਆ ਤਾਂ ਉਹਨੇ ਉਸ ਦੀ ਚੱਦਰ ਦਾ ਪੱਲਾ ਫੜ ਲਿਆ ਅਤੇ ਉਹ ਪਾਟ ਗਿਆ। ਤਾਂ ਸਮੂਏਲ ਨੇ ਉਹਨੂੰ ਆਖਿਆ ਯਹੋਵਾ ਨੇ ਤੇਰਾ ਰਾਜ ਜੋ ਤੂੰ ਇਸਰਾਇਲ ਉੱਤੇ ਕਰਦਾ ਸੈਂ ਅੱਜ ਤੇਰੇ ਨਾਲੋਂ ਪਾੜ ਲਿਆ ਹੈ ਅਤੇ ਤੇਰੇ ਇੱਕ ਗਵਾਂਢੀ ਨੂੰ ਦੇ ਦਿੱਤਾ ਜੋ ਤੇਥੋਂ ਚੰਗਾ ਹੈ। ਹਾਂ ਦੇਖੋ ਪਰਮੇਸ਼ਰ ਨੇ ਕੀ ਕਿਹਾ, ਹੁਣ ਤੂੰ ਰਾਜਾ ਨਹੀਂ ਰਹੇਂਗਾ। ਜਿਹੜਾ ਤੇਰਾ ਰਾਜ ਭਾਗ ਸੀਗਾ ਉਹ ਤਾਂ ਤੇਰੇ ਗਵਾਂਢੀ ਮਤਲਬ ਦਾਊਦ ਨੂੰ ਦੇ ਦਿੱਤਾਗਾ, ਹੁਣ ਤੂੰ ਰਾਜਾ ਨਹੀਂ ਹੈ। ਲੇਕਿਨ ਫਿਰ ਵੀ ਦੇਖੋ ਉਸ ਨੂੰ ਕੀ ਹੈ, ਆਪਣੀ ਗਲਤੀ ਦਿਖਦੀ ਨਹੀਂ ਪਈ ਕਿ ਮੇਰੇ ਤੋਂ ਕਿੰਨੀ ਵੱਡੀ ਗਲਤੀ ਹੋ ਗਈ। ਲੇਕਿਨ ਉਹ ਕੀ ਸੋਚਦਾ ਪਿਆ? 30 ਵਚਨ ਪੜੋ। ਤਦ ਉਹਨੇ ਆਖਿਆ ਮੈਂ ਪਾਪ ਕੀਤਾ, ਪਰ ਮੇਰੇ ਲੋਕਾਂ ਦੇ ਬਜ਼ੁਰਗਾਂ ਅਤੇ ਇਸਰਾਇਲ ਦੇ ਅੱਗੇ ਮੇਰਾ ਆਦਰ ਕਰ। ਹਾਲੇਲੂਇਆ ਹਾਲੇਲੂਇਆ। ਸਾਰੇ ਬੋਲੋ ਹਾਲੇਲੂਇਆ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ, ਬਹੁਤ ਹੀ ਧਿਆਨ ਦੇ ਨਾਲ ਸੁਣਿਓ। ਇਹ ਰਾਜਾ ਹੈਗਾ, ਇਜ਼ਰਾਈਲ ਪ੍ਰਜਾ ਦੇ ਉੱਪਰ ਰਾਜ ਕਰਨ ਵਾਲਾ ਹੈਗਾ। ਗਲਤੀ ਹੋ ਗਈ, ਪਰਮੇਸ਼ਵਰ ਨੇ ਆਪਣੇ ਦਾਸ ਨੇ ਕਹਿ ਦਿੱਤਾ ਵੀ ਤੂੰ ਹੁਣ ਕੀ ਹੈ, ਤੇਰਾ ਕੁਝ ਨਹੀਂ ਬਣਨੇ ਵਾਲਾ,
ਹੁਣ ਤੂੰ ਰੱਦ ਹੋ ਚੁੱਕਿਆਗਾ। ਤਾਂ ਇਸਨੇ ਕੀ ਕਿਹਾਗਾ? 30 ਨੂੰ ਪੜੋ ਇੱਕ ਵਾਰ ਫਿਰ ਸ਼ਾਂਤੀ ਨਾਲ ਪੜਿਓ। ਤਦ ਉਹਨੇ ਆਖਿਆ ਹਾਂ ਮੈਂ ਪਾਪ ਕੀਤਾ। ਹੁਣ ਦੇਖੋ, ਮੈਂ ਪਾਪ ਕੀਤਾਗਾ, ਕੌਣ ਕਹਿੰਦਾਗਾ? ਹਾਲੇਲੂਇਆ। ਸਾਰੇ ਜਾਗ ਰਹੇ ਹੋ? ਕੀ ਕਹਿੰਦਾਗਾ? ਮੈਂ ਪਾਪ ਕੀਤਾਗਾ। ਫਿਰ ਪਰ ਮੈਂ ਲੋਕਾਂ ਦੇ ਬਜ਼ੁਰਗਾਂ ਅਤੇ ਇਸਰਾਇਲ ਦੇ ਅੱਗੇ ਮੇਰਾ ਆਦਰ ਕਰ। ਕੀ ਕਰ? ਮੇਰਾ ਆਦਰ ਕਰ। ਕਿਹਦੇ ਅੱਗੇ? ਲੋਕਾਂ ਦੇ ਵਿੱਚ, ਬਜ਼ੁਰਗਾਂ ਦੇ ਵਿੱਚ, ਔਰ ਪੂਰੇ ਇਸਰਾਇਲ ਦੇ ਵਿੱਚ ਮੇਰਾ ਆਦਰ ਕਰ। ਮੇਰਾ ਆਦਰ ਕਿਵੇਂ ਹੋਊਗਾ? ਕਿ ਜੇ ਤੂੰ ਮੇਰੇ ਨਾਲ ਚੱਲੇਗਾ, ਜੇ ਤੂੰ ਮੇਰੇ ਨਾਲ ਚੱਲੇਗਾ। ਗਲਤੀ ਤਾਂ ਕਰ ਲਈ, ਗਲਤੀ ਮੰਨੀ ਥੋੜੀ। ਕੀ ਕਰ ਰਿਹਾਗਾ? ਹੁਸ਼ਿਆਰੀ ਕਰ ਰਿਹਾਗਾ। ਕੀ ਕਰ ਰਿਹਾਗਾ? ਚਲਾਕੀ ਕਰ ਰਿਹਾਗਾ। ਗਲਤੀ ਨਹੀਂ ਮੰਨਦਾ ਪਿਆ, ਔਰ ਗਲਤੀ ਮੰਨ ਕੇ ਛੱਡਣਾ ਵੀ ਨਹੀਂ ਚਾਹੁੰਦਾ। ਲੇਕਿਨ ਫਿਕਰ ਕਰਦਾਗਾ ਕਿ ਲੋਕ ਮੈਨੂੰ ਕੀ ਕਹਿਣਗੇ। ਉਹ ਤੇਰੇ ਨਾਲ ਸੈਮੂਅਲ ਨਹੀਂ ਆਇਆ, ਤੂੰ ਪਰਮੇਸ਼ਰ ਦੇ ਭਵਨ ਵਿੱਚ ਆਇਆਗਾ, ਤੇਰੇ ਨਾਲ ਸੈਮੂਅਲ ਨਹੀਂ ਆਇਆ। ਲੋਕ ਮੈਨੂੰ ਸਵਾਲ ਕਰਨਗੇ, ਲੇਕਿਨ ਕਹਿੰਦਾ ਕੀ ਹੈ ਕਿ ਮੇਰੇ ਤੋਂ ਪਾਪ ਹੋ ਗਿਆ। ਲੇਕਿਨ ਭਰਾਵਾ ਮੇਰੇ ਨਾਲ ਚੱਲ ਯਾਰ, ਮੇਰੀ ਇੱਜ਼ਤ ਬਣੀ ਰਹੂਗੀ ਇਸਰਾਇਲ ਦੇ ਵਿੱਚ, ਸਾਰੇ ਇਸਰਾਇਲ ਦੇ ਵਿੱਚ ਮੈਂ ਤਾਂ ਰਾਜਾਂਗਾ। ਲੋਕ ਮੈਨੂੰ ਸਵਾਲ ਕਰਨਗੇ। ਫਿਰ ਤਦ ਮੈਂ ਕੀ ਕਹਾਂਗਾ ਉਹਨਾਂ ਨੂੰ? ਸਾਰੇ ਇਸਰਾਇਲ ਦੇ ਲੋਕਾਂ ਵਿੱਚ, ਬਜ਼ੁਰਗਾਂ ਦੇ ਵਿੱਚ, ਤੇ ਜਿਹੜੇ ਉੱਥੇ ਹੋਰ ਲੋਕ ਨੇ, ਕੀ ਕਰ? ਮੇਰਾ ਉਹਨਾਂ ਦੇ ਅੱਗੇ ਆਦਰ ਕਰ, ਮੇਰਾ ਆਦਰ ਕਰ। ਦੇਖੋ ਆਪਣੀ ਗਲਤੀ ਵੀ ਨਹੀਂ ਪਈ, ਮੇਰੇ ਤੋਂ ਗਲਤੀ ਹੋ ਚੁੱਕੀ ਹੈ, ਵੀ ਮੈਂ ਮਾਫੀ ਮੰਗ ਲਵਾਂ, ਇਹਦੀ ਨਹੀਂ ਪਈ ਉਹਨੂੰ ਕੀ ਹੈ? ਮੇਰੀ ਸ਼ਾਨੋ ਸ਼ੌਕਤ, ਮੇਰਾ ਰੁਤਬਾ, ਮੇਰਾ ਮਾਨ ਸਨਮਾਨ। ਭਰਾਵਾ ਮੇਰੇ ਨਾਲ ਚੱਲ ਤੂੰ। ਅੱਜ ਵੀ ਇਨਸਾਨ ਇਹੀ ਕੰਮ ਕਰਦਾ ਹੈਗਾ। ਅੱਜ ਦੇਖੋ ਇਨਸਾਨ ਗੜਬੜੀ ਕਰ ਰਿਹਾ ਹੈਗਾ, ਮਸਜਿਦ ਵਿੱਚ ਚੱਲਦਾ ਚੱਲਦਾ ਗੜਬੜੀ ਕਰ ਰਿਹਾ ਹੈਗਾ, ਲੇਕਿਨ ਇਨਸਾਨ ਬੰਦਗੀ ਛੱਡ ਰਿਹਾ ਹੈਗਾ। ਸਮੇਂ ਸਿਰ ਹੀ ਆਉਂਦਾ ਬੰਦਗੀ ਦੇ ਵਿੱਚ ਵੀ। ਪ੍ਰਭੂ ਕੋ ਛੱਡਦਾ ਹੈਗਾ? ਨਹੀਂ ਛੱਡਦਾ। ਝੂਠ ਬੋਲਣਾ ਛੱਡਦਾ ਹੈਗਾ? ਨਹੀਂ ਛੱਡਦਾ। ਲੜਾਈ ਝਗੜੇ ਛੱਡਦਾ ਹੈਗਾ? ਨਹੀਂ ਛੱਡਦਾ। ਬੰਦਗੀ ਵਿੱਚ ਵੀ ਆਉਂਦਾ ਹੈਗਾ, ਪ੍ਰਾਰਥਨਾ ਵੀ ਕਰਦਾ ਹੈਗਾ, ਬਾਈਬਲ ਵੀ ਪੜ੍ਹਦਾ ਹੈਗਾ। ਕਿਉਂ? ਅਗਰ ਮੈਂ ਬੰਦਗੀ ਵਿੱਚ ਨਾ ਆ ਗਿਆ, ਲੋਕ ਮੈਨੂੰ ਪੁੱਛਣਗੇ। ਪਹਿਲਾਂ ਤਾਂ ਬੜਾ ਹਾਲੇਲੂਇਆ ਹਾਲੇਲੂਇਆ ਕਰਦਾ ਸੀਗਾ, ਹੁਣ ਕੀ ਹੋ ਗਿਆ? ਹਵਾ ਨਿਕਲ ਗਈ। ਪਹਿਲਾਂ ਤਾਂ ਬੜਾ ਟਾਈਮ ਲੱਗ ਜਾਂਦਾ ਸੀ ਬੰਦਗੀ 'ਚ, ਹੁਣ ਨਹੀਂ ਜਾ ਰਿਹਾ। ਪਹਿਲਾਂ ਤਾਂ ਸਾਰੇ ਵਿਆਹ ਸ਼ਾਦੀ ਛੱਡ ਦਿੱਤੇ ਸੀਗੇ, ਹੁਣ ਕੀ ਹੋ ਗਿਆ? ਹੁਣ ਕਿਉਂ ਨਹੀਂ ਜਾਂਦਾ? ਮਤਲਬ ਅੱਜ ਇਨਸਾਨ ਆਪਣੀ ਗਲਤੀ ਨੂੰ ਨਹੀਂ ਛੱਡਣਾ ਚਾਹੁੰਦਾ, ਲੇਕਿਨ ਚਤਰ ਚਲਾਕੀ, ਹੁਸ਼ਿਆਰੀ ਉਸ ਨੂੰ ਕਾਇਮ ਬਣਾ ਕੇ ਰੱਖਿਆ ਹੋਏਗਾ। ਅੱਜ ਬੜੇ ਲੋਕ ਸੰਗਤੀ ਵਿੱਚ ਇਸ ਤਰ੍ਹਾਂ ਹੀ ਆਉਂਦੇ ਨੇ। ਕਿਹੜਾ ਇਨਸਾਨ ਪਰਮੇਸ਼ਰ ਦੇ ਵਚਨ ਦੇ ਲਈ ਆ ਰਿਹਾ ਹੈਗਾ? ਬਹੁਤ ਘੱਟ ਲੋਕ ਨੇ ਪਰਮੇਸ਼ਰ ਦੇ ਵਚਨ ਦੇ ਲਈ ਆਉਂਦੇ ਨੇ। ਉਹਦਾ ਚਤਰ ਚਲਾਕੀ ਕਰਦੇ ਨੇ ਇੱਥੇ ਆ ਕੇ, ਹੁਸ਼ਿਆਰੀ ਕਰਦੇ ਨੇ ਇੱਥੇ ਆ ਕੇ। ਕਿਉਂ? ਕੱਲ ਨੂੰ ਮੇਰੇ ਕੋਲ ਪੁੱਛ ਨਾ ਲਵੇ, ਜਾਂ ਫਿਰ ਕੱਲ ਨੂੰ ਅਗਰ ਘਰ ਦੇ ਵਿੱਚ ਬਿਪਤਾ ਪੈ ਗਈ ਤਾਂ ਫਿਰ ਪਾਸਟਰ ਜੱਸਾ ਜੀ ਨੂੰ ਬੁਲਾਉਣਾ ਪਊਗਾ, ਜਾਂ ਭਾਈ ਅਮਰੀਕ ਨੂੰ ਬੁਲਾਉਣਾ ਪਊਗਾ। ਤਾਂ ਫਿਰ ਕੀ ਕਹਾਂਗੇ ਉਹਨਾਂ ਨੂੰ? ਉਹਨਾਂ ਨੇ ਅਗਰ ਸਾਨੂੰ ਸੁਣਾ ਦਿੰਦੀਆਂ ਨੇ ਬੰਦਗੀ 'ਚ ਨਹੀਂ ਆਉਂਦੇ ਭਾਈ, ਬਾਈਬਲ ਨਹੀਂ ਪੜ੍ਹਦੇ। ਇਸ ਕਰਕੇ ਕੋਈ ਗੜਬੜੀ ਨਾ ਹੋਵੇ। ਅਗਰ ਗੜਬੜੀ ਹੋਵੇ ਤਾਂ ਨਾਲ ਦੇ ਨਾਲ ਫੋਨ ਕਰਾਂਗੇ, ਅਸੀਂ ਤੁਹਾਡੇ ਲਵੇ ਹੁੰਦੇ ਨਾ ਬੰਦਗੀ 'ਚ, ਆਓ ਸਾਡੀ ਸਮੱਸਿਆ ਦਾ ਹੱਲ ਕਰੋ। ਇਹ ਚਤਰ ਚਲਾਕੀ ਕਲੀਸਿਆ ਵਿੱਚ ਹੈ ਜਾਂ ਨਹੀਂ ਹੈ? ਹਾਲੇਲੂਇਆ। ਇਹ ਚਤਰ ਚਲਾਕੀ ਹੈ ਜਾਂ ਨਹੀਂ ਹੈ? ਬੋਲੋ ਤਾਂ ਸਹੀ, ਹੈਗੀ ਨਾ? ਪਰਮੇਸ਼ਰ ਕਦੇ ਵੀ ਗਲਤ ਨਹੀਂ ਬੋਲਦੇ। ਇਹ ਹੈ ਕਲੀਸਿਆ ਦੇ ਵਿੱਚ। ਬੜੇ ਲੋਕ ਪ੍ਰਭੂ ਕੋ ਡਰ ਦੀ ਵਜ੍ਹਾ ਨਾਲ ਲੈਂਦੇ ਨੇ ਇੱਥੇ। ਬੜੇ ਲੋਕ ਅੱਜ ਇਸ ਜਗ੍ਹਾ ਬੈਠੇ ਨੇ ਨਾ ਬੰਦਗੀ ਦੇ ਵਿੱਚ, ਉਹਦਾ ਇੱਕ ਕਾਰਨ ਹੈ ਕਿ ਕੱਲ ਨੂੰ ਅਗਰ ਘਰ ਦੇ ਵਿੱਚ ਕੋਈ ਬਿਪਤਾ ਪੈ ਗਈ, ਕੱਲ ਨੂੰ ਘਰ ਦੇ ਵਿੱਚ ਕੋਈ ਸਮੱਸਿਆ ਆ ਗਈ, ਅਸੀਂ ਬੁਲਾਉਣ ਜੋਗੇ ਹੈਗੇ ਸੇਵਕ ਨੂੰ, ਅਸੀਂ ਪਾਸਟਰਾਂ ਨੂੰ ਬੁਲਾਉਣ ਜੋਗੇ ਹੈਗੇ, ਜਦ ਕਿ ਪਤਾਗਾ ਉਹਨਾਂ ਨੂੰ ਕਿ ਅਸੀਂ ਕੀ ਕਰ ਰਹੇ ਹਾਂ ਔਰ ਸਾਨੂੰ ਕੀ ਕਰਨਾ ਚਾਹੀਦਾ ਹੈਗਾ। ਪਤਾ ਜਾਂ ਨਹੀਂ ਪਤਾ? ਕਰਦੇ ਨਾ ਪੁੱਠੇ ਸਿੱਧੇ ਕੰਮ, ਕਰਦੇ ਨਾ ਗੜਬੜੀ, ਹੁੰਦੀ ਹੈ ਨਾ ਗੜਬੜੀ। ਔਰ ਮੈਂ ਸਪਸ਼ਟ ਕਹਿਣਾਗਾ, ਬਿਪਤਾ ਵਿੱਚ ਪੈਣ ਵਾਲੇ ਹਾਂ, ਫਿਰ ਕੋਈ ਕੱਢਣੇ ਵਾਲਾ ਵੀ ਨਹੀਂ ਹੈ। ਕੌਣ ਹੈ ਜੱਸਾ? ਕੌਣ ਅਮਰੀਕ? ਅਸੀਂ ਕੱਢ ਸਕਦੇ ਹਾਂ? ਜਦੋਂ ਪਰਮੇਸ਼ਵਰ ਦਾ ਵਚਨ ਇੱਕ ਸ਼ੀਸ਼ੇ ਦੇ ਸਮਾਨ ਤੁਹਾਨੂੰ ਦਿਖਾਈ ਦਿੰਦਾਗਾ, ਸ਼ੀਸ਼ੇ ਨਾਲ ਤੁਸੀਂ ਪ੍ਰੇਮ ਨਹੀਂ ਕਰਦੇ, ਸ਼ੀਸ਼ੇ ਨਾਲ ਤੁਸੀਂ ਵੈਰ ਕਰਦੇ ਹੋ, ਤੇ ਪਰਮੇਸ਼ਵਰ ਦਾਸ ਨੂੰ ਤੁਸੀਂ ਮਤਲਬ ਬੜਾ ਪਿਆਰ ਕਰਦੇ ਹੋ। ਕਾਹਦੇ ਲਈ? ਆਪਣਾ ਮਤਲਬ ਕੱਢਣ ਦੇ ਲਈ। ਇਸ ਇਨਸਾਨ ਨੇ ਕੀ ਕੀਤਾ? ਆਪਣੇ ਸੌਲ ਰਾਜੇ ਨੇ ਇਸ ਨੂੰ ਆਪਣੀ ਨਹੀਂ ਪਈ ਕਿ ਪਰਮੇਸ਼ਵਰ ਨੇ ਮੇਰੇ ਤੋਂ ਰਾਜ ਭਾਗ ਲੈ ਲਿਆਗਾ, ਇਹ ਰਾਜਾ ਦਾ ਫਿਰ ਬਣਿਆ ਰਹੇਗਾ। ਲੇਕਿਨ ਕਹਿੰਦਾ ਕੀ, ਇੱਕ ਵਾਰ ਫਿਰ ਪੜੋ ਮੇਰੇ ਨਾਲ 30 ਵਚਨ। ਤਦ ਉਹਨੇ ਆਖਿਆ ਮੈਂ ਪਾਪ ਕੀਤਾ। ਦੇਖੋ, ਮੈਂ ਪਾਪ ਕੀਤਾਗਾ, ਮਸਕਾ ਲਾ ਰਿਹਾ ਹੁਣ ਪਰਮੇਸ਼ਰ ਦੇ ਦਾਸ ਨੂੰ।
ਭਰਾਵਾ ਗਲਤੀ ਹੋ ਗਈ, ਮੈਨੂੰ ਯਾਰ ਮਾਫ ਕਰ ਦੇ। ਫਿਰ ਕੀ ਹੈ? ਪਰ ਮੇਰੇ ਲੋਕਾਂ ਦੇ ਬਜ਼ੁਰਗਾਂ ਦੇਖ, ਮੇਰੇ ਲੋਕਾਂ ਦੇ ਬਜ਼ੁਰਗਾਂ ਦੇ ਵਿੱਚ ਅਤੇ ਇਸਰਾਇਲ ਦੇ ਅੱਗੇ ਮੇਰਾ ਆਦਰ ਕਰ। ਪੂਰੇ ਇਸਰਾਇਲ ਦੇ ਵਿੱਚ ਮੇਰਾ ਆਦਰ ਕਰ। ਕਿਹੜੀ ਗੱਲ ਦੇ ਵਿੱਚ ਆਦਰ ਕਰ? ਮੇਰੇ ਨਾਲ ਚੱਲਣਾ। ਫਿਰ ਅੱਗੇ ਅਤੇ ਮੇਰੇ ਨਾਲ ਮੁੜ ਚੱਲ, ਜੋ ਮੈਂ ਯਹੋਵਾ ਤੇਰੇ ਪਰਮੇਸ਼ਵਰ ਦੇ ਅੱਗੇ ਮੱਥਾ ਟੇਕਾਂ। ਦੇਖੋ, ਮੈਂ ਤੇਰੇ ਪਰਮੇਸ਼ਰ ਨੂੰ ਮੱਥਾ ਟੇਕਾਂ, ਤੇਰੇ ਪਰਮੇਸ਼ਰ ਨੂੰ ਮੱਥਾ ਟੇਕਾਂ। ਹੁਣ ਮੇਰੇ ਪਰਮੇਸ਼ਰ ਨਹੀਂ ਰਹਿ ਗਿਆ, ਕਿਹਦਾ ਪਰਮੇਸ਼ਰ ਰਹਿ ਗਿਆ? ਤੇਰਾ ਪਰਮੇਸ਼ਰ। ਤੇਰੇ ਪਰਮੇਸ਼ਰ ਨੂੰ ਮੱਥਾ ਟੇਕਾਂ। ਪਤਾ ਚੱਲ ਗਿਆ ਉਹਨੂੰ ਕਿ ਗੜਬੜੀ ਤਾਂ ਹੈ, ਲੇਕਿਨ ਗੜਬੜੀ ਨੂੰ ਮੰਨ ਕੇ ਛੱਡਣਾ ਨਹੀਂ ਚਾਹੁੰਦਾ। ਅਗਰ ਛੱਡਣਾ ਨਹੀਂ ਚਾਹੁੰਦਾ ਤਾਂ ਰਹਿਮ ਕਿੱਥੋਂ ਹੋਊ ਉਹਦੇ ਉੱਪਰ? ਹਾਲੇਲੂਇਆ, ਹਾਲੇਲੂਇਆ। ਰਹਿਮ ਕਿੱਥੋਂ ਹੋਊਗਾ? ਕਰਦਾ ਕੀ ਹੈ? ਚਲਾਕੀ। ਕੀ ਕਰਦਾ ਗਾ ਉਹ? ਚੁਸਤ ਚਲਾਕੀ ਕਰਦਾ ਗਾ। ਗਲਤੀ ਹੋ ਗਈ, ਲੇਕਿਨ ਸੱਜਣਾ ਚਲਾਕੀ ਕਰਦਾ ਹੈ। ਫਿਰ ਦੇਖੋ, ਇਹ ਰਾਜਾ ਚਾਹੇ ਰਾਜਾ ਰਿਹਾ, ਲੇਕਿਨ ਜੀਵਨ ਦੇ ਵਿੱਚ ਸ਼ਾਂਤੀ ਨਹੀਂ। ਔਰ ਇਹਦਾ ਐਂਡ ਕਿਵੇਂ ਕੀ ਹੋਇਆ ਸੀਗਾ? ਕੋਈ ਦੱਸ ਸਕਦਾ ਗਾ? ਆਤਮ ਹੱਤਿਆ ਕੀਤੀ ਇਸਨੇ। ਕੀ ਕੀਤੀ ਇਸਨੇ? ਆਤਮ ਹੱਤਿਆ ਕਰਨੀ ਪਈ। ਤੇ ਅੱਜ ਵੀ ਇਮਾਨਦਾਰੀ ਦੇ ਨਾਲ ਜਿਹੜੇ ਪ੍ਰਭੂ ਭੋਲੇ ਲੈਂਦੇ ਹੋ, ਜਿਹੜੇ ਬਾਈਬਲ ਪੜ੍ਹਦੇ ਹੋ, ਜਿਹੜੇ ਸੰਗਤੀ ਕਰਦੇ ਹੋ, ਬੜੇ ਲੋਕਾਂ ਦਾ ਇਹੀ ਮਕਸਦ ਇੱਥੇ ਆਉਣ ਦਾ। ਪਤਾ ਗਾ, ਸੰਗਤੀ ਛੱਡ ਨਹੀਂ ਸਕਦੇ, ਦੂਜੇ ਦੇਵੀ ਦੇਵਤੇ ਲਈ ਜਾ ਨਹੀਂ ਸਕਦੇ। ਅਗਰ ਵਗ ਗਏ ਤਾਂ ਬਾਬਾ ਇੱਕ ਚੌਂਕੀ ਦੇ 5000 6000 ਲੈਂਦਾ ਹੈਗਾ, ਤੇ ਪਰਮੇਸ਼ਰ ਦਾਸ ਨੂੰ ਘਰੇ ਬੁਲਾਓ, ਚਾਹ ਦੇ ਕੱਪ ਨਾਲ ਹੀ ਮੰਨ ਜਾਂਦਾ ਹੈਗਾ। ਡਾਕਟਰ ਲਵੇ ਚਲੇ ਗਏ, ਡਾਕਟਰ ਦਾ ਕੀ ਪਤਾ ਸਰੀਰ ਦਾ ਕੀ ਕਰ ਦੇਵੇ, ਚੀੜ ਫਾੜ ਕਰ ਦੇਵੇ। ਲੇਕਿਨ ਪਰਮੇਸ਼ਰ ਦਾਸ ਨਾਲ ਬਣੇ ਰਹੀਏ, ਜੁੜੇ ਰਹੀਏ। ਇਸ ਲਈ ਕੀ ਹੈ, ਸੰਗਤੀ ਵਿੱਚ ਜਾਂਦੇ ਰਹੋ। ਉੱਥੇ ਕੀ ਹੋਣ ਵਾਲਾ? ਕੁਛ ਵੀ ਤਾਂ ਨਹੀਂ। ਸੁਣਦੇ ਆ, ਵਚਨ ਸੁਣ ਕੇ ਆ ਜਾਂਦੇ ਆ, ਬਾਅਦ ਵਿੱਚ ਭੁੱਲ ਜਾਂਦੇ ਆ, ਤਾਂ ਕੋਈ ਵੀ ਸਾਨੂੰ ਕਹਿਣ ਵਾਲਾ ਸੁਣਨ ਵਾਲਾ ਹੀ ਨਹੀਂ ਹੈ। ਇਨਸਾਨ ਜ਼ਿਆਦਾਤਰ ਇਦਾਂ ਕਰਦਾ ਹੈਗਾ। ਕਰਦਾ ਇਨਸਾਨ ਚਲਾਕੀ ਜਾਂ ਨਹੀਂ ਕਰਦਾ? ਉਹ ਸਾਰੇ ਭੋਲੇ ਨੇ ਦੇਖਣ ਨੂੰ, ਤਾਂ ਸਾਰੇ ਭੋਲੇ ਭਾਲੇ ਨੇ, ਲੇਕਿਨ ਸਹੀ ਦੇ ਵਿੱਚ ਇਨਸਾਨ ਕੀ ਹੈ? ਪਰਮੇਸ਼ਰ ਦੇ ਵਚਨ ਦੇ ਖਿਲਾਫ ਉਹ ਜੀਵਨ ਜੀਂਦਾ ਹੈਗਾ। ਇਨਸਾਨ ਕੀ ਹੈ? ਪਰਮੇਸ਼ਰ ਦੇ ਵਚਨ ਦੇ ਅਨੁਸਾਰ ਆਪਣੇ ਆਪ ਨੂੰ ਢਾਲਦਾ ਨਹੀਂ ਹੈ। ਉਹ ਕੀ ਕਰਦਾ ਹੈਗਾ? ਉਹ ਤਾਂ ਚਲਾਕੀ ਕਰਦਾ ਹੈਗਾ, ਉਹ ਤਾਂ ਚੁਸਤੀ ਕਰਦਾ ਹੈਗਾ ਵੀ ਸ਼ਾਇਦ ਪਰਮੇਸ਼ਰ ਦੇ ਦਾਸ ਨੂੰ ਪਤਾ ਨਹੀਂ। ਇੱਕ ਵਚਨ ਪੜੋ ਮੇਰੇ ਨਾਲ, ਦੂਜਾ ਰਾਜਾ ਉਹਦਾ 5 ਦੇ ਆਏ। ਆਪਾਂ ਨੇ ਇਹ ਵਚਨ ਕਈ ਵਾਰ ਸੁਣਿਆਗਾ, ਗੱਲ ਧਿਆਨ ਨਾਲ ਸੁਣਿਆ। ਇੱਥੇ ਇੱਕ ਨਾਮਾਨ ਕੋੜੀ ਸੀਗਾ, ਜੋ ਆਰਾਮ ਦਾ ਰਾਜਾ ਸੀਗਾ, ਉਹਦਾ ਸੈਨਾਪਤੀ ਸੀਗਾ। ਅਰੇ ਬਹੁਤ ਹੀ ਸੂਰਮਾ ਸੀਗਾ, ਬਹੁਤ ਲੜਾਈਆਂ ਲੜੀਆਂ ਸੀਗੀਆਂ ਔਰ ਬਹੁਤ ਜਿੱਤਾਂ ਪ੍ਰਾਪਤ ਕੀਤੀਆਂ ਸੀਗੀਆਂ। ਲੇਕਿਨ ਇਹਨੂੰ ਕੀ ਸੀਗਾ? ਕੋੜ ਸੀਗਾ। ਹੁਣ ਜਿਹੜਾ ਸੈਨਾਪਤੀ ਸੀਗਾ, ਬੜਾ ਰੁਪਇਆ ਪੈਸਾ ਖਰਚ ਕਰਿਆ, ਬਹੁਤ ਕੁਝ ਕੀਤਾ ਇਸਨੇ, ਲੇਕਿਨ ਇਸ ਨੂੰ ਆਰਾਮ ਕਿਤੋਂ ਵੀ ਨਹੀਂ ਆਇਆ। ਚਲੋ ਇਸ ਨੂੰ ਕਿਤੋਂ ਪਤਾ ਲੱਗਿਆ ਕਿ ਕੋਈ ਹੈ ਜੋ ਇਜ਼ਰਾइल ਦਾ ਪਰਮੇਸ਼ਵਰ ਹੈ, ਉਹ ਮੇਰਾ ਕੋੜ ਦੂਰ ਕਰ ਸਕਦਾ ਹੈਗਾ। ਲੇਕਿਨ ਮੈਨੂੰ ਕੀ ਕਰਨਾ ਪਏਗਾ? ਪਰਮੇਸ਼ਵਰ ਦੇ ਦਾਸ ਦੇ ਕੋਲ ਜਾਣਾ ਪਏਗਾ। ਤਾਂ ਦੇਖੋ ਇਸ ਇਨਸਾਨ ਨੇ ਕੀ ਕੀਤਾ, ਆਪਾਂ ਵਚਨ ਵਿੱਚ ਪੜ੍ਹ ਲੈਂਦੇ ਹਾਂ। ਦੂਜਾ ਰਾਜਾ ਉਹਦਾ 5 ਦੇ ਆਏ, ਉਹਦਾ 5 ਵਚਨ। ਤਾਂ ਆਰਾਮ ਦੇ ਰਾਜਾ ਨੇ ਆਖਿਆ, ਚਲਾ ਜਾ, ਮੈਂ ਇਸਰਾਇਲ ਦੇ ਪਾਤਸ਼ਾਹ ਨੂੰ ਇੱਕ ਚਿੱਠੀ ਘੱਲਾਂਗਾ। ਸੋ ਉਹ ਤੁਰ ਪਿਆ ਤੇ 10 ਤੋੜੇ ਚਾਂਦੀ ਤੇ 6000 ਮਿਸਕਾਲ ਸੋਨਾ ਤੇ 10 ਜੋੜੇ ਕੱਪੜੇ ਆਪਣੇ ਨਾਲ ਲੈ ਲਏ। ਦੇਖੋ, ਇਹ ਆਪਣੇ ਰਾਜੇ ਕੋਲ ਗਿਆ, ਉਸ ਨੂੰ ਕਿਹਾ ਮੈਂ ਤਾਂ ਫਲਾਣੀ ਜਗ੍ਹਾ ਜਾਣਾਗਾ, ਮੇਰੇ ਲਈ ਕੋਈ ਚਿੱਠੀ ਲਿਖ ਕੇ ਦੇ ਕਿ ਮੈਂ ਜਾ ਕੇ ਉੱਥੇ ਆਪਣਾ ਇਲਾਜ ਕਰਾਵਾਂ, ਮੈਂ ਚੰਗਾ ਹੋ ਜਾਵਾਂ। ਉਹਨੇ ਕਿਹਾ ਠੀਕ ਹੈ, ਚਲਾ ਜਾ ਤੂੰ। ਫਿਰ ਕੀ ਹੈ? 10 ਤੋੜੇ ਚਾਂਦੀ, 6000 ਮਿਸਕਾਲ ਸੋਨਾ ਤੇ 10 ਜੋੜੇ ਕੱਪੜੇ ਆਪਣੇ ਨਾਲ ਲੈ ਲਏ। ਆਪਣੇ ਨਾਲ ਕੱਪੜੇ, ਸੋਨਾ ਚਾਂਦੀ ਲੈ ਕੇ ਚਲਾ ਗਿਆ ਜੀ। ਉਸ ਤੋਂ ਬਾਅਦ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ, ਬਾਈਬਲ ਦੇ ਵਿੱਚ ਆਪਣੇ ਕਈ ਵਾਰ ਸਿੱਖਿਆ ਵੀ ਹੈ। ਅਗਰ ਕਿਸੇ ਨੂੰ ਮਤਲਬ ਨਹੀਂ ਸਮਝ ਯਾਦ ਤਾਂ ਘਰੇ ਜਾ ਕੇ ਦੂਜਾ ਰਾਜਾ ਉਹਦਾ 5 ਦੇ ਸਾਰਾ ਪੜ੍ਹ ਲਿਓ। ਚਲੋ, ਇਹ ਪਰਮੇਸ਼ਰ ਦੇ ਦਾਸ ਕੋਲ ਪਹੁੰਚਿਆ। ਕਿਹਦੇ ਕੋਲ? ਕਿਹਦੇ ਕੋਲ ਪਹੁੰਚਿਆ? ਕਿਹਦੇ ਕੋਲ? ਅਲੀਸ਼ਾ ਕੋਲ ਪਹੁੰਚਿਆ। ਅਲੀਸ਼ਾ ਨੇ ਇਸ ਨੂੰ ਕਿਹਾ ਜਾ ਕੇ ਯਰਦਨ ਨਦੀ ਵਿੱਚ 7 ਗੋਤੇ ਮਾਰ। ਚਲੋ, ਇਸਨੇ ਗੋਤੇ ਵੀ ਮਾਰ ਲਏ। ਗੋਤੇ ਮਾਰਨ ਤੋਂ ਬਾਅਦ ਕੀ ਕੀਤਾ? ਚੰਗਾ ਵੀ ਹੋ ਗਿਆ। ਇਹ ਲੈ ਕੇ ਆਇਆ ਸੀਗਾ ਸੋਨਾ ਚਾਂਦੀ ਕੱਪੜੇ, ਤਾਂ ਪਰਮੇਸ਼ਰ ਦਾਸ ਨੇ ਮਨਾ ਕਰਤਾ, ਮੈਨੂੰ ਨਹੀਂ ਚਾਹੀਦੇ। ਲੇਕਿਨ ਉਹਦਾ ਇੱਕ ਚੇਲਾ ਸੀਗਾ, ਗਿਹਾਜ਼ੀ। ਜਿਹੜਾ ਚੇਲਾ ਸੀਗਾ
ਉਹਦੇ ਮਨ ਦੇ ਵਿੱਚ ਕੀ ਆਇਆ? ਲਾਲਚ ਆਇਆ। ਹੁਣ ਜਿਹੜਾ ਪਰਮੇਸ਼ਰ ਦਾ ਦਾਸ ਸੀਗਾ ਉਹ ਤਾਂ ਆਪਣੇ ਮਤਲਬ ਕੋਈ ਉਹਦੀ ਛੋਟਾ ਜਿਹਾ ਘਰ ਬਣਾਇਆ ਹੋਊਗਾ, ਉਹਦੇ ਵਿੱਚ ਬੈਠਾਗਾ, ਉਹ ਤਾਂ ਆਰਾਮ ਨਾਲ ਬੈਠਾ ਜਾਂ ਕੁਝ ਪ੍ਰਾਰਥਨਾ ਕਰ ਰਿਹਾ, ਕੁਝ ਵੀ ਕਰ ਰਿਹਾ ਹੈਗਾ, ਲੇਕਿਨ ਉਹ ਉੱਥੇ ਬੈਠਾਗਾ। ਲੇਕਿਨ ਜਿਹੜਾ ਉਹ ਚੇਲਾ ਸੀਗਾ ਉਹਦੇ ਮਨ ਦੇ ਵਿੱਚ ਆਇਆ ਲਾਲਚ। ਕਿਹੜੀ ਗੱਲ ਦਾ? ਮੈਂ ਭੱਜ ਦਾਂਗਾ ਯਾਰ, ਮੇਰਾ ਸਵਾਮੀ ਕਿਹੋ ਜਿਹਾ ਹੈਗਾ, ਮੇਰਾ ਸਵਾਮੀ ਚਾਹੁੰਦਾ ਤਾਂ ਸੋਨਾ ਲੈ ਆਂਦਾ, ਮੇਰਾ ਸਵਾਮੀ ਚਾਹੁੰਦਾ ਤਾਂ ਕੱਪੜੇ ਲੈ ਲੈਂਦਾ, ਚਾਂਦੀ ਲੈ ਲੈਂਦਾ, ਉਹ ਜੇ ਉਹਨੂੰ ਲੋੜ ਨਹੀਂ ਸੀ ਤਾਂ ਮੈਨੂੰ ਲੈ ਕੇ ਦੇ ਦਿੰਦਾ ਉਹ। ਲੇਕਿਨ ਮੈਂ ਕੀ ਹੈ, ਮੈਂ ਹੁਣ ਜਾਊਂਗਾ ਉਹਦੇ ਪਿੱਛੇ, ਮੈਂ ਕੀ ਕਰ ਦਾਂਗਾ, ਮੈਂ ਸੋਨਾ ਚਾਂਦੀ ਲੈ ਕੇ ਆਉਣਾਗਾ। ਲੇਕਿਨ ਉਸ ਤੋਂ ਬਾਅਦ ਦੇਖੋ ਉਹ ਇਨਸਾਨ ਦੌੜਿਆ, ਜੋ ਦੌੜਿਆ ਤਾਂ ਉਹ ਜੋ ਆਪਣਾ ਨਮਾਨ ਕੋੜੀ ਸੀਗਾ ਸੈਨਾਪਤੀ, ਉਹ ਤਾਂ ਚੰਗਾ ਹੋ ਚੁੱਕਿਆ ਹੈਗਾ ਔਰ ਸਾਰਾ ਕੁਝ ਵਾਪਸ ਲੈ ਕੇ ਜਾ ਰਿਹਾ ਹੈਗਾ। ਉਹਦਾ ਕਾਰਨ ਇਹ ਸੀਗਾ ਕਿ ਪਰਮੇਸ਼ਵਰ ਦੇ ਦਾਸ ਨੇ ਉਸ ਤੋਂ ਕੁਝ ਵੀ ਨਹੀਂ ਲਿਆ। ਲੇਕਿਨ ਜਿਹੜਾ ਉਹਦਾ ਨੌਕਰ ਸੀਗਾ ਗੇਹਾਜ਼ੀ, ਉਹ ਭੱਜ ਕੇ ਗਿਆ। ਜਦੋਂ ਭੱਜ ਕੇ ਗਿਆ ਤਾਂ ਉਸਨੇ ਜਾ ਕੇ ਉੱਥੇ ਝੂਠ ਬੋਲਿਆ, ਝੂਠ ਬੋਲਤਾ। ਜਦੋਂ ਇਨਸਾਨ ਗੜਬੜੀ ਕਰੇ ਤਾਂ ਝੂਠ ਪੱਕਾ ਬੋਲ ਦਿੰਦਾ ਗਾ ਉਹ। ਤਾਂ ਉਸਨੇ ਜਦੋਂ ਪੁੱਛਿਆ ਵੀ ਭਾਈ ਤੂੰ ਕਿਵੇਂ ਆਇਆ ਮੇਰੇ ਲਵੇ, ਤਾਂ ਉਸਨੇ ਕੀ ਕਿਹਾ ਵੀ ਦੇਖ ਮੇਰੇ ਸਵਾਮੀ ਕੋਲ ਕੁਝ ਬੰਦੇ ਆਏ ਨੇ ਔਰ ਉਹਨਾਂ ਨੂੰ ਲੋੜ ਹੈ, ਕੱਪੜੇ ਦੀ ਲੋੜ ਹੈ, ਕੁਝ ਸਮਾਨ ਦੀ ਲੋੜ ਹੈ। ਤਾਂ ਉਸ ਸੈਨਾਪਤੀ ਨੇ ਇਹੀ ਗੱਲ ਕਹੀ, ਦੇਖ ਮੈਂ ਤਾਂ ਲੈ ਕੇ ਆਇਆ ਸੀ ਦੇਣ ਵਾਸਤੇ, ਉਹ ਤਾਂ ਤੇਰੇ ਸਵਾਮੀ ਨੂੰ ਮਨਾ ਕਰਤਾ, ਲੇਕਿਨ ਕੋਈ ਗੱਲ ਨਹੀਂ ਇਹ ਤੂੰ ਲੈ ਲੈ। ਉਹ ਲੈ ਕੇ ਆ ਗਿਆ। ਹੁਣ ਜਦੋਂ ਲੈ ਕੇ ਆ ਗਿਆ ਨਾਲ ਕੁਝ ਸੈਨਾਪਤੀ ਦੇ ਨੌਕਰ ਸੀਗੇ, ਸਿਪਾਹੀ ਸੀਗੇ। ਜਦੋਂ ਨੇੜੇ ਪਹੁੰਚੇ ਤਾਂ ਉਹਨਾਂ ਨੇ ਕੀ ਕਿਹਾ, ਤੂੰ ਇੱਥੇ ਛੱਡ ਦੋ, ਤੁਸੀਂ ਨਿਕਲ ਜਾਓ ਇੱਥੋਂ ਵਾਪਸ। ਕਿਉਂ? ਕਿਉਂਕਿ ਮੇਰੇ ਸਵਾਮੀ ਨੂੰ ਪਤਾ ਨਾ ਚੱਲ ਜਾਏ। ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਉਹ ਸਮਾਨ ਲੈ ਕੇ ਰੱਖ ਕੇ ਸਾਈਡ ਤੇ ਗੇੜੇ ਗੁੜੇ ਦਿੰਦਾ ਹੋਊਗਾ, ਅੱਗੇ ਪਿੱਛੇ ਘੁੰਮਦਾ ਫਿਰਦਾ ਹੋਊਗਾ, ਤਾਂ ਸਵਾਮੀ ਨੇ ਪੁੱਛਿਆ ਗੇਹਾਜੀ ਤੂੰ ਕਿੱਥੇ ਹੈ ਔਰ ਤੂੰ ਕਿੱਥੋਂ ਆਇਆਗਾ? ਆਪਾਂ ਬਾਈਬਲ ਦੇ ਵਿੱਚ ਪੜਾਂਗੇ ਦੂਜਾ ਰਾਜਾ ਉਹਦਾ 5 ਅਧਿਆਇ ਉਹਦਾ 25 ਵਚਨ। ਜਦੋਂ ਉਹ ਅੰਦਰ ਆ ਕੇ ਆਪਣੇ ਸਵਾਮੀ ਦੇ ਕੇ ਖਲੋਤਾ ਤਾਂ ਅਲੀਸ਼ਾ ਨੇ ਉਹਨੂੰ ਆਖਿਆ ਗਿਆਜੀ ਤੂੰ ਕਿੱਥੋਂ ਆ ਰਿਹਾ ਹੈ? ਉਹ ਬੋਲਿਆ ਤੇਰਾ ਬਾਰਗਾ ਇੱਧਰ ਉੱਧਰ ਕਿਤੇ ਨਹੀਂ ਗਿਆ। ਤਦ ਉਹਨੇ ਆਖਿਆ ਇਨਸਾਨ ਕੀ ਕਰਦਾ ਹੈਗਾ, ਅਗਰ ਗੜਬੜੀ ਹੋ ਜਾਏ ਉਹਨੂੰ ਪੁੱਛੋ ਭਾਈ ਸਾਹਿਬ ਕੀ ਹੋਇਆ? ਨਹੀਂ ਕੁਛ ਨਹੀਂ। ਹੁਣ ਇਹਨੂੰ ਪੁੱਛਿਆ ਭਾਈ ਸਾਹਿਬ ਕਿੱਥੋਂ ਆਇਆਗਾ, ਜਦ ਕਿ ਇਹਨੂੰ ਪਤਾ ਗਾ ਕਿ ਇਹ ਪਰਮੇਸ਼ਰ ਦਾ ਦਾਸ ਕੈਸਾ ਹੈਗਾ। ਪਰਮੇਸ਼ਰ ਦਾ ਦਾਸ ਇਹ ਆਮ ਦਾਸ ਨਹੀਂ ਹੈ, ਪਰਮੇਸ਼ਰ ਇਹਦੇ ਨਾਲ ਗੱਲਬਾਤ ਕਰਦਾ ਹੈਗਾ। ਇਹ ਸਾਰੀ ਗੱਲ ਉਹ ਜਾਣਦਾ ਸੀਗਾ। ਲੇਕਿਨ ਕੀ ਕਹਿੰਦਾ, ਮੈਂ ਤਾਂ ਕਿਤੇ ਵੀ ਨਹੀਂ ਗਿਆ, ਮੈਂ ਤਾਂ ਇੱਥੇ ਇੱਧਰ ਸੀਗਾ, ਇੱਧਰ ਉੱਧਰ ਹੀ ਸੀਗਾ। ਤਾਂ ਪਰਮੇਸ਼ਰ ਦਾਸ ਨੇ ਕੀ ਕਿਹਾ, ਪੜੋ ਅੱਗੇ। ਤਦ ਉਸਨੇ ਆਖਿਆ ਜਦ ਉਹ ਮਨੁੱਖ ਤੈਨੂੰ ਮਿਲਣ ਲਈ ਆਪਣੇ ਰਾਹ ਤੋਂ ਮੁੜ ਆਇਆ ਤਾਂ ਕੀ ਮੇਰਾ ਮਨ ਤੇਰੇ ਨਾਲ ਨਹੀਂ ਸੀ ਕਿ ਚਾਂਦੀ ਲੈਣ ਅਰ ਵਸਤਰ ਤੇ ਜੈਤੂਨ ਦੇ ਬਾਗਾਂ ਤੇ ਅੰਗੂਰੀ ਬਾਗਾਂ ਅਰ ਜੜਾਂ ਤੇ ਬੱਗਾਂ ਤੇ ਗੋਲੇ ਤੇ ਗੋਲੀਆਂ ਦੇ ਲੈਣ ਦਾ ਇਹੋ ਵੇਲਾ ਹੈ। ਇਸ ਲਈ ਨਮਾਨ ਦਾ ਕੋੜ ਤੈਨੂੰ ਤੇ ਤੇਰੀ ਆਸ ਨੂੰ ਸਦਾ ਤੱਕ ਲੱਗਾ ਰਹੇਗਾ। ਹੁਣ ਦੇਖੋ ਇੱਕ ਤਾਂ ਗਲਤੀ ਕਰਕੇ ਆਇਆਗਾ, ਜਦੋਂ ਪੁੱਛਿਆ ਫਿਰ ਮੰਨਦਾ ਵੀ ਨਹੀਂ, ਫਿਰ ਕੀ ਕਹਿੰਦਾ ਮੈਂ ਤਾਂ ਇੱਥੇ ਹੀ ਸੀਗਾ, ਇੱਧਰ ਉੱਧਰ ਸੀਗਾ। ਤਾਂ ਪਰਮੇਸ਼ਰ ਦਾਸ ਨੇ ਕੀ ਕਿਹਾ, ਜਦੋਂ ਤੂੰ ਇਹ ਕੰਮ ਕਰ ਰਿਹਾ ਸੀਗਾ ਕਿ ਮੇਰਾ ਮਨ ਮੇਰੀ ਆਤਮਾ ਤੇਰੇ ਨਾਲ ਨਹੀਂ ਸੀਗੀ। ਦੇਖ ਜਿਹੜਾ ਕੁਝ ਤੂੰ ਲੈ ਕੇ ਆਏਗਾ, ਹੁਣ ਜਿਹੜਾ ਕੋੜ ਨਮਾਨ ਨੂੰ ਲੱਗਿਆ ਸੀਗਾ ਉਹ ਕੋੜ ਤੈਨੂੰ ਤੇ ਤੇਰੀ ਅੰਸ਼ ਨੂੰ ਲੱਗ ਜਾਏ ਔਰ ਉਸੇ ਘੜੀ ਉਹ ਇਨਸਾਨ ਕੀ ਹੋ ਗਿਆ, ਉਹ ਕੋੜੀ ਹੋ ਗਿਆ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਇਨਸਾਨ ਕੀ ਹੈ, ਮੈਂ ਕਹਿੰਦਾ ਗਲਤੀ ਹੋ ਗਈ ਕੋਈ ਬਾਤ ਨਹੀਂ, ਗੜਬੜੀ ਹੋ ਗਈ ਕੋਈ ਬਾਤ ਨਹੀਂ। ਅਗਰ ਤੁਸੀਂ ਆਪਣੀ ਗੜਬੜੀ ਮੰਨ ਲੈਂਦੇ ਹੋ, ਆਪਣੀ ਗਲਤੀ ਮੰਨ ਲੈਂਦੇ ਹੋ ਤਾਂ ਕੀ ਹੋ ਜਾਊਗਾ, ਪਰਮੇਸ਼ਰ ਰਹਿਮ ਕਰੇਗਾ। ਉਸ ਤੋਂ ਬਾਅਦ ਅਗਰ ਚੁਸਤ ਚਲਾਕੀ ਕਰਦੇ ਹੋ ਤਾਂ ਫਿਰ ਰਹਿਮ ਨਹੀਂ ਹੋਣ ਵਾਲਾ। ਫਿਰ ਕੀ ਹੈ, ਫਿਰ ਇਨਸਾਨ ਦੇ ਜੀਵਨ ਦੇ ਵਿੱਚ ਉਹ ਸਮੱਸਿਆ ਆਏਗੀ ਹੀ ਆਏਗੀ। ਔਰ ਇੱਕ ਵਚਨ ਪੜੋ ਮੇਰੇ ਨਾਲ, ਰਸੂਲਾਂ ਉਹਦਾ 5 ਅਧਿਆਇ, ਸਾਰੇ ਹੱਸ ਪੈਂਦੇ ਆ। ਰਸੂਲਾਂ ਦੇ ਕਿਤਾਬ ਉਹਦਾ 5 ਅਧਿਆਇ ਉਹਦਾ ਪੜੋ ਇੱਕ ਵਚਨ। ਤਾਂ ਹਨਾਨਿਆ ਨਾਮੇ ਇੱਕ ਮਨੁੱਖ ਨੇ ਆਪਣੀ ਤੀਵੀਂ ਸਫੀਰਾ ਨਾਲ ਰਲ ਕੇ ਮਿਰਚ ਵੇਚੀ ਅਤੇ ਉਹਦੇ ਮੁੱਲ ਵਿੱਚੋਂ ਕੁਝ ਰੱਖ ਛੱਡਿਆ ਜੋ ਉਹਦੀ ਤੀਵੀਂ ਵੀ ਜਾਣਦੀ ਸੀ। ਪਰ ਕੁਝ ਲਿਆ ਕੇ ਰਸੂਲਾਂ ਦੇ ਚਰਨਾਂ ਉੱਤੇ ਧਰਿਆ। ਤਦ ਪਤਰਸ ਨੇ ਆਖਿਆ ਹਨਾਨਿਆ ਸ਼ੈਤਾਨ ਤੇਰੇ ਮਨ ਵਿੱਚ ਕਿਉਂ ਸਮਾਇਆ ਜੋ ਤੂੰ ਪਵਿੱਤਰ ਆਤਮਾ ਨਾਲ ਝੂਠ ਬੋਲੇ ਅਤੇ ਉਸ ਖੇਤ ਦੇ ਮੁੱਲ ਵਿੱਚੋਂ ਕੁਝ ਰੱਖ ਛੱਡੇ। ਹਾਂ ਦੇਖੋ, ਇੱਕ ਇੱਥੇ ਕਲੀਸਿਆ ਸੀ, ਸ਼ੁਰੂਆਤ ਦੀ ਕਲੀਸਿਆ, ਉਹਦੇ ਵਿੱਚ ਸਾਰੇ ਲੋਕ ਇੱਕ ਮਨ ਸੀਗੇ, ਇੱਕ ਚਿੱਤ ਸੀਗੇ ਔਰ ਜੋ ਕੁਝ ਕਰਦੇ ਸੀਗੇ ਉਹ ਸਾਰੇ ਮਿਲ ਕੇ ਹੀ ਕਰਦੇ ਸੀਗੇ। ਲੇਕਿਨ ਉੱਥੇ ਇੱਕ ਪਰਿਵਾਰ ਸੀਗਾ ਹਨਨਿਆ ਤੇ ਸਫੀਰਾ। ਜਦੋਂ ਹਨਨਿਆ ਤੇ ਸਫੀਰਾ ਉਸ ਦੇ ਵਿੱਚ ਸ਼ਾਮਲ ਹੋਏ ਤਾਂ ਉਹਨਾਂ ਨੇ ਵੀ ਇਹੀ ਕੰਮ ਸੋਚਿਆ ਵੀ ਜਿਸ ਤਰ੍ਹਾਂ ਦੂਜੇ ਲੋਕ ਆਪਣੀ ਜ਼ਮੀਨ ਜਾਇਦਾਦ ਵੇਚਦੇ ਨੇ, ਆਪਣਾ ਸੋਨਾ ਚਾਂਦੀ ਵੇਚ ਕੇ ਉਹਦਾ ਪੈਸਾ ਲਿਆ ਕੇ ਪਰਮੇਸ਼ਰ ਦੇ ਦਾਸ ਲੋਕਾਂ ਦੇ ਚਰਨਾਂ ਵਿੱਚ ਰੱਖ ਦਿੰਦੇ ਨੇ, ਇਸੇ ਤਰ੍ਹਾਂ ਅਸੀਂ ਵੀ ਕਰਦੇ ਹਾਂ। ਚਲੋ ਹੋਇਆ ਕੀ ਕਿ ਉਸ ਤੋਂ ਬਾਅਦ ਉਹਨਾਂ ਦੇ ਜੀਵਨ ਦੇ ਵਿੱਚ ਜਦੋਂ ਉਹਨਾਂ ਨੇ ਜ਼ਮੀਨ ਵੇਚੀ
ਤਾਂ ਜ਼ਮੀਨ ਦਾ ਕੁਝ ਰੇਟ ਸੀਗਾ ਉਹ ਜ਼ਿਆਦਾ ਮਿਲਿਆ ਉਹਨਾਂ ਨੂੰ। ਹੁਣ ਮਨ ਦੇ ਵਿੱਚ ਗੜਬੜੀ ਹੋ ਗਈ। ਸ਼ੈਤਾਨ ਨੇ ਕੰਮ ਕੀਤਾ। ਸ਼ੈਤਾਨ ਨੇ ਕੰਮ ਕੀ ਕੀਤਾ? ਇੰਨੇ ਪੈਸੇ ਦੇ ਦੋਗੇ ਤੇ ਤੁਹਾਡਾ ਕੀ ਬਣੇਗਾ? ਅਗਰ ਇੰਨੇ ਪੈਸੇ ਦੇ ਦੇ ਤੇ ਤੁਹਾਡਾ ਬੁਢਾਪੇ ਦਾ ਕੀ ਹੋਏਗਾ? ਕੁਝ ਵੀ ਹੋਇਆ ਉੱਥੇ। ਲੇਕਿਨ ਉਸ ਤੋਂ ਬਾਅਦ ਜਦੋਂ ਉਹ ਪਰਮੇਸ਼ਰ ਦੇ ਦਾਸ ਕੋਲ ਆਇਆ ਤਾਂ ਪਰਮੇਸ਼ਰ ਦਾਸ ਨੇ ਕੀ ਕਿਹਾ ਕਿ ਹਨਨਿਆ, ਸ਼ੈਤਾਨ ਤੇਰੇ ਮਨ ਦੇ ਵਿੱਚ ਕਿਉਂ ਆ ਗਿਆ? ਕਿਉਂ ਸ਼ੈਤਾਨ ਤੇਰੇ ਮਨ ਦੇ ਵਿੱਚ ਆਪਣਾ ਘਰ ਕਰ ਗਿਆ? ਜੋ ਤੂੰ ਪਰਮੇਸ਼ਰ ਦੇ ਆਤਮਾ ਨਾਲ ਝੂਠ ਬੋਲੇ, ਪਵਿੱਤਰ ਆਤਮਾ ਨਾਲ ਝੂਠ ਬੋਲਦਾਗਾ। ਤੇ ਬਾਈਬਲ ਦੇ ਵਿੱਚ ਲਿਖਿਆਗਾ ਕਿ ਜੋ ਹਨਨਿਆ ਸੀਗਾ ਉਸੇ ਘੜੀ ਉੱਥੇ ਦੇਖ ਕੇ ਉਹ ਮਰ ਗਿਆ। 3 ਘੰਟਿਆਂ ਬਾਅਦ ਉਸਦੀ ਪਤਨੀ ਸਫੀਰਾ ਵੀ ਆਈ। ਜਦੋਂ ਸਫੀਰਾ ਉੱਥੇ ਆਈ ਤਦ ਉਸਨੇ ਕੀ ਕਿਹਾ? 5 ਦੀ 8 ਪੜੋ। ਤਦ ਪਤਰਸ ਨੇ ਉਹਨੂੰ ਆਖਿਆ, ਅੱਗੋਂ ਆਖਿਆ ਕਿ ਮੈਨੂੰ ਦੱਸ, ਤੁਸੀਂ ਉਹ ਖੇਤ ਐਨੇ ਨੂੰ ਹੀ ਵੇਚਿਆ? ਉਹ ਬੋਲੀ, ਆਹੋ ਐਨੇ ਨੂੰ ਹੀ। ਦੇਖੋ, ਫਿਰ ਉਹਦੀ ਪਤਨੀ ਆਈ। ਪਤਨੀ ਨੂੰ ਪਤਾ ਨਹੀਂ ਹੈ ਕਿ ਉਹਦਾ ਪਤੀ ਮਰ ਚੁੱਕਿਆਗਾ। ਇਹ ਵੀ ਨਹੀਂ ਪਤਾ ਕਿ ਉਹ ਮਰਨ ਤੋਂ ਬਾਅਦ ਉਸਨੂੰ ਦਬਕ ਦਿੱਤਾਗਾ। ਲੇਕਿਨ ਜਦ ਉਹ ਪਤਰਸ ਕੋਲ ਆਈ ਤਾਂ ਪਤਰਸ ਨੇ ਪੁੱਛਿਆ, ਸਫੀਰਾ, ਕੀ ਤੁਸੀਂ ਜ਼ਮੀਨ ਇੰਨੇ ਦੀ ਵੇਚੀ ਹੈ? ਤਾਂ ਉਹ ਕਹਿੰਦੀ, ਹਾਂ ਇੰਨੇ ਦੀ ਵੇਚੀ ਹੈ। ਦੇਖੋ, ਗਲਤੀ ਹੋ ਗਈ, ਕੋਈ ਬਾਤ ਨਹੀਂ, ਕਬੂਲ ਕਰ ਲੈਂਦੇ। ਹਾਂ ਪਰਮੇਸ਼ਰ ਦਾ ਦਾਸ, ਅੰਦਰ ਲਾਲਚ ਆ ਗਿਆ ਸੀਗਾ। ਹਾਂ ਪਰਮੇਸ਼ਰ ਦਾ ਦਾਸ, ਮਨ ਦੇ ਵਿੱਚ ਕੁਛ ਐਸੀ ਗੱਲ ਆ ਗਈ ਸੀਗੀ ਕਿ ਜਿਹਦੇ ਕਰਕੇ ਅਸੀਂ ਗੜਬੜੀ ਕਰ ਰਹੇ ਸੀਗੇ। ਕੋਈ ਗੱਲ ਨਹੀਂ, ਸਾਡੇ ਵਾਸਤੇ ਪ੍ਰਾਰਥਨਾ ਕਰ, ਸਾਨੂੰ ਮਾਫ ਪਰਮੇਸ਼ਰ ਕਰੇ। ਲੇਕਿਨ ਇਹ ਹੁਸ਼ਿਆਰੀ ਦਿਖਾ ਰਹੇ ਨੇ, ਚਲਾਕੀ ਦਿਖਾ ਰਹੇ ਨੇ। ਕਿਹੜਾ ਪਰਮੇਸ਼ਰ ਦਾਸ ਨੂੰ ਪਤਾ ਚੱਲਣਾਗਾ ਕੀ ਹੋਣ ਵਾਲਾਗਾ? ਲੇਕਿਨ ਦੇਖੋ, ਪਤੀ ਵੀ ਮਰ ਗਿਆ, ਪਤਨੀ ਵੀ ਮਰ ਗਈ। ਦੋਨੋਂ ਇੱਕੋ ਦਿਨ ਮਰੇ। ਦੋਨੋਂ ਕਦੋਂ ਮਰ ਗਏ? ਇੱਕੋ ਹੀ ਦਿਨ। ਫਿਰ ਰੁਪਇਆ ਪੈਸਾ ਕਿਹਦੇ ਕੰਮ ਆਇਆ? ਕਿਸੇ ਵੀ ਕੰਮ ਦਾ ਨਹੀਂ। ਔਰ ਦੋਨੋਂ ਇੱਕੋ ਦਿਨ ਮਰੇ। ਔਰ ਕਿੰਨੇ ਘੰਟੇ ਦਾ ਫਰਕ ਸੀਗਾ? 3 ਘੰਟੇ ਦਾ ਫਰਕ ਸੀਗਾ। ਕੋਈ ਜ਼ਿਆਦਾ ਫਰਕ ਨਹੀਂ ਸੀਗਾ। ਲੇਕਿਨ ਦੇਖੋ, ਮਰੇ ਕਿਉਂ? ਹਾਂ, ਚਤਰ ਚਲਾਕੀ ਕਰਕੇ। ਮੈਂ ਕਹਿੰਦਾ ਚਲਾਕ ਬਣੋ, ਕੋਈ ਬਾਤ ਨਹੀਂ। ਪ੍ਰਭੂ ਯਿਸੂ ਮਸੀਹ ਖੁਦ ਕਹਿੰਦੇ ਨੇ ਕਿ ਤੁਸੀਂ ਚਲਾਕ ਬਣੋ। ਕਿਹੋ ਜਿਹੇ ਚਲਾਕ? ਸੱਪਾਂ ਵਾਂਗੂ ਚਲਾਕ ਬਣੋ। ਲੇਕਿਨ ਇਨਸਾਨ ਪਰਮੇਸ਼ਰ ਦੇ ਵਚਨ ਦੇ ਨਾਲ ਚਲਾਕੀ ਕਰੀ ਜਾਂਦਾ ਹੈਗਾ, ਪਰਮੇਸ਼ਰ ਦੇ ਦਾਸ ਨਾਲ ਚਲਾਕੀ ਕਰੀ ਜਾਂਦਾ ਹੈਗਾ। ਕਰਦਾ ਜਾਂ ਨਹੀਂ ਕਰਦਾ? ਤੁਸੀਂ ਤਾਂ ਬੜੇ ਭੋਲੇ ਹੋ, ਤੁਹਾਡੀ ਗੱਲ ਨਹੀਂ ਕਰਦੇ। ਆਪਾਂ ਤਾਂ ਕਿਸੇ ਇੱਕ ਜਣ ਦੀ ਕਰਦਾ ਗੱਲ, ਹਨਾ? ਤੁਹਾਡੀ ਸਾਰਿਆਂ ਦੀ ਗੱਲ ਨਹੀਂ ਕਰਦਾ, ਕਿਸੇ ਇੱਕ ਜਣ ਦੀ ਗੱਲ ਹੋ ਰਹੀ ਹੈ ਜਾਂ ਨਹੀਂ ਹੋ ਰਹੀ? ਉਹ ਕੌਣ ਹੈ? ਤੁਸੀਂ ਨਹੀਂ ਹੋ। ਉਹ ਕੋਈ ਇੱਕ ਜਣ ਹੈ ਜਾਂ ਨਹੀਂ? ਇੱਥੇ ਬੈਠੇ ਨਾ ਹੋ? ਹਾਂ, ਬੈਠਾ ਇੱਥੇ ਹੀ ਹੈ। ਉਹ ਆਪਣੇ ਆਪ ਨੂੰ ਦੇਖੋ। ਮਤਲਬ ਪਰਮੇਸ਼ਰ ਕੀ ਕਹਿੰਦੇ ਨੇ ਕਿ ਗਲਤੀ ਮੈਂ ਮਾਫ ਕਰ ਸਕਦਾਗਾ, ਲੇਕਿਨ ਜੋ ਚਲਾਕੀ ਕਰੂਗਾ ਪਰਮੇਸ਼ਰ ਦੇ ਵਚਨ ਦੇ ਨਾਲ, ਉਹ ਕਦੇ ਵੀ ਮਾਫ ਨਹੀਂ ਕੀਤੀ ਜਾਂਦੀ। ਉਹ ਕਦੇ ਵੀ ਪਰਮੇਸ਼ਰ ਉਸ ਨੂੰ ਗਲਤੀ ਮਾਫ ਕਰ ਸਕਦਾ, ਲੇਕਿਨ ਉਹਦੀ ਚਲਾਕੀ ਕਦੇ ਵੀ ਉਸ ਨੂੰ ਮਾਫ ਨਹੀਂ ਕਰ ਸਕਦੇ। ਪਰਮੇਸ਼ਰ ਉਹਦੀ ਚਲਾਕੀ ਨਹੀਂ ਮਾਫ ਕਰਦੇ। ਹੁਣ ਦੇਖੋ, ਕਈ ਵਾਰ ਇਨਸਾਨ ਪਰਮੇਸ਼ਰ ਦੇ ਕੋਲ ਜਦੋਂ ਸ਼ੁਰੂ ਵਿੱਚ ਆਉਂਦਾਗਾ ਤਾਂ ਇਨਸਾਨ ਦੇ ਕੋਲ ਹੁੰਦਾ ਕੁਝ ਵੀ ਨਹੀਂ। ਗੱਲਾਂ ਨਾ ਕਰੋ, ਉਸਦੇ ਕੋਲ ਹੁੰਦਾ ਕੁਝ ਵੀ ਨਹੀਂ। ਉਹ ਨੰਗ ਮਲੰਗ ਹੀ ਹੁੰਦਾਗਾ। ਜਦੋਂ ਉਹ ਨੰਗ ਮਲੰਗ ਹੁੰਦਾਗਾ, ਪਰਮੇਸ਼ਰ ਦੇ ਕੋਲ ਆਉਂਦਾਗਾ, ਪਰਮੇਸ਼ਰ ਦੇ ਵਚਨ ਦੇ ਉੱਪਰ ਵਿਸ਼ਵਾਸ ਕਰਦਾਗਾ, ਪਰਮੇਸ਼ਰ ਉਸ ਨੂੰ ਆਸੀਸ ਦਿੰਦੇ ਨੇ। ਔਰ ਆਸੀਸ ਵੀ ਬਹੁਤ ਜ਼ਿਆਦਾ ਮਿਲ ਜਾਂਦੀ ਹੈ। ਸ਼ੁਰੂਆਤ ਦੇ ਵਿੱਚ ਉਸਦਾ ਜੀਵਨ ਸਹੀ ਹੁੰਦਾਗਾ। ਜਦੋਂ ਜੀਵਨ ਸਹੀ ਹੈ, ਪ੍ਰਾਰਥਨਾ ਸਹੀ ਕਰਦਾਗਾ, ਬਾਈਬਲ ਸਹੀ ਪੜ੍ਹਦਾਗਾ, ਸੰਗਤੀ ਸਹੀ ਕਰਦਾਗਾ। ਹੁਣ ਜਦੋਂ ਕਾਰੋਬਾਰ ਵੱਜੇ, ਰੁਪਇਆ ਪੈਸਾ ਵੱਜੇ, ਠੀਕ ਹੈ ਨਾ, ਸ਼ੁਰੂਆਤ ਵਿੱਚ ਜਦੋਂ ਕਮਾਈ ਘੱਟ ਹੈ ਤਾਂ ਆਪਣਾ 10ਵਾਂ ਹਿੱਸਾ ਵੀ ਪਰਮੇਸ਼ਰ ਨੂੰ ਦਿੰਦਾਗਾ ਸਹੀ ਤਰ੍ਹਾਂ। ਲੇਕਿਨ ਜਦੋਂ ਕਮਾਈ ਵੱਜੇ ਫਿਰ ਇਨਸਾਨ ਵੀ ਸੋਚਦਾਗਾ, ਯਾਰ ਸਾਰਾ ਦਿਨ ਕੰਮ ਤਾਂ ਮੈਂ ਕਰਦਾਗਾ, ਇੰਨੀ ਦੌੜ ਭੱਜ ਤਾਂ ਮੈਂ ਕਰਦਾਗਾ, ਇਹ 10ਵਾਂ ਹਿੱਸਾ ਕਿਹੜੀ ਗੱਲ ਦਾ ਦੇਵਾਂ ਬਈ? ਫਿਰ ਇਨਸਾਨ ਕੀ ਕਰਦਾਗਾ? ਫਿਰ ਬਾਈਬਲ ਚੱਕ ਕੇ ਆ ਜਾਂਦਾ ਪਰਮੇਸ਼ਰ ਦਾਸ ਕੋਲ। ਆਹ ਦੱਸਿਓ ਜੀ, ਨਵੇਂ ਨਿਯਮ ਦੇ ਵਿੱਚ ਕਿੱਥੇ ਲਿਖਿਆ ਹੈਗਾ ਕਿ 10ਵਾਂ ਹਿੱਸਾ ਦੇਣਾ ਚਾਹੀਦਾ ਹੈਗਾ? ਉਹ ਭਰਾਵਾ ਹੁਣ ਤੱਕ ਤਾਂ ਦਿੰਦਾ ਆਇਆ ਸੀਗਾ, ਹੁਣ ਕੀ ਹੋਇਆ ਤੈਨੂੰ? ਨਹੀਂ ਜੀ ਨਹੀਂ, ਉਹ ਪੁਰਾਣੇ ਨਿਯਮ ਦੀ ਆਗਿਆ ਸੀ। ਇਹ ਪੁਰਾਣੇ ਨਿਯਮ ਦੀ ਆਗਿਆ ਸੀਗੀ, ਲੇਕਿਨ ਨਵੇਂ ਨਿਯਮ ਦੀ ਆਗਿਆ ਦੱਸੋ ਤਾਂ ਅਸੀਂ ਕਿੱਥੇ ਲਿਖਿਆ ਹੋਇਆ ਹੈਗਾ? ਇੱਕ ਵਾਰ ਵੀ ਪ੍ਰਭੂ ਯਿਸੂ ਮਸੀਹ ਨੇ ਕਿਤੇ ਪ੍ਰਚਾਰ ਕੀਤਾ 10ਵੇਂ ਹਿੱਸੇ ਦਾ? ਕਿਸੇ ਚੇਲੇ ਨੇ 10ਵਾਂ ਹਿੱਸਾ ਲਿਆ ਕਿਸੇ ਤੋਂ? ਇਹ ਕੀ ਕਰਦਾ ਇਨਸਾਨ? ਇਹ ਚਲਾਕੀ ਕਰਦਾ ਹੈਗਾ। ਜਾਣਦਾ ਸਭ ਕੁਝ ਹੈ। ਜਦੋਂ ਹੁਣ ਤੱਕ ਦਿੰਦਾ ਆਇਆ ਭਰਾਵਾ, ਤੈਨੂੰ ਇਹ ਗੱਲਾਂ ਪਹਿਲਾਂ ਕਿਉਂ ਨਹੀਂ ਦਿਖਾਈ ਦਿੱਤੀਆਂ? ਤੇਰੀ ਕਮਾਈ ਥੋੜੀ ਸੀਗੀ, ਤੈਨੂੰ 100, 150, 200 ਕੱਢਣਾ ਬੜਾ ਸੌਖਾ ਸੀਗਾ। ਹੁਣ 5, 4 ਹਜ਼ਾਰ, 7 ਹਜ਼ਾਰ ਕੱਢਣਾ ਪੈ ਜਾ, ਕੁਝ ਵੀ ਕਰਨਾ ਪੈ ਜਾ ਤੈਨੂੰ। ਲੇਕਿਨ ਹੁਣ ਕੀ ਹੈ? ਹੁਣ ਨਵਾਂ ਨਿਯਮ ਦਿਖਦਾਗਾ। ਹੁਣ ਕੀ ਦਿਖਦਾ? ਕੱਲਾ ਹੀ ਨਵਾਂ ਨਿਯਮ ਦਿਖਦਾਗਾ। ਇਹਦੇ ਵਿੱਚ ਤਾਂ ਹੈ ਹੀ ਨਹੀਂ ਕਿਤੇ। ਹੁੰਦਾ ਜਾਂ ਨਹੀਂ ਹੁੰਦਾ? ਹਾਲੇਲੂਇਆ, ਹਾਲੇਲੂਇਆ। ਇਹ ਕੀ ਹੈ? ਇਹ ਇਨਸਾਨ ਦੀ ਚਲਾਕੀ ਹੈ। ਔਰ ਚਲਾਕੀ ਕਿਵੇਂ ਕਰਦਾਗਾ? ਉਹ ਵਚਨ ਦੇ ਰਾਹੀਂ ਗੱਲ ਕਰਦਾਗਾ ਕਿ ਵਚਨ ਦੇ ਵਿੱਚ ਕਿੱਥੇ ਲਿਖਿਆ ਹੈਗਾ? ਨਵੇਂ ਨਿਯਮ ਦੇ ਵਿੱਚ ਦੱਸੋ ਜੀ। ਨਵੇਂ ਨਿਯਮ ਦੇ ਵਿੱਚ ਇਹ ਪੁਰਾਣੇ ਨਿਯਮ ਦੀ ਗੱਲ ਹੈ ਕਿ
ਕਿ ਮੋਦੀਖਾਨੇ ਵਿੱਚ ਲੈ ਕੇ ਆਓ ਨਵੇਂ ਨਿਯਮ ਦੇ ਵਿੱਚ, ਅਸੀਂ ਕਹਿੰਦੇ ਨਹੀਂ ਲਿਖਿਆ ਨਵੇਂ ਨਿਯਮ ਦੇ ਵਿੱਚ। ਉਹਦੀ ਸੰਤੁਸ਼ਟੀ ਫਿਰ ਵੀ ਨਹੀਂ ਹੁੰਦੀ, ਫਿਰ ਦੂਜੇ ਨੂੰ ਪੁੱਛੂਗਾ ਲਿਖਿਆ ਕਿਤੇ। ਕਹਿਣ ਦਾ ਮਤਲਬ ਕੀ ਕਿ ਇਨਸਾਨ ਕੀ ਕਰਦਾ ਗਾ, ਉਹ ਪਰਮੇਸ਼ਰ ਦੇ ਵਚਨ ਦੇ ਨਾਲ ਹੀ ਚਲਾਕੀ ਕਰਦਾ ਗਾ। ਕਿਉਂ? ਕਿਉਂਕਿ ਹੁਣ ਉਹਦੇ ਵਿੱਚ ਚੰਗਾ ਘਰ ਆ ਗਿਆ, ਚੰਗੀ ਗੱਡੀ, ਚੰਗਾ ਰੁਪਇਆ ਪੈਸਾ, ਚੰਗਾ ਕਾਰੋਬਾਰ, ਚੰਗੀ ਜ਼ਮੀਨ ਜਾਇਦਾਦ ਹੋ ਗਈ। ਉਸ ਨੂੰ ਕੀ ਹੈ, ਹੁਣ ਯਾਰ ਇੰਨਾ ਦਿੱਤਾ ਤਾਂ ਇਹ ਔਖਾ ਗਾ। ਪਹਿਲਾਂ ਠੀਕ ਸੀਗਾ, ਥੋੜਾ ਥੋੜਾ ਦਿੰਦੇ ਸੀ ਨਾ, 20-50 ਦਿੰਦੇ ਸੀਗੇ, 60-70 ਰੁਪਏ ਦਿੰਦੇ ਸੀਗੇ, ਉਹ ਚੰਗੀ ਗੱਲ ਸੀਗੀ। ਲੇਕਿਨ ਹੁਣ ਜ਼ਿਆਦਾ ਕਮਾਈ ਹੋ ਗਈ, ਹੁਣ ਅਸੀਂ ਇੰਨਾ ਨਹੀਂ ਕਰ ਸਕਦੇ। ਇਨਸਾਨ ਕੀ ਕਰਦਾ ਗਾ, ਉਹ ਚਲਾਕੀ ਕਰਦਾ ਗਾ। ਵਚਨ ਜਾਣਦਾ ਗਾ, ਵਚਨ ਜਾਣਦਾ ਗਾ, ਲੇਕਿਨ ਵਚਨ ਨੂੰ ਕੀ ਹੈ, ਇਨਸਾਨ ਉਹ ਮੰਨਦਾ ਘੱਟ ਹੈ। ਇਹ ਇਕੱਲੀ ਸੇਵਕਾਂ ਦੀ ਗੱਲ ਨਹੀਂ ਹੈ ਕਿ ਵਿਸ਼ਵਾਸੀ ਲੋਕ ਸੇਵਕ ਨਾਲ ਚਲਾਕੀ ਕਰਦੇ ਨੇ। ਹਾਲੇਲੂਇਆ। ਚਲਾਕੀ ਤਾਂ ਲੋਕ ਪ੍ਰਭੂ ਯਿਸੂ ਮਸੀਹ ਨਾਲ ਵੀ ਕੀਤੀ। ਲੋਕਾਂ ਨੇ ਪ੍ਰਭੂ ਯਿਸੂ ਮਸੀਹ ਨਾਲ ਚਲਾਕੀ ਕੀਤੀ। ਕਿਵੇਂ? ਜਦੋਂ ਪ੍ਰਭੂ ਯਿਸੂ ਮਸੀਹ ਫਰਮਾਇਆ ਜਾਣਾ ਸੀਗਾ ਤਾਂ ਉੱਥੇ ਕੀ ਹੋਇਆ, ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਤੁਹਾਡੇ ਵਿੱਚੋਂ ਕੋਈ ਮੈਨੂੰ ਫੜਵਾਏਗਾ, ਤਾਂ ਸਾਰੇ ਕਹਿੰਦੇ ਨੇ ਮੈਂ ਆ ਮੈਂ ਆ ਮੈਂ ਆ। ਤੇ ਉੱਥੇ ਯਹੂਦਾ ਨੇ ਕਹਿਤਾ, ਕਹਿੰਦਾ ਮੈਂ ਆ। ਪ੍ਰਭੂ ਯਿਸੂ ਮਸੀਹ ਨੇ ਕਿਹਾ ਹਾਂ ਤੂੰ ਹੀ ਹੈ, ਤੈਂ ਜੋ ਕੁਝ ਕਰਨਾ ਜਾ ਕੇ ਕਰ ਲੈ। ਤਾਂ ਬਾਈਬਲ ਦੇ ਵਿੱਚ ਲਿਖਿਆ ਗਾ, ਇੱਕ ਵਚਨ ਪੜ੍ਹੋ ਮੇਰੇ ਨਾਲ, ਮੱਤੀ ਉਹਦਾ 26 ਦੇ ਮੱਤੀ 26 ਦੇ ਉਹਦਾ 48 ਵਚਨ ਪੜ੍ਹੋ। ਅਤੇ ਉਹਦੇ ਫੜਵਾਉਣ ਵਾਲੇ ਨੇ ਉਹਨਾਂ ਨੂੰ ਇਹ ਕਹਿ ਕੇ ਪਤਾ ਦਿੱਤਾ ਸੀ ਭਈ ਜੇ ਨੂੰ ਮੈਂ ਚੁੰਮਾ ਉਹ ਹੈ, ਉਸ ਨੂੰ ਫੜ ਲੈਣਾ। ਦੇਖੋ ਸੌਦਾ ਕਰ ਲਿਆ ਪ੍ਰਭੂ ਯਿਸੂ ਮਸੀਹ ਦਾ। ਕਿੰਨੇ ਚ ਕੀਤਾ ਸੌਦਾ? ਸੌਦਾ ਕਿੰਨੇ ਚ ਕੀਤਾ? ਤੁਸੀਂ ਹੁੰਦੇ ਕਿੰਨੇ ਚ ਕਰਦੇ? ਆ ਮਹਿੰਗਾਈ ਦੇਖੋ ਕਿੰਨੀ, ਪੈਟਰੋਲ ਕਿੰਨਾ ਮਹਿੰਗਾ ਹੋਇਆ ਪਿਆ, ਗੈਸ ਕਿੰਨਾ ਮਹਿੰਗਾ ਹੋ ਗਿਆ, तीनों की बनता सीगा। अज ही करता इंसान सौदा तो प्रभु यीशु मसीह दा। अज इंसान प्रभु को छड़ दिंदा गा, समय सिर बंदगी च नहीं आउंदा। वो 200-400 बनना हुंदा गा, अद्धा घंटा घंटा लेट होवे बंदगी दे विच। ते वो की है इंसान सौदा तो करता प्रभु यीशु मसीह दे बंदगी विच आउंदा, चाहे लेट आउंदा गा, लेकिन सही दे विच इंसान के सौदा ही करदा गा। लेकिन जदों यहूदा इस्करियोती ने की कीता, सौदा कीता और की कहंदा जिन्हों जाके मैं चुम्मा उन्होंने जाके फड़ लियो, क्योंकि वो कौन होगा? वही प्रभु यीशु मसीह होगा। फिर अगे अरे झट यीशु कोल आन के उन्होंने आख्या स्वामी जी आदेश उस नु चुम्मिया। देखो जाके प्रभु यीशु मसीह नु गले लगाया होगा, यीशु मसीह नु चुम्मिया भी होगा। जब चुम्मिया तो फिर यीशु ने उन्होंने आख्या वेलिया किवें आया, तब उन्होंने कोल आन के यीशु ते हाथ पाया ते उन्हें फड़ लिया। देखो प्रभु यीशु मसीह जानते सीगे की क्या प्रभु यीशु मसीह ने बेलिया मतलब मित्रा किवें आया तू। देखो उन्होंने लोगों ने यीशु मसीह फड़ भी लिया। कहने का मतलब कि इंसान परमेश्वर के दास नाल तां करदा ही करदा गा, संगति विच तां करदा ही करदा, लेकिन प्रभु यीशु मसीह नाल करती होशियारी की, चलाकी की, होया की ओहदा एंड की होया? आत्म हत्या की या नहीं की? ते तुसीं की करना चाहुंदे हो? तुसीं बचना चाहुंदे हो या कुछ गड़बड़ी करना चाहुंदे हो? परमेश्वर नहीं चाहता कोई इंसान मतलब आत्महत्या करे। परमेश्वर की चाहता इंसान बचाया जाए, लेकिन जो इंसान अपनी गलती नूं छुपा लैंदा गा, अपनी होशियारी दिखाउंदा गा, तां फिर ओहदा जो एंड है, ओहदा एंड माड़ा ही हुंदा गा। सौल ने भी यही कीता ते ओहदा की होया? ओहदा भी एंड माड़ा होया। यहूदा इस्करियोती ने भी गलती की, उन्हें होशियारी दिखाई, उन्हें भी आत्महत्या की। ते कलीसिया विच मैं तुहानूं दस्सां बड़े साडे कलीसिया दे लोग समझदार ने। अगर मैनू फोन आया, मैं किसी ने कुछ कहता या मैं किसी ने कुछ माड़ा मोटा हो गया, किसी ने कुछ डांटिया गया या कुछ कहता, तो फिर मैनू फोन नहीं होगा, फिर भाई जैसे फोन कर लेंगे, उत्थों काम इत्थों करा लेंगे। ये बड़े चलाक लोग ने, ये हुंदा गा सही दे विच। ते भाई जैसे जे किसी फोन आता मैनू दसूगा ही, जे मैनू किसी गल हो जाए, मैं किसी कुछ करके आएगा तो मैं जैसे दसूंगा, फिर पता सानू दोहना हुंदा गा। ते तुहानू की लगदा सानू पता नहीं? सानू सारा ही पता हुंदा गा भी कौन किथे। हुण मैं जाना कई बार किसी घरे, मैं उत्थे जो भी कह के आवां, जिवें भी कह के आवां, मैं नाल दे नाल दस दिना हुंदा भी भाई उत्थे इदां गलबात हो गई है ते भाई आउण वाले तूं गल कर ते हुंदा भी इदां ही है। हुंदा जां नहीं हुंदा? चलो साडी छड्डो, हुण तुहानू पता लग गया, साडा भेद खुल गया। साडा भेद खुल गया।
ਇੱਕ ਸਾਡੇ 'ਚ ਭਾਈ ਹੋਰ ਹੈ, ਭਾਈ ਸਟੈਨਲੀ, ਉਹਨੂੰ ਫੋਨ ਕਰਦੇ ਨੇ ਜਾਂ ਨਹੀਂ ਕਰਦੇ? ਇਹ ਕੀ ਕਰਦੇ ਹੋ? ਹੁਸ਼ਿਆਰੀ ਕਰਦੇ ਹੋ, ਚਤਰਾਈ ਕਰਦੇ ਹੋ, ਚਲਾਕੀ ਕਰਦੇ ਹੋ। ਇੱਕ ਗੱਲ ਦੱਸੋ ਮੈਨੂੰ, ਕੀ ਸਟੈਨਲੀ ਭਾਈ ਸਾਡੇ ਤੋਂ ਵੱਖਰੇ ਨੇ? ਅਗਰ ਪਰਮੇਸ਼ਰ ਦੇ ਬਚਨ ਦੇ ਵਿੱਚ ਤੁਹਾਨੂੰ ਕੁਝ ਸਿਖਾਇਆ ਗਿਆਗਾ ਜਾਂ ਤੁਹਾਨੂੰ ਕੁਝ ਡਾਂਟਿਆ ਗਿਆਗਾ, ਤੁਹਾਨੂੰ ਝਿੜਕਿਆ ਗਿਆ, ਤਾਂ ਕੀ ਹੋਊਗਾ? ਕੀ ਉਹ ਪਰਮੇਸ਼ਰ ਦਾ ਦਾਸ ਤੁਹਾਡੇ ਲਈ ਕੀ ਕਰੇਗਾ? ਤੁਹਾਨੂੰ ਕੋਈ ਤੁਸੀਂ ਕਰੀ ਜਾਓ ਇਦਾਂ ਕੰਮ। ਹਾਂ, ਇਹ ਗੱਲ ਹੈ ਕਿ ਤੁਸੀਂ ਉਹ ਗੱਲ ਨੂੰ ਛੁਪਾ ਲਓਗੇ, ਉਸ ਗੱਲ ਨੂੰ ਲੁਕੋ ਲੈਂਦੇ ਹੋ। ਜਿਹੜੀ ਗੱਲ ਅਮਰੀਕ ਨੇ ਬੋਲਤੀ, ਜਿਹੜੀ ਗੱਲ ਜੱਸੇ ਨੇ ਬੋਲਤੀ, ਉਸ ਗੱਲ ਨੂੰ ਤੁਸੀਂ ਲੁਕੋ ਲਓਗੇ, ਦੂਜੇ ਤੋਂ ਪ੍ਰਾਰਥਨਾ ਕਰਾ ਲਓਗੇ। ਲਓ ਜੀ, ਕਰੋ ਪ੍ਰਾਰਥਨਾ। ਅੱਜ ਬੱਚਾ ਰੋਂਦਾ ਪਿਆ, ਅੱਜ ਕਾਰੋਬਾਰ ਦੇ ਵਿੱਚ ਆਸਿਸ ਨਹੀਂ ਹੈ, ਅੱਜ ਪੇਟ ਦਰਦ ਹੈ, ਅੱਜ ਫਲਾਣਾ ਹੈਗਾ, ਪ੍ਰਾਰਥਨਾ ਕਰ ਦੋ। ਤੇ ਅਸੀਂ ਕੀ ਕਰਦੇ? ਅਸੀਂ ਪ੍ਰਾਰਥਨਾ ਕਰ ਦਿੰਦੇ ਹਾਂ। ਲਓ ਜੀ, ਕਰਾਓ ਪ੍ਰਾਰਥਨਾ, ਕੋਈ ਬਾਤ ਨਹੀਂ। ਲੇਕਿਨ ਜਿਹੜੀ ਹੁਸ਼ਿਆਰੀ ਕਰਦੇ ਹੋ, ਜਿਹੜੀ ਚਲਾਕੀ ਕਰਦੇ ਹੋ, ਉਹ ਇਨਸਾਨ ਪਰਮੇਸ਼ਰ ਦਾ ਦਾਸ ਅੱਗੇ ਕਰਦਾ ਹੈਗਾ। ਭਾਈ ਜੱਸੇ ਨੂੰ ਲੋਕਾਂ ਨੇ ਭੋਲਾ ਜੱਸਾ, ਅਗਰ ਗੜਬੜੀ ਹੈ ਤਾਂ ਫਿਰ ਇਹਨੂੰ ਬੁਲਾ ਲੈਣਗੇ, ਤੇ ਇਹ ਵੀ ਨਾਲੇ ਕਹਿੰਦਾ ਭਾਈ ਉਹਨੂੰ ਬੁਲਾ ਲਓ, ਤੇ ਫਿਰ ਕਈ ਵਾਰ ਦੋ ਇਕੱਠੇ ਆ ਜਾਂਦੇ ਅਸੀਂ, ਤੇ ਫਿਰ ਪਰਮੇਸ਼ਰ ਮਸਲਾ ਹੱਲ ਕਰ ਦਿੰਦਾ ਹੈਗਾ। ਕਰਦਾ ਜਾਂ ਨਹੀਂ ਕਰਦਾ? ਆਪਣੀ ਇਮਾਨਦਾਰੀ ਨਾਲ ਦੱਸਿਓ। ਜਿਸ ਇਨਸਾਨ ਨੇ ਪਰਮੇਸ਼ਰ ਦੇ ਵਚਨ ਦੇ ਉੱਪਰ ਵਿਸ਼ਵਾਸ ਕੀਤਾ ਹੈਗਾ, ਅਗਰ ਉਸ ਤੋਂ ਬਾਅਦ ਉਹਦਾ ਮਸਲਾ ਹੱਲ ਨਹੀਂ ਹੋਇਆ, ਤਾਂ ਉਹ ਇਨਸਾਨ ਆਪਣਾ ਹੱਥ ਚੁੱਕੇ। ਜਿੱਥੇ ਤੱਕ ਮੈਨੂੰ ਪਤਾ ਹੈਗਾ, ਐਸਾ ਕੋਈ ਵੀ ਸ਼ਖਸ ਨਹੀਂ ਹੈ ਮਲੇਰਕੋਟਲੇ ਦੀ ਚਰਚ ਵਿੱਚ, ਐਸਾ ਕੋਈ ਵੀ ਪਰਿਵਾਰ ਨਹੀਂ ਹੈ ਕਿ ਜਿਸ ਨੂੰ ਪਰਮੇਸ਼ਰ ਦੇ ਵਚਨ ਦੇ ਰਾਹੀਂ ਕੁਝ ਤਾੜਿਆ ਗਿਆ ਹੋਵੇ, ਝਿੜਕਿਆ ਗਿਆ ਹੋਵੇ, ਔਰ ਉਸ ਇਨਸਾਨ ਨੇ ਪਰਮੇਸ਼ਰ ਦੇ ਵਚਨ ਦੇ ਉੱਪਰ ਵਿਸ਼ਵਾਸ ਕੀਤਾ ਹੋਵੇ, ਔਰ ਉਹਦੇ ਘਰ ਦੇ ਵਿੱਚ, ਉਹਦੇ ਜੀਵਨ ਦੇ ਵਿੱਚ ਪਰਮੇਸ਼ਰ ਨੇ ਕੰਮ ਨਾ ਕੀਤਾ ਹੋਵੇ। ਕੋਈ ਵੀ ਐਸਾ ਇੱਕ ਵੀ ਪਰਸਨ ਆਪਣਾ ਹੱਥ ਦਿਖਾ ਸਕਦਾ ਹੈਗਾ। ਇਹ ਕੋਈ ਪਰਮੇਸ਼ਰ ਨੂੰ ਸ਼ੌਂਕ, ਮਤਲਬ ਪਰਮੇਸ਼ਰ ਦਾਸ ਨੂੰ ਸ਼ੌਂਕ ਨਹੀਂ ਹੈ ਕਿ ਤੁਹਾਨੂੰ ਇਸ ਤਰ੍ਹਾਂ ਕਰੇ, ਤੁਹਾਨੂੰ ਝਿੜਕੇ, ਜਾਂ ਤੁਹਾਨੂੰ ਕੁਝ ਉਹ ਪਰੇਸ਼ਾਨ ਕਰੇ, ਤੁਹਾਨੂੰ ਪਰੇਸ਼ਾਨ ਕਰੇ। ਇਦਾਂ ਦਾ ਪਰਮੇਸ਼ਰ ਦੇ ਦਾਸ ਨੂੰ ਕੁਝ ਵੀ ਨਹੀਂ ਹੈ। ਲੇਕਿਨ ਸਹੀ ਦੇ ਵਿੱਚ ਜ਼ਿਆਦਾ ਇਨਸਾਨ ਚਤਰ ਚਲਾਕੀ ਕਰਦਾ ਹੈਗਾ, ਜ਼ਿਆਦਾ ਇਨਸਾਨ ਉਹ ਗੜਬੜੀ ਕਰਦਾ ਹੈਗਾ, ਤਾਂ ਫਿਰ ਪਰਮੇਸ਼ਰ ਦਾ ਦਾਸ ਉਹ ਗੁੱਸਾ ਕਰਦਾ ਹੈਗਾ। ਫਿਰ ਪਰਮੇਸ਼ਰ ਦੇ ਦਾਸ ਨੂੰ ਉਹ ਗੁੱਸਾ ਆਉਂਦਾ ਹੈਗਾ। ਕਿਉਂ ਗੁੱਸਾ ਆਉਂਦਾ ਹੈਗਾ? ਕਿਉਂਕਿ ਪਰਮੇਸ਼ਰ ਨੂੰ ਕ੍ਰੋਧ ਆਉਂਦਾ ਹੈਗਾ, ਔਰ ਪਰਮੇਸ਼ਰ ਆਪਣੇ ਦਾਸ ਨੂੰ ਕਹਿੰਦੇ ਨੇ ਕਿ ਇਹ ਲੋਕ ਗੜਬੜੀ ਕਰ ਰਹੇ ਨੇ। ਹੁਣ ਦੇਖੋ, ਅਲੀਸ਼ਾ ਨੇ ਜਦੋਂ ਗੇਹਾਜੀ ਨੂੰ ਕਿਹਾ ਕਿ ਪਿਆਰ ਆਇਆ ਹੋਊਗਾ ਉਹਦੇ ਉੱਪਰ, ਉਹਨੂੰ ਗੁੱਸਾ ਹੀ ਆਇਆ ਹੋਊਗਾ। ਇੱਕ ਪਰਿਵਾਰ ਸੀਗਾ, ਉਸ ਪਰਿਵਾਰ ਨੂੰ ਮੈਂ ਕਿਹਾ ਸੀਗਾ, ਮੈਂ ਭਰਾਵਾ ਤੇਰੇ ਦਿਨਾਂ ਦੀ ਗਿਣਤੀ ਉਲਟੀ ਸ਼ੁਰੂ ਹੋ ਗਈ। ਜਦੋਂ ਇਹ ਗੱਲ ਕਹੀ ਤਾਂ ਉਸ ਇਨਸਾਨ ਨੂੰ ਡਰ ਲੱਗਿਆ ਕਿ ਇਹ ਕੀ ਹੋ ਗਿਆ। ਲੇਕਿਨ ਉਸ ਤੋਂ ਬਾਅਦ ਇੱਕ ਟਾਈਮ ਦਿੱਤਾ ਉਹਨੂੰ, ਟਾਈਮ ਦੇਣ ਤੋਂ ਬਾਅਦ ਜਦੋਂ ਉਸ ਨਾਲ ਬੈਠੇ ਤਾਂ ਪ੍ਰਭੂ ਦਾ ਬਹੁਤ ਧੰਨਵਾਦ, ਉਸ ਘਰ ਦੇ ਵਿੱਚ, ਉਸ ਭਾਈ ਦੇ ਜੀਵਨ ਦੇ ਵਿੱਚ ਉਸੇ ਪਰਮੇਸ਼ਰ ਨੇ ਕੰਮ ਕੀਤਾ, ਔਰ ਉਸ ਭਾਈ ਨੇ ਖੁਦ ਉਹ ਸਾਰੀਆਂ ਗੱਲਾਂ ਨੂੰ ਚੇਤੇ ਵੀ ਕੀਤਾ ਕਿ ਜਿਹੜੀ ਗੜਬੜੀ ਹੋਈ ਸੀਗੀ। ਔਰ ਦੇਖੋ, ਅੱਜ ਉਸ ਭਾਈ ਦੇ ਜੀਵਨ ਦੇ ਵਿੱਚ ਪਰਮੇਸ਼ਰ ਕੰਮ ਵੀ ਕਰ ਰਹੇ ਨੇ। ਇਹਦਾ ਮਤਲਬ ਕੀ ਕਿ ਜਦੋਂ ਇਨਸਾਨ ਆਪਣੀ ਗਲਤੀ ਨੂੰ ਮੰਨ ਕੇ ਛੱਡਦਾ ਹੈਗਾ, ਤਾਂ ਪਰਮੇਸ਼ਰ ਕੀ ਕਰਦੇ ਨੇ? ਉਹਦੇ ਉੱਪਰ ਰਹਿਮ ਕਰਦੇ ਨੇ। ਔਰ ਬਾਈਬਲ ਦੇ ਵਿੱਚ ਲਿਖਿਆ ਹੈਗਾ, ਇੱਕ ਵਚਨ ਪੜ੍ਹੋ ਮੇਰੇ ਨਾਲ, ਪਹਿਲਾ ਕੁਰਿੰਥੀਆਂ ਉਹਦਾ 3 ਅਧਿਆਇ, ਉਹਦਾ 3 ਵਚਨ ਪੜ੍ਹੋ। ਤੁਸੀਂ ਹੁਣ ਸਰੀਰਕ ਹੋ, ਕਿਉਂਕਿ ਜਦੋਂ ਜਲਨ ਅਤੇ ਝਗੜੇ ਤੁਹਾਡੇ ਵਿੱਚ ਹਨ, ਤਾਂ ਕੀ ਤੁਸੀਂ ਸਰੀਰਕ ਨਹੀਂ ਅਤੇ ਇਨਸਾਨੀ ਚਾਲ ਨਹੀਂ ਚੱਲਦੇ ਹੋ? ਦੇਖੋ, ਇਹ ਉਹ ਲੋਕ ਨੇ ਜਿਹੜੇ ਲੋਕ ਬਪਤਿਸਮਾ ਲੈ ਚੁੱਕੇ ਸੀਗੇ, ਪਵਿੱਤਰ ਆਤਮਾ ਪਾ ਚੁੱਕੇ ਸੀਗੇ, ਸੰਗਤੀ ਕਰਦੇ ਸੀਗੇ, ਸਭ ਕੁਝ ਸਹੀ ਕਰਦੇ ਸੀਗੇ। ਇਹ ਉਹ ਸਮੇਂ ਦੀ ਕਲੀਸਿਆ ਸੀ ਜਦੋਂ ਮਤਲਬ ਪੌਲਸ, ਪਤਰਸ, ਇਹ ਸਾਰੇ ਲੋਕ ਸੇਵਾ ਕਰਦੇ ਸੀਗੇ। ਹੁਣ ਦੇਖੋ, ਉਦੋਂ ਦੀ ਮਤਲਬ ਕਲੀਸਿਆ ਸੀ। ਇੱਥੇ ਕੀ ਹੈ? ਪਰਮੇਸ਼ਰ ਦਾ ਦਾਸ ਇਹ ਕਲੀਸਿਆ ਨੂੰ ਝਿੜਕ ਰਿਹਾ ਹੈਗਾ। ਅਗਰ ਤੁਸੀਂ ਪਹਿਲਾ ਕੁਰਿੰਥੀਆਂ ਪੜੋਗੇ ਨਾ, ਇਹਦੇ ਵਿੱਚ ਪਰਮੇਸ਼ਰ ਦਾ ਦਾਸ ਨੇ ਇੰਨਾ ਝਿੜਕਿਆ ਨਾ ਲੋਕਾਂ ਨੂੰ, ਇੰਨਾ ਝਿੜਕਿਆ ਹੈਗਾ। ਕਿਉਂ? ਕਿਉਂਕਿ ਇਸ ਕਲੀਸਿਆ ਵਿੱਚ ਲੜਾਈ ਝਗੜੇ ਆ ਗਏ ਸੀਗੇ, ਈਰਖ ਆ ਗਈ ਸੀਗੀ, ਪੁੱਠੇ ਸਿੱਧੇ ਕੰਮ ਆ ਗਏ ਸੀਗੇ, ਔਰ ਬਹੁਤ ਕੁਝ ਇਸ ਕਲੀਸਿਆ ਵਿੱਚ ਦਿਖਾਈ ਦੇ ਰਿਹਾ ਸੀਗਾ। ਇਹ ਲੋਕ ਆਪਣੇ ਜੋ ਕਮਾਈ ਸੀਗੀ ਉਹਦਾ 10ਵਾਂ ਹਿੱਸਾ ਨਹੀਂ ਕੱਢ ਰਹੇ ਸੀਗੇ। ਇਹਨਾਂ ਨੇ ਬਹੁਤ ਹੀ ਗੜਬੜੀ ਕੀਤੀ, ਔਰ ਬਹੁਤ ਹੀ ਗੜਬੜੀ ਕੀਤੀ। ਅਗਰ ਤੁਸੀਂ ਇਸ ਨੂੰ ਬਹੁਤ ਧਿਆਨ ਨਾਲ ਪੜੋ, ਇਹਦਾ 3 ਅਧਿਆਏ, 4 ਅਧਿਆਏ, 5 ਅਧਿਆਏ, 6 ਅਧਿਆਏ, ਮਤਲਬ ਪੂਰਾ ਤੁਸੀਂ ਇਹ ਚੈਪਟਰ ਹੀ ਪੜੋ ਪਹਿਲਾ ਕੁਰਿੰਥੀਆਂ, ਤੇ ਤੁਹਾਨੂੰ ਪਤਾ ਚੱਲ ਜਾਏਗਾ ਕਿ ਕੀ ਹੋਇਆ ਸੀਗਾ, ਕੀ ਹੁੰਦਾ ਸੀਗਾ। ਆ ਪਰਮੇਸ਼ਰ ਦਾ ਦਾਸ ਕੀ ਕਹਿੰਦਾ ਗਾ ਇਹ ਲੋਕਾਂ ਨੂੰ? ਪੜੋ ਮੇਰੇ ਨਾਲ ਪਹਿਲਾ ਕੁਰਿੰਥੀਆਂ ਉਹਦਾ 4 ਅਧਿਆਏ, ਉਹਦਾ 21 ਵਚਨ ਪੜੋ। ਤੁਸੀਂ ਕੀ ਚਾਹੁੰਦੇ ਹੋ? ਭਈ ਮੈਂ ਸੋਟਾ ਫੜ ਕੇ ਤੁਹਾਡੇ ਕੋਲ ਆਵਾਂ
ਅਥਵਾ ਪ੍ਰੇਮ ਅਤੇ ਨਰਮਾਈ ਦੇ ਆਤਮਾ ਨਾਲ ਹਾਲੇਲੂਇਆ। ਦੇਖੋ ਪਰਮੇਸ਼ਰ ਦਾਸ ਨੂੰ ਇੰਨਾ ਕ੍ਰੋਧ ਆਇਆ, ਪਰਮੇਸ਼ਰ ਦਾਸ ਨੂੰ ਇੰਨਾ ਗੁੱਸਾ ਆਇਆ ਇਹਨਾਂ ਲੋਕਾਂ ਦੇ ਉੱਪਰ। ਕਿਉਂ? ਇਹਨਾਂ ਲੋਕਾਂ ਲਈ ਮਿਹਨਤ ਕੀਤੀ ਸੀਗੀ, ਇਹਨਾਂ ਲੋਕਾਂ ਦੇ ਉੱਪਰ ਇਸ ਪਰਮੇਸ਼ਰ ਦਾਸ ਨੇ ਆਪਣਾ ਸਮਾਂ ਬਹੁਤ ਲਾਇਆ ਸੀਗਾ। ਲੇਕਿਨ ਇਸ ਕਲੀਸਿਆ ਵਿੱਚ ਕੀ ਸੀਗਾ? ਲੜਾਈ ਝਗੜੇ ਆ ਚੁੱਕੇ ਸੀਗੇ। ਇਸ ਕਲੀਸਿਆ ਵਿੱਚ ਕੀ ਸੀਗਾ? ਉਹਦਾ ਵੈਰ ਵਿਰੋਧ ਆ ਚੁੱਕਿਆ ਸੀਗਾ। ਇਸ ਕਲੀਸਿਆ ਵਿੱਚ ਕੀ ਸੀਗਾ? ਉਹਦਾ ਨਫ਼ਰਤ ਆ ਚੁੱਕੀ ਸੀਗੀ। ਕਿੰਨਾ ਕੁਝ ਇਸ ਕਲੀਸਿਆ ਵਿੱਚ ਆ ਚੁੱਕਿਆ ਸੀਗਾ। ਲੇਕਿਨ ਜਦੋਂ ਇਹ ਗੱਲਾਂ ਪਰਮੇਸ਼ਰ ਦਾਸ ਨੂੰ ਪਤਾ ਲੱਗਿਆ ਤਾਂ ਉਸਨੇ ਕੀ ਕਿਹਾ ਕਿ ਮੈਂ ਤੁਹਾਡੇ ਕੋਲ ਕਿਵੇਂ ਆਵਾਂ? ਇੱਕ ਵਾਰ ਫਿਰ ਪੜ੍ਹੋ ਇਹਨੂੰ ਜੀ, 21 ਨੂੰ। ਤੁਸੀਂ ਕੀ ਚਾਹੁੰਦੇ ਹੋ ਭਈ ਮੈਂ ਸੋਟਾ ਫੜ ਕੇ ਤੁਹਾਡੇ ਕੋਲ ਆਵਾਂ? ਕੀ ਲੈ ਕੇ ਆਵਾਂ? ਸੋਟਾ। ਹੁਣ ਅਗਲੀ ਵਾਰ ਲੈ ਕੇ ਆਈਏ ਅਸੀਂ, ਲੈ ਕੇ ਆਈਏ। ਕੀ ਚਾਹੁੰਦੇ ਤੁਸੀਂ? ਕੋਈ ਵੀ ਨਹੀਂ ਚਾਹੁੰਦਾ ਇਹ ਗੱਲ। ਲੇਕਿਨ ਜਦ ਪਰਮੇਸ਼ਰ ਦੇ ਦਾਸ ਨੇ ਇਹਨਾਂ ਨੂੰ ਇੰਨਾ ਝਿੜਕਿਆ, ਝਿੜਕਣ ਤੋਂ ਬਾਅਦ ਕਿਉਂ ਝਿੜਕਣਾ ਪਿਆ? ਕਿਉਂਕਿ ਇਹ ਲੋਕ ਗੜਬੜੀ ਕਰਦੇ ਸੀਗੇ। ਹੁਸ਼ਿਆਰੀ ਤੇ ਵੀ ਕਰਦੇ ਹੋਣਗੇ, ਚਲਾਕੀਆਂ ਤੇ ਵੀ ਕਰਦੇ ਹੋਣਗੇ। ਲੇਕਿਨ ਜਦੋਂ ਝਿੜਕ ਖਾਣ ਤੋਂ ਬਾਅਦ, ਇਹਨਾਂ ਨੂੰ ਇੰਨਾ ਤਾੜਨਾ ਹੋਣ ਤੋਂ ਬਾਅਦ ਜਦ ਇਹਨਾਂ ਨੂੰ ਪਤਾ ਲੱਗਿਆ ਤਾਂ ਫਿਰ ਬਾਈਬਲ ਦੇ ਵਿੱਚ ਲਿਖਿਆ ਗਿਆ, 2 ਕੁਰਿੰਥੀਆਂ ਪੜੋ, 2 ਕੁਰਿੰਥੀਆਂ ਉਹਦਾ 7 ਅਧਿਆਇ, ਹਾਂ ਉਹਦਾ 8 ਵਚਨ ਪੜੋ। ਕਿਉਂ ਜੋ ਭਾਵੇਂ ਮੈਂ ਆਪਣੀ ਪਤਰੀ ਨਾਲ ਤੁਹਾਨੂੰ ਉਦਾਸ ਕੀਤਾ ਤਾਂ ਵੀ ਮੈਂ ਪਛਤਾਉਂਦਾ ਨਹੀਂ, ਭਾਵੇਂ ਮੈਂ ਪਹਿਲਾਂ ਪਛਤਾਉਂਦਾ ਸਾਂ। ਕਿਉਂ ਜੋ ਮੈਂ ਵੇਖਦਾ ਹਾਂ ਜੋ ਉਸ ਪਤਰੀ ਨੇ ਤੁਹਾਨੂੰ ਉਦਾਸ ਕੀਤਾ, ਭਾਵੇਂ ਥੋੜੇ ਚਿਰ ਤੱਕ। ਹੁਣ ਮੈਂ ਆਨੰਦ ਕਰਦਾ ਹਾਂ, ਇਸ ਲਈ ਨਹੀਂ ਜੋ ਤੁਸੀਂ ਉਦਾਸ ਹੋਏ, ਸਗੋਂ ਇਸ ਲਈ ਜੋ ਤੁਹਾਡੀ ਉਦਾਸੀ ਦਾ ਫਲ ਤੋਬਾ ਹੋਇਆ। ਕਿਉਂ ਜੋ ਤੁਸੀਂ ਪਰਮੇਸ਼ਵਰ ਜੋਗ ਉਦਾਸ ਹੋਏ, ਭਾਈ ਸਾਥੋਂ ਕਿਸੇ ਗੱਲ ਵਿੱਚ ਤੁਹਾਡੀ ਹਾਨੀ ਨਾ ਹੋ ਜਾਏ। ਹੁਣ ਦੇਖੋ ਇਹ ਬਾਅਦ ਵਿੱਚ ਖੁਸ਼ ਹੋ ਜਾਏਗਾ ਪਰਮੇਸ਼ਰ ਦਾ ਦਾਸ। ਕਿਹੜੀ ਗੱਲ ਦੇ ਵਿੱਚ? ਕਿ ਮੈਂ ਤੁਹਾਡੀ ਤਾੜਨਾ ਕੀਤੀ, ਮੈਂ ਤੁਹਾਨੂੰ ਝਿੜਕਿਆ, ਮੈਂ ਇਹ ਗੱਲ ਦੇ ਵਿੱਚ ਖੁਸ਼ ਹਾਂ। ਖੁਸ਼ ਇਹ ਗੱਲ ਦੇ ਵਿੱਚ ਨਹੀਂ ਕਿ ਤੁਹਾਨੂੰ ਮੈਂ ਸ਼ਰਮਿੰਦਾ ਕੀਤਾਗਾ। ਖੁਸ਼ੀ ਮੈਨੂੰ ਇਹ ਗੱਲ ਦੇ ਵਿੱਚ ਹੈ ਕਿ ਜਦੋਂ ਮੈਂ ਤੁਹਾਨੂੰ ਝਿੜਕਿਆ, ਤੁਹਾਡੀਆਂ ਗਲਤੀਆਂ ਨੂੰ ਲੈ ਕੇ ਤੁਹਾਨੂੰ ਝਿੜਕਿਆ, ਮੈਂ ਤੁਹਾਨੂੰ ਡਾਂਟਿਆ, ਉਸ ਤੋਂ ਬਾਅਦ ਕੀ ਹੈ? ਤੁਸੀਂ ਤੋਬਾ ਕੀਤੀ। ਔਰ ਅੱਜ ਕੀ ਹੈ? ਅੱਜ ਤੁਸੀਂ ਬਹੁਤ ਹੀ ਚੰਗੇ ਹੋ ਚੁੱਕੇ ਹੋ। ਅੱਜ ਕੀ ਹੋ ਤੁਸੀਂ? ਅੱਜ ਕੋਈ ਤੁਹਾਡੇ ਵਿੱਚ ਚਲਾਕੀ ਨਹੀਂ ਹੈ, ਅੱਜ ਤੁਹਾਡੇ ਵਿੱਚ ਕੋਈ ਲੜਾਈ ਝਗੜਾ ਨਹੀਂ ਹੈ। ਅੱਜ ਕੀ ਤੁਸੀਂ ਹੋ? ਅੱਜ ਤੁਸੀਂ ਸ਼ੁੱਧ ਹੋ ਚੁੱਕੇ ਹੋ। ਤੁਸੀਂ ਆਪਣੇ ਅਪਰਾਧਾਂ ਨੂੰ ਮੰਨ ਕੇ ਛੱਡਿਆਗਾ। ਮੈਂ ਇਸ ਗੱਲ ਦੇ ਵਿੱਚ ਬਹੁਤ ਖੁਸ਼ ਹਾਂ, ਮੈਨੂੰ ਖੁਸ਼ੀ ਹੈ ਇਸ ਗੱਲ ਦੀ। ਔਰ ਉਸ ਤੋਂ ਬਾਅਦ ਦੇਖੋ 11 ਵਚਨ ਪੜੋ। ਦੇਖੋ ਤੁਹਾਡੀ ਉਹ ਪਰਮੇਸ਼ਵਰ ਯੋਗ ਉਦਾਸੀ ਨੇ ਤੁਹਾਡੇ ਵਿੱਚ ਕਿੰਨਾ ਹੀ ਜੋਸ਼, ਕਿੰਨਾ ਹੀ ਉੱਤਰ ਦੇਣਾ, ਕਿੰਨੀ ਹੀ ਖੇਜ, ਕਿੰਨਾ ਹੀ ਭੈ, ਕਿੰਨੀ ਹੀ ਲੋਚ, ਕਿੰਨੀ ਹੀ ਅਣਖ, ਕਿੰਨਾ ਹੀ ਦੰਡ ਪੈਦਾ ਕੀਤਾ। ਤੁਸੀਂ ਹਰ ਤਰ੍ਹਾਂ ਨਾਲ ਆਪਣੇ ਲਈ ਪ੍ਰਮਾਣ ਦਿੱਤਾ, ਭਾਈ ਅਸੀਂ ਇਸ ਗੱਲ ਵਿੱਚ ਸਾਫ਼ ਹਾਂ। ਦੇਖੋ ਤੁਸੀਂ ਕੀ ਕੀਤਾ? ਪ੍ਰਮਾਣ ਦਿੱਤਾ, ਸਬੂਤ ਦਿੱਤਾ ਕਿ ਸਾਡੇ ਵਿੱਚ ਜੋ ਜੋ ਕਮੀ ਘਟੀ ਸੀਗੀ, ਅਸੀਂ ਜੋ ਜੋ ਕਰਦੇ ਸੀਗੇ, ਜਿਵੇਂ ਕਰਦੇ ਸੀਗੇ, ਉਸ ਨੂੰ ਕੱਢ ਦਿੱਤਾ ਆਪਣੇ ਜੀਵਨ ਦੇ ਵਿੱਚੋਂ। ਮਤਲਬ ਤੁਸੀਂ ਉਦਾਸ ਤਾਂ ਹੋਏ, ਲੇਕਿਨ ਜਦੋਂ ਉਦਾਸੀ ਦਾ ਜੋ ਫਲ ਆਇਆ ਉਹ ਇਹ ਸੀਗਾ ਤੁਸੀਂ ਤੋਬਾ ਕੀਤੀ, ਤੁਸੀਂ ਆਪਣੀ ਗਲਤੀ ਨੂੰ ਮੰਨ ਕੇ ਛੱਡਿਆਗਾ, ਤੁਸੀਂ ਚਲਾਕੀ ਨਹੀਂ ਕੀਤੀ, ਤੁਸੀਂ ਹੁਸ਼ਿਆਰੀ ਨਹੀਂ ਕੀਤੀ। ਦੇਖੋ ਇਹ ਲੋਕ ਸੀਗੇ ਕਿ ਜਿਨ੍ਹਾਂ ਨੇ ਗਲਤੀ ਤਾਂ ਕੀਤੀ ਸੀਗੀ। ਹਾਂ ਗਲਤੀ ਹੋ ਗਈ, ਕੋਈ ਵੱਡੀ ਗੱਲ ਨਹੀਂ ਹੈ। ਗਲਤੀ ਹੋ ਗਈ, ਕੋਈ ਵੱਡੀ ਗੱਲ ਨਹੀਂ ਹੈ। ਲੜਾਈ ਝਗੜਾ ਹੋ ਗਿਆ, ਕੋਈ ਵੱਡੀ ਗੱਲ ਨਹੀਂ ਹੈ। ਈਰਖਾ ਆ ਗਈ, ਕੋਈ ਵੱਡੀ ਗੱਲ ਨਹੀਂ ਹੈ। ਕੁਝ ਨਫ਼ਰਤ ਆ ਗਈ ਜੀਵਨ ਦੇ ਵਿੱਚ, ਕੋਈ ਵੱਡੀ ਗੱਲ ਨਹੀਂ ਹੈ। ਕੁਝ ਹੋ ਗਿਆ, ਕੋਈ ਵੀ ਵੱਡੀ ਗੱਲ ਨਹੀਂ ਹੈ। ਲੇਕਿਨ ਜੇ ਮੰਨ ਕੇ ਛੱਡਦੇ ਨਹੀਂ ਪਏ, ਸੁਣ ਕੇ ਨਹੀਂ ਛੱਡਦੇ ਪਏ, ਤਾਂ ਫਿਰ ਪਰਮੇਸ਼ਵਰ ਦਾ ਦਾਸ ਕੀ ਕਹਿੰਦਾ? ਮੈਂ ਸੋਟਾ ਲੈ ਕੇ ਆਵਾਂ ਤੁਹਾਡੇ ਲਵੇ। ਲੇਕਿਨ ਜਦੋਂ ਇਹਨਾਂ ਨੂੰ ਬਹੁਤ ਝਿੜਕਿਆ, ਬਹੁਤ ਡਾਂਟ ਪਈ, ਉਸ ਤੋਂ ਬਾਅਦ ਕੀ ਹੋਇਆ? ਇਹਨਾਂ ਲੋਕਾਂ ਨੇ ਉਸ ਗੱਲ ਨੂੰ ਮੰਨਿਆ, ਔਰ ਮੰਨਣ ਤੋਂ ਬਾਅਦ ਕੀ ਆ? ਇਹਨਾਂ ਨੇ ਛੱਡ ਦਿੱਤਾ। ਤਾਂ ਪਰਮੇਸ਼ਵਰ ਦਾਸ ਬੜਾ ਆਨੰਦ ਕਰ ਰਿਹਾਗਾ ਵੀ ਜਦੋਂ ਮੈਂ ਇਹ ਗੱਲਾਂ ਬੋਲੀਆਂ, ਤੁਸੀਂ ਉਦਾਸ ਹੋਏ ਔਰ ਤੁਸੀਂ ਕੀ? ਤੋਬਾ ਕੀਤੀ। ਫਿਰ ਤੁਹਾਡੇ ਵਿੱਚ ਕਿੰਨਾ ਜੋਸ਼ ਆ ਗਿਆ, ਕਿੰਨੀ ਤੁਹਾਡੇ ਵਿੱਚ ਮਤਲਬ ਆਪਣੀ ਇੱਛਾ ਆ ਗਈ ਕਿ ਅਸੀਂ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਜੀਵਨ ਜੀਏ। ਕਿੰਨਾ ਤੁਹਾਡੇ ਅੰਦਰ ਮਤਲਬ ਪਰਮੇਸ਼ਰ ਦੇ ਲਈ ਅਣਖ ਪੈਦਾ ਹੋ ਗਈ ਕਿ ਅਸੀਂ ਪਰਮੇਸ਼ਰ ਦੇ ਵਚਨ ਨੂੰ ਪੂਰਾ ਕਰਾਂਗੇ। ਮਤਲਬ ਸਾਰੀ ਗੱਲ ਪਰਮੇਸ਼ਰ ਦਾਸ ਆਪਣੀ ਪੱਤਰੀ ਵਿੱਚ ਲਿਖਦਾ ਹੈਗਾ, ਉਹਨਾਂ ਲੋਕਾਂ ਨੂੰ ਲਿਖ ਕੇ ਦਿੰਦਾ ਹੈਗਾ ਕਿ ਤੁਸੀਂ ਕੀ ਹੋ? ਤੁਸੀਂ ਹੁਣ ਬਹੁਤ ਹੀ ਚੰਗੇ ਬਣ ਚੁੱਕੇ ਹੋ। ਤੁਹਾਡੇ ਜੀਵਨ ਦੇ ਵਿੱਚ ਹੁਣ ਕੋਈ ਵੀ ਕਮੀ ਮੈਨੂੰ ਦੇਖਣ ਨੂੰ ਨਹੀਂ ਮਿਲਦੀ ਪਈ। ਲੇਕਿਨ ਕਦੋਂ ਹੋਇਆ? ਕਿ ਜਦ ਤੁਸੀਂ ਆਪਣੇ ਅਪਰਾਧਾਂ ਨੂੰ ਮੰਨ ਕੇ ਛੱਡਿਆਗਾ। ਲੇਕਿਨ ਇਨਸਾਨ ਕੀ ਹੈ ਕਿ ਜਦੋਂ ਉਸਨੂੰ ਪਤਾ ਚੱਲ ਜਾਏ ਤਾਂ ਫਿਰ ਕੀ ਆ? ਉਹ ਪਰਮੇਸ਼ਰ ਦੇ ਦਾਸ ਨਾਲ ਵੈਰ ਪਾ ਲੈਂਦਾਗਾ, ਪਰਮੇਸ਼ਰ ਦੇ ਦਾਸ ਨਾਲ ਮੇਲ ਜੋਲ ਘਟਾ ਲੈਂਦਾਗਾ। ਕਿਉਂਕਿ ਉਸਨੂੰ ਪਤਾ ਹੈਗਾ ਕਿ ਅਗਰ ਮੈਂ ਕੁਝ ਕੀਤਾ, ਪਰਮੇਸ਼ਰ ਦਾਸ ਨੂੰ ਪਤਾ ਲੱਗ ਗਿਆ, ਤਾਂ ਉਸ ਪਰਮੇਸ਼ਰ ਦਾਸ ਨੇ ਕੀ ਕਰਨਾਗਾ? ਮੈਨੂੰ ਝਿੜਕ ਦੇਣਾਗਾ, ਜਾਂ ਫਿਰ ਮੈਨੂੰ ਕੁਛ ਨਾ ਕੁਛ ਉਹ ਕਹੇਗਾ, ਜਿਹਦੇ ਕਰਕੇ ਕੀ ਹੈ? ਉਹ ਇਨਸਾਨ ਦਾ ਜੋ ਰਿਸ਼ਤਾ ਹੈਗਾ ਉਹ ਪਰਮੇਸ਼ਰ ਦੇ ਦਾਸ ਨਾਲੋਂ ਟੁੱਟ ਜਾਂਦਾ ਹੈਗਾ। ਜਦੋਂ ਪਰਮੇਸ਼ਰ ਦੇ ਦਾਸ ਨਾਲ ਰਿਸ਼ਤਾ ਟੁੱਟ ਗਿਆ ਤਾਂ ਇਨਸਾਨ ਆਟੋਮੈਟਿਕ ਵਿਵਸਥਾ ਵਿੱਚ ਪੈ ਜਾਂਦਾਗਾ, ਸਮੱਸਿਆ ਵਿੱਚ ਘਿਰ ਜਾਂਦਾਗਾ, ਪਰੇਸ਼ਾਨੀ ਵਿੱਚ ਫਸ ਜਾਂਦਾਗਾ। ਜਦੋਂ ਪਰੇਸ਼ਾਨੀ ਵਿੱਚ ਆ ਜਾਏ, ਸਮੱਸਿਆ ਵਿੱਚ ਆ ਜਾਏ, ਤਾਂ ਫਿਰ ਜਦੋਂ ਉਹਦਾ ਹਾਲ ਬੁਰਾ ਹੋ ਜਾਏ ਤਾਂ ਫਿਰ ਉਸਨੂੰ
ਉਹੀ ਪਰਮੇਸ਼ਰ ਦਾ ਦਾਸ ਚੇਤੇ ਆਉਂਦਾਗਾ। ਅਖੀਰ ਨੂੰ ਉਸ ਪਰਮੇਸ਼ਰ ਦੇ ਦਾਸ ਕੋਲ ਉਸ ਇਨਸਾਨ ਨੂੰ ਆਉਣਾ ਹੀ ਪੈਂਦਾਗਾ। ਫਿਰ ਕੀ ਹੈ, ਫਿਰ ਉਹੀ ਦਾਸ ਉਸ ਦੇ ਲਈ ਪ੍ਰਾਰਥਨਾ ਕਰਦਾਗਾ, ਉਹੀ ਦਾਸ ਉਸ ਨੂੰ ਫਿਰ ਉਹੀ ਵਚਨ ਸਿਖਾਉਂਦਾਗਾ, ਫਿਰ ਉਹੀ ਇਨਸਾਨ ਕੀ ਹੈ ਉਸ ਪਰਮੇਸ਼ਰ ਦੇ ਵਚਨ ਦੇ ਉੱਪਰ ਵਿਸ਼ਵਾਸ ਵੀ ਕਰਦਾਗਾ। ਤਾਂ ਫਿਰ ਪਰਮੇਸ਼ਰ ਕੀ ਕਰਦਾਗਾ, ਉਸ ਜੀਵਨ ਦੇ ਵਿੱਚ ਕੰਮ ਕਰਦਾਗਾ। ਲੇਕਿਨ ਫਿਰ ਕੰਮ ਕਰਨ ਦਾ ਜੋ ਤਰੀਕਾ ਗਾ ਉਹ ਪਰਮੇਸ਼ਰ ਦਾ ਹੀ ਹੁੰਦਾਗਾ। ਫਿਰ ਪਰਮੇਸ਼ਰ ਜਦ ਚਾਹੇ ਜਿਵੇਂ ਚਾਹੇ ਉਹਨੂੰ ਚੰਗਾਈ ਦੇਵੇ। ਉਹਦੀ ਸਮੱਸਿਆ ਜਦ ਚਾਹੇ ਜਿਵੇਂ ਚਾਹੇ ਪਰਮੇਸ਼ਰ ਉਹਦੀ ਸਮੱਸਿਆ ਨੂੰ ਉਦੋਂ ਦੂਰ ਕਰੇ। ਉਹਦੇ ਵਿੱਚ ਫਿਰ ਕੋਈ ਪਰਮੇਸ਼ਰ ਦੇ ਦਾਸ ਦਾ ਰੋਲ ਨਹੀਂ ਹੈ। ਫਿਰ ਇਹ ਨਹੀਂ ਕਹਿ ਸਕਦੇ ਕਿ ਪਰਮੇਸ਼ਰ ਦਾ ਦਾਸ ਤੈਂ ਮੇਰੇ ਲਈ ਪ੍ਰਾਰਥਨਾ ਕੀਤੀ, ਤੈਂ ਮੈਨੂੰ ਵਚਨ ਸਿਖਾਇਆ, ਮੈਂ ਚੰਗਾ ਨਹੀਂ ਹੋਇਆ। ਲੇਕਿਨ ਹੁਣ ਕੀ ਹੈ, ਇਹ ਹੁਣ ਗੱਲ ਉਸ ਇਨਸਾਨ ਦੀ ਔਰ ਉਸ ਪਰਮੇਸ਼ਰ ਦੇ ਵਿਚਕਾਰ ਹੈ ਕਿ ਉਹ ਪਰਮੇਸ਼ਰ ਦੇ ਵਿੱਚ ਕਿਵੇਂ ਚੱਲਦਾਗਾ, ਉਹ ਇਨਸਾਨ ਪਰਮੇਸ਼ਰ ਵਿੱਚ ਕਿਵੇਂ ਬਣਿਆ ਰਹਿੰਦਾਗਾ। ਹੁਣ ਇਹ ਜ਼ਿੰਮੇਵਾਰੀ ਸਿਰਫ ਉਸ ਇਨਸਾਨ ਦੀ ਹੁੰਦੀ ਹੈ। ਲੇਕਿਨ ਉਹ ਘੜੀ ਉਹ ਬਿਪਤਾ ਤੁਹਾਡੇ ਉੱਪਰ ਨਾ ਆਵੇ। ਇਸ ਲਈ ਅਗਰ ਤੁਹਾਡੇ ਜੀਵਨ ਦੇ ਵਿੱਚ ਕੋਈ ਐਸੀ ਗੜਬੜੀ ਹੈ ਤਾਂ ਉਸ ਗੜਬੜੀ ਨੂੰ ਛੱਡੋ। ਅਗਰ ਚਲਾਕੀ ਕਰ ਰਹੇ ਹੋ, ਹੁਸ਼ਿਆਰੀ ਕਰ ਰਹੇ ਹੋ, ਅਜਿਹਾ ਕੁਝ ਕਰ ਰਹੇ ਹੋ, ਅਗਰ ਇੱਕ ਵਾਰ ਬਿਪਤਾ ਵਿੱਚ ਪੈ ਗਏ, ਇੱਕ ਵਾਰ ਤੁਹਾਨੂੰ ਚਲਾਕੀ ਕਰਨ ਦੀ ਆਦਤ ਪੈ ਗਈ, ਤਾਂ ਫਿਰ ਤੁਹਾਡਾ ਕੁਝ ਨਹੀਂ ਬਣਨੇ ਵਾਲਾ। ਫਿਰ ਪਰਮੇਸ਼ਰ ਦਾ ਦਾਸ ਵੀ ਕੁਝ ਨਹੀਂ ਕਰ ਸਕਦਾ। ਹਾਂ, ਪਰਮੇਸ਼ਰ ਦਾ ਤੁਹਾਡੇ ਲਈ ਪ੍ਰਾਰਥਨਾ ਕਰ ਸਕਦਾਗਾ, ਤੁਹਾਨੂੰ ਵਚਨ ਸਿਖਾ ਸਕਦਾਗਾ, ਲੇਕਿਨ ਉਸ ਤੋਂ ਬਾਅਦ ਤੁਹਾਨੂੰ ਮੈਂ ਸਪਸ਼ਟ ਕਰਨਾ ਚਾਹੁੰਦਾਗਾ, ਤੁਹਾਡੇ ਜੀਵਨ ਦੇ ਵਿੱਚ ਚੰਗਾਈ ਫਿਰ ਉਹ ਲੈਣੀ ਤੁਹਾਡੇ ਹੱਥ ਵਿੱਚ ਹੋਏਗੀ। ਅੱਜ ਪਰਮੇਸ਼ਰ ਦਾ ਦਾਸ ਪਰਮੇਸ਼ਰ ਅੱਗੇ ਬੇਨਤੀ ਕਰ ਸਕਦਾਗਾ, ਲੇਕਿਨ ਫਿਰ ਉਹ ਤੁਹਾਡਾ ਮਸਲਾ ਹੋਏਗਾ ਕਿ ਪਰਮੇਸ਼ਰ ਤੁਹਾਨੂੰ ਚੰਗਾਈ ਦੇਵੇ ਔਰ ਕਿਵੇਂ ਦੇਵੇ ਔਰ ਕਦੋਂ ਦੇਵੇ। ਫਿਰ ਇਹ ਇਨਸਾਨ ਦੇ ਹੱਥ ਵਿੱਚ ਹੈ, ਕਿਉਂਕਿ ਜੋ ਸਾਡੇ ਪਰਮੇਸ਼ਰ ਨੇ ਉਹ ਕਦੇ ਵੀ ਪੱਖਪਾਤ ਕਰਦੇ ਨਹੀਂ। ਔਰ ਪਰਮੇਸ਼ਰ ऐसे परमेश्वर नहीं कि जिस इंसान ने सिर्फ चंगा कीतागा ਉਹਦੇ लिखिया होयागा, लेकिन परमेश्वर ने जिस इंसान ने चंगा कीतागा उसने गलती की थी, ਉਹਦੀ गलती भी परमेश्वर ने लिख ਦਿੱਤੀ। और बाइबल ਦੇ ਵਿੱਚ ਪੜੋ ਮੇਰੇ ਨਾਲ ਇੱਕ ਵਚਨ, ਦੂਜਾ ਸੈਮੂਅਲ ਉਹਦਾ 11 ਅਧਿਆਇ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਪੜੋ ਵਚਨ, ਦੂਜਾ ਸੈਮੂਅਲ ਉਹਦਾ 11 ਅਧਿਆਇ, ਉਹਦਾ 2 ਵਚਨ। ਇੱਕ ਦਿਨ ਸੰਧਿਆ ਵੇਲੇ ਅਜਿਹਾ ਹੋਇਆ ਜੋ ਦਾਊਦ ਆਪਣੇ ਮੰਜੇ ਉੱਤੋਂ ਉੱਠ ਕੇ ਸ਼ਾਹੀ ਮਹਿਲ ਦੀ ਛੱਤ ਉੱਤੇ ਫਿਰਨ ਲੱਗਾ ਅਤੇ ਉੱਤੋਂ ਉਸਨੇ ਇੱਕ ਟੀਵੀ ਨੂੰ ਦੇਖਿਆ ਜੋ ਨਹਾਉਂਦੀ ਪਈ ਅਤੇ ਉਹ ਟੀਵੀ ਦੇਖਣ ਵਿੱਚ ਡਾਢੀ ਸੋਹਣੀ ਸੀ। ਹਾਲੇਲੂਇਆ। ਦੇਖੋ, ਇੱਕ ਜੋ ਰਾਜਾ ਸੀਗਾ ਦਾਊਦ, ਸਾਰੇ ਮੇਰੀ ਤਰਫ ਦੇਖੋ ਧਿਆਨ ਨਾਲ। ਹਾਲੇਲੂਇਆ, ਹਾਲੇਲੂਇਆ। ਦਾਊਦ ਰਾਜਾ ਇੱਕ ਵਾਰ ਇਹ ਕੀ ਕਰ ਰਿਹਾ ਸੀਗਾ, ਇਹ ਤਾਂ ਆਪਣੇ ਮਤਲਬ ਮਹਿਲ ਦੇ ਉੱਪਰ ਟਹਿਲ ਰਿਹਾ ਸੀਗਾ। ਅਚਾਨਕ ਕੀ ਹੋਇਆ, ਇਹਦੀ ਨਜ਼ਰ ਕਿਸੇ ਪਾਸੇ ਚਲੀ ਗਈ। ਉੱਥੇ ਇੱਕ ਔਰਤ ਸੀਗੀ, ਉਹਦੇ ਬਾਰੇ ਲਿਖਿਆ ਗਈ ਕਿ ਮਤਲਬ ਉਹ ਨਹਾ ਰਹੀ ਸੀਗੀ। ਔਰ ਇਹ ਰਾਜਾ ਸੀਗਾ ਤਾਂ ਇਸਨੇ ਕੀ ਕੀਤਾ, ਉਸ ਔਰਤ ਦੇ ਨਾਲ ਇੱਕ ਸੰਬੰਧ ਬਣਾਇਆ। ਔਰ ਸੰਬੰਧ ਬਣਾਉਣ ਤੋਂ ਬਾਅਦ ਇਸ ਦੇ ਮਨ ਦੇ ਵਿੱਚ ਇੱਛਾ ਜਾਗੀ ਕਿ ਇਸ ਨੂੰ ਆਪਣੀ ਪਤਨੀ ਕਰ ਲਵਾਂ, ਇਸ ਨੂੰ ਪਤਨੀ ਕਰ ਲਵਾਂ। ਤਾਂ ਉਸ ਨੂੰ ਪਤਾ ਲੱਗਿਆ ਕਿ ਇਹਦਾ ਪਤੀ ਤਾਂ ਜਿਉਂਦਾ ਹੈਗਾ। ਤਾਂ ਉਸਨੇ ਕੀ ਕੀਤਾ, ਬਾਈਬਲ ਦੇ ਵਿੱਚ ਪੜਾਂਗੇ ਆਪਾਂ, ਇਹ 11 ਦੇ 14 ਪੜੋ। ਸਵੇਰ ਨੂੰ ਦਾਊਦ ਨੇ ਯੋਆਬ ਦੇ ਲਈ ਚਿੱਠੀ ਲਿਖੀ ਅਤੇ ਉਰੀਆ ਦੇ ਹੱਥੀਂ ਉਹਨੂੰ ਘੱਲੀ। ਹੁਣ ਦੇਖੋ, ਇੱਕ ਪਲਾਨ ਬਣਾ ਲਿਆ ਨੇ, ਇੱਕ ਯੋਜਨਾ ਬਣਾ ਲਈ। ਇੱਕ ਜੋ ਇਹਦਾ ਸੈਨਾਪਤੀ ਸੀਗਾ ਜਵਾਬ, ਉਹਨੂੰ ਇੱਕ ਚਿੱਠੀ ਭੇਜਤੀ, ਇਦਾਂ ਕਰ ਕਿਤੇ ਲੜਾਈ ਛੇੜ ਲੈ, ਜਾ ਕੇ ਲੜਾਈ ਛੇੜ ਲੈ। ਔਰ ਲੜਾਈ ਛੇੜਨ ਤੋਂ ਬਾਅਦ ਕੀ ਕਰ, ਜਿਹੜਾ ਉਰੀਆ ਗਾ ਮਤਲਬ ਜਿਹੜਾ ਮਤਲਬ ਸਿਪਾਹੀ ਹੈ, ਹਾਂ ਠੀਕ ਹੈ ਨਾ, ਉਹਨੂੰ ਅੱਗੇ ਕਰ ਦੀ ਔਰ ਉਹਨੂੰ ਮਰਵਾ ਦਿਓ। ਅਗਰ ਉਹ ਮਰ ਗਿਆ ਤਾਂ ਫਿਰ ਜਿਹੜੀ ਇਹਦੀ ਪਤਨੀ ਹੈ ਉਹ ਮੇਰੀ ਪਤਨੀ ਹੋ ਜਾਏਗੀ। ਇਸ ਨੇ ਇੱਕ ਬਹੁਤ ਵੱਡਾ ਪਲਾਨ ਬਣਾਇਆ। ਔਰ ਵਚਨ ਦੇ ਵਿੱਚੋਂ ਪੜਾਂਗੇ ਆਪਾਂ ਤੇ 17 ਤੋਂ ਪੜੋ ਜੀ। ਤਾਂ ਉਸ ਸ਼ਹਿਰ ਦੇ ਲੋਕ ਨਿਕਲੇ ਅਤੇ ਯੋਆਬ ਦੇ ਨਾਲ ਲੜੇ ਅਤੇ ਉੱਥੇ ਦਾਊਦ ਦੇ ਪਹਿਲੂਆਂ ਵਿੱਚੋਂ ਕਈ ਡਿੱਗ ਪਏ ਅਤੇ ਹਿੱਤੀ ਉਰੀਆ ਵੀ ਮਾਰਿਆ ਗਿਆ। ਹਾਂ ਦੇਖੋ, ਹਿੱਤੀ ਉਰੀਆ ਵੀ ਕੀ ਉਹ ਮਾਰਿਆ ਗਿਆ, ਜਦ ਕਿ ਇਹਦਾ ਪਲਾਨ ਪਹਿਲਾਂ ਹੀ ਸੀਗਾ ਕਿ ਇਸ ਨੂੰ ਅੱਗੇ ਰੱਖਿਓ ਲੜਾਈ ਦੇ ਵਿੱਚ, ਤੁਸੀਂ ਉਸ ਕੰਧ ਕੋਲ ਚਲੇ ਜਾਇਓ, ਮਤਲਬ ਇਹ ਮਰਨਾ ਹੀ ਚਾਹੀਦਾਗਾ। ਫਿਰ ਅੱਗੇ 21 ਤੱਕ ਪੜੋ। ਅਤੇ ਅਜਿਹਾ ਹੋਇਆ, ਨਹੀਂ 18 ਤੋਂ 21 ਤੱਕ। ਤਾਂ ਯੋਆਬ ਨੇ ਮਨੁੱਖ ਘੱਲਿਆ ਅਤੇ ਲੜਾਈ ਦੀ ਸਾਰੀ ਖਬਰ ਦਾਊਦ ਨੂੰ ਸੁਣਾਈ ਅਤੇ ਹਲਕਾਰੇ ਨੂੰ ਇਹੋ ਸਮਝਾ ਹੁਣ ਕੇ ਦੇਖੋ, ਆਖਿਆ। ਜਿਹੜਾ ਜਵਾਬ ਸੀਗਾ ਉਹਦਾ ਪਲਾਨ ਸੀਗਾ ਨਾਲ, ਜਦੋਂ ਉਹਨੇ ਸਾਰੀ ਖਬਰ ਉਹ ਤੱਕ ਭੇਜਣੀ ਸੀ, ਰਾਜੇ ਤੱਕ, ਦਾਊਦ ਤੱਕ, ਤਾਂ ਇੱਕ ਪਲਾਨ ਸੀਗਾ। ਫਿਰ ਅੱਗੇ ਉਹਨੇ ਹਲਕਾਰਾ ਕੇ ਭੇਜਿਆ। ਫਿਰ ਅਤੇ ਹਲਕਾਰੇ ਨੂੰ ਇਹੋ ਸਮਝਾ ਕੇ ਆਖਿਆ, ਜਦ ਤੂੰ ਪਾਤਸ਼ਾਹ ਨੂੰ ਲੜਾਈ ਦੀ ਗੱਲ ਆਖ ਚੁੱਕੇ ਤਾਂ ਜੇ ਕਦੇ ਅਜਿਹਾ ਹੋਵੇ ਜੋ ਪਾਤਸ਼ਾਹ ਦਾ ਕ੍ਰੋਧ ਜਾਗੇ ਅਤੇ ਉਹ ਤੈਨੂੰ ਆਖੇ
ਭਈ ਜਦ ਤੁਸੀਂ ਲੜਨ ਨੂੰ ਚੜੇ ਤਾਂ ਸ਼ਹਿਰ ਦੇ ਐਡੇ ਨੇੜੇ ਕਾਹਨੂੰ ਟੁਕੇ ਭਲਾ ਤੁਸੀਂ ਨਹੀਂ ਜਾਣਦੇ ਤਾਂ ਜੋ ਉਹ ਕੰਧ ਉੱਤੋਂ ਤੀਰ ਮਾਰਨਗੇ। ਯਰੂਬਸਤ ਦੇ ਪੁੱਤਰ ਅਬੀਮਲਕ ਨੂੰ ਕਿਸ ਨੇ ਮਾਰਿਆ? ਭਲਾ ਇੱਕ ਤੀਵੀ ਨੇ ਚੱਕੀ ਦਾ ਪੁੜ ਨਾ ਉਹਦੇ ਉੱਤੇ ਕੱਢ ਮਾਰਿਆ ਅਤੇ ਉਹ ਤੇਬੇਸ ਵਿੱਚ ਮਰ ਗਿਆ। ਸੋ ਤੁਸੀਂ ਸ਼ਹਿਰ ਦੀ ਕੰਧ ਹੇਠ ਕਾਹਨੂੰ ਗਏ ਸਾਓ? ਤਦ ਆਖਣਾ ਜੀ ਤੇਰਾ ਟੈਲੂਆ ਹਿੱਤੀ ਉਰੀਆ ਵੀ ਮਾਰਿਆ ਗਿਆ। हाँ हुण देखो, जदों जवाब ने एक टहलुआ भेजिया भी जाके सुनेहा ला दे राजे नूं कि वो मर गया। कौन? हित्ती उरिया, वो मर गया। मतलब उस तो पहला दसी भी जिहड़े लोग सीगे वो भी मर गए, लेकिन जदों ओहदा क्रोध जाग उठे, जदों ओहनूं गुस्सा आ जाए प्रजा दे उपर, तुहाडे उपर गुस्सा आ जाए तां तुसीं इह कहणागा कि जिहड़ा हित्ती उरिया सीगा वो भी मर गया। हालेलुया, हालेलुया। की कहनागा कि जिहड़ा हित्ती उरिया गा वो भी मारिया गया, क्योंकि जो राजा सीगा दाऊद ਉਹਦਾ ਕੰਮ ਕੀ ਸੀਗਾ? ਉਸ ਨੂੰ ਮਰਵਾਉਣਾ ਸੀਗਾ। ਉਹਦੇ ਲੋਕ ਮਾਰੇ ਗਏ, ਉਹਨਾਂ ਵਿੱਚ ਇੰਟਰਸਟ ਨਹੀਂ ਸੀਗਾ ਉਹਨੂੰ, ਲੇਕਿਨ ਉਹਨੂੰ ਇੰਟਰਸਟ ਕਾਹਦੇ ਵਿੱਚ ਸੀਗਾ ਕਿ ਸਿਰਫ ਔਰ ਸਿਰਫ ਜਿਹੜਾ ਹਿੱਤੀ ਉਰੀਆ ਗਾ ਉਹ ਮਾਰਿਆ ਜਾਏ। ਔਰ ਦੇਖੋ ਇਹ ਕੰਮ ਹੋ ਵੀ ਗਿਆ। ਫਿਰ ਪੜੋ ਜੀ 26। ਤਾਂ ਉਰੀਆ ਦੀ ਪਤਨੀ ਆਪਣੇ ਪਤੀ ਉਰੀਆ ਦਾ ਮਰਨਾ ਸੁਣ ਕੇ ਸੋਗ ਵਿੱਚ ਬੈਠੀ ਅਤੇ ਜਦ ਸੋਗ ਦੇ ਦਿਨ ਲੰਘ ਗਏ ਤਾਂ ਦਾਊਦ ਨੇ ਉਸ ਨੂੰ ਆਪਣੇ ਮਹਿਲ ਸਦਾਇਆ ਅਤੇ ਉਸ ਦੀ ਪਤਨੀ ਬਣੀ ਅਤੇ ਉਹ ਉਸ ਦੇ ਪੁੱਤਰ ਜਣੀ। ਪਰ ਉਹ ਕੰਮ ਜੋ ਦਾਊਦ ਨੇ ਕੀਤਾ ਸੋ ਯਹੋਵਾ ਨੂੰ ਬੁਰਾ ਲੱਗਾ। ਦੇਖੋ ਜਦੋਂ ਉਹਦਾ ਪਤੀ ਮਰ ਗਿਆ, ਉਹਦੇ ਸੋਗ ਦੇ ਦਿਨ ਖਤਮ ਹੋ ਗਏ ਤਾਂ ਦਾਊਦ ਨੇ ਉਸ ਨੂੰ ਆਪਣੇ ਘਰੇ ਬੁਲਾਇਆ, ਆਪਣੀ ਪਤਨੀ ਬਣਾ ਲਿਆ ਔਰ ਉਸ ਤੋਂ ਇੱਕ ਬੱਚਾ ਵੀ ਹੋ ਗਿਆ ਉਸ ਨੂੰ। ਲੇਕਿਨ ਇਹ ਗੱਲ ਪਰਮੇਸ਼ਵਰ ਨੂੰ ਬਹੁਤ ਹੀ ਬੁਰੀ ਲੱਗੀ। ਜਦੋਂ ਬਹੁਤ ਬੁਰੀ ਲੱਗੀ ਤਾਂ ਹੁਣ ਦੇਖੋ ਦਾਊਦ ਨੂੰ ਚਾਹੇ ਉਸਨੇ ਅਣਜਾਣੇ ਵਿੱਚ ਕੀਤਾਗਾ, ਚਾਹੇ ਕਿਸੇ ਵੀ ਤਰ੍ਹਾਂ ਕੀਤੀ ਉਸਨੇ ਗਲਤੀ ਕਰ ਲਈ ਉਸਨੇ, ਲੇਕਿਨ ਉਸ ਤੋਂ ਬਾਅਦ ਕੀ ਹੋਇਆ? ਤਕਰੀਬਨ ਸਾਲ ਹੋ ਗਿਆ ਗੱਲ ਨੂੰ। ਸਾਲ ਦੇ ਬਾਅਦ ਪਰਮੇਸ਼ਵਰ ਨੂੰ ਜਦੋਂ ਗੁੱਸਾ ਬਹੁਤ ਹੈ ਰਾਜ ਦੇ ਉੱਪਰ, ਦਾਊਦ ਦੇ ਉੱਪਰ, ਤਾਂ ਪਰਮੇਸ਼ਵਰ ਨੇ ਆਪਣੇ ਇੱਕ ਦਾਸ ਨੂੰ ਭੇਜਿਆ ਨਥਾਨ ਨੂੰ। ਨਥਾਨ ਚਲਾ ਗਿਆ ਤਾਂ ਉਸਨੇ ਕੀ ਕੀਤਾ? ਉਸਨੂੰ ਇੱਕ ਸਟੋਰੀ ਬਣਾ ਕੇ ਸੁਣਾਈ। ਉਸ ਤੋਂ ਬਾਅਦ ਪਰਮੇਸ਼ਵਰ ਦੇ ਦਾਸ ਨੇ ਚੱਕ ਕੇ ਸੀਸਾ ਉਸਨੂੰ ਦਿਖਾਇਆ ਕਿ ਦਾਊਦ ਇਹ ਤੂੰ ਹੈ। ਤਾਂ ਦਾਊਦ ਦਾ ਜੋ ਸੀਗਾ ਉਸਨੇ ਜਦ ਪਰਮੇਸ਼ਵਰ ਦੇ ਵਚਨ ਨੂੰ ਦੇਖਿਆ ਜਾਂ ਸੀਸੇ ਨੂੰ ਦੇਖਿਆ ਤਾਂ ਉਸਨੂੰ ਆਪਣੀ ਕਮੀ ਨਜ਼ਰ ਆਈ। ਤਾਂ ਕਮੀ ਨਜ਼ਰ ਆਉਣ ਤੋਂ ਬਾਅਦ ਉਸਨੇ ਕੀ ਕਿਹਾ ਆਪਾਂ ਵਚਨ ਦੇ ਵਿੱਚੋਂ ਪੜਾਂਗੇ। ਦੂਜਾ ਸੈਮੂਏਲ ਉਹਦਾ 12 ਅਧਿਆਇ ਉਹਦਾ ਪੜੋ ਤੁਸੀਂ 13 ਵਚਨ। ਤਦੋਂ ਦਾਊਦ ਨੇ ਨਥਾਨ ਨੂੰ ਆਖਿਆ, ਮੈਂ ਯਹੋਵਾ ਦਾ ਪਾਪ ਕੀਤਾ। ਅਤੇ ਨਥਾਨ ਨੇ ਦਾਊਦ ਨੂੰ ਆਖਿਆ, ਯਹੋਵਾ ਨੇ ਵੀ ਤੇਰਾ ਪਾਪ ਬਖਸ਼ਿਆ, ਸੋ ਤੂੰ ਨਾ ਮਰੇਗਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। देखो ये राजा सीगा, इसने कोई चलाकी नहीं करी, इसने कोई होशियारी नहीं करी, लेकिन क्या की अपनी गलती मान लिया। हाँ मैं तो गलती हो गई, मैं तो गलती हो गई, मैं तो गुनाह हो गया। मैं हित्ती उरिया नूं गलत प्लान दे नाल मरवा दिता गा, ये मैं तो पाप हो गया गा। देख लो बाइबल विच की लिखा गा, की लिखा बाइबल विच 13 पढ़ो। ਤਦੋਂ ਦਾਊਦ ਨੇ ਨਥਾਨ ਨੂੰ ਆਖਿਆ, ਮੈਂ ਯਹੋਵਾ ਦਾ ਪਾਪ ਕੀਤਾ। मैं यहोवा दा पाप कीता। ਅਤੇ ਨਥਾਨ ਨੇ ਦਾਊਦ ਨੂੰ ਆਖਿਆ, ਯਹੋਵਾ ਨੇ ਵੀ ਤੇਰਾ ਪਾਪ ਬਖਸ਼ਿਆ, ਸੋ ਤੂੰ ਨਾ ਮਰੇਗਾ। यहोवा ने भी तेरा पाप क्षमा किया, माफ किया, बख्श दितागा, तू नहीं मरदा। देखो इस इंसान ने की किया? परमेश्वर के वचन के उपर विश्वास किया, अपने पापां नूं अपने अपराधां नूं मन के छड्ड दिता और परमेश्वर ने की किया? इहदे उपर रहम किया। एक गल पुछना चाहुंदा गा कि इसनूं चलाकी नहीं करनी आउंदी सीगी? ये तो राजा सीगा, चलाकी कर सकदा सीगा, होशियारी कर सकदा सीगा, ये कर सकदा सीगा, लेकिन नहीं कीती। अपनी गलती नूं मन्निया, अपने अपराध नूं मन्निया और मन के छड्ड भी दिता। तो देखो परमेश्वर ने इसनूं पाप माफ करता। हालेलुया, इसनूं परमेश्वर ने की किया? पाप माफ किया। की कहा? तू नहीं मरदा, तू नहीं मरदा। हुण देखो उस तो बाद एक बार फिर यही काम होया कि जो परमेश्वर है उसने पहले क्या सीगा कि कोई भी इंसान इजराइल नूं गिन नहीं सकता, कोई इंसान इजराइल की गिनती ना करे, लेकिन यही दाऊद ने एक बार फिर गड़बड़ी की थी। और पढ़ो मेरे नाल दूजा सैमूएल ਉਹਦਾ 24 अध्याय ਤੇ ਉਹਦਾ 10 ਵਚਨ। ਲੋਕਾਂ ਦੀ ਗਿਣਤੀ ਕਰਨ ਦੇ ਪਿੱਛੋਂ ਦਾਊਦ ਦੇ ਮਨ ਨੇ ਉਹਨੂੰ ਸਤਾਇਆ ਤੇ ਦਾਊਦ ਨੇ ਯਹੋਵਾ ਨੂੰ ਆਖਿਆ, ਭਾਈ ਇਹ ਜੋ ਮੈਂ ਕੀਤਾ ਹੈ ਵੱਡਾ ਪਾਪ ਹੈ,
ਹੁਣ हे ਯਹੋਵਾ ਦਇਆ ਕਰਕੇ ਆਪਣੇ ਦਾਸ ਦੀ ਬਦੀ ਦੂਰ ਕਰ, ਕਿਉਂ ਜੋ ਮੈਂ ਵੱਡੀ ਮੂਰਖਤਾਈ ਦਾ ਕੰਮ ਕੀਤਾ ਹੈ। ਹਾਂ ਦੇਖੋ ਕੀ ਕੀਤਾ, ਮੂਰਖ ਇਸ ਨੇ ਕਹਿੰਦਾ ਮੈਂ ਪਾਪ ਕੀਤਾ ਹੈਗਾ। ਦਾਊਦ ਨੇ ਕੀ ਹੈ, ਉਸ ਗਲਤੀ ਨੂੰ ਮੰਨ ਲਿਆ, ਉਸ ਅਪਰਾਧ ਨੂੰ ਮੰਨ ਲਿਆ ਜੋ ਇਸ ਤੋਂ ਹੋਇਆ ਸੀਗਾ। ਇਸ ਲਈ ਉਸ ਗਲਤੀ ਨੂੰ, ਉਸ ਪਾਪ ਨੂੰ ਮੰਨ ਕੇ ਛੱਡ ਦਿੱਤਾ। ਔਰ ਦੇਖੋ ਪਰਮੇਸ਼ਰ ਨੇ ਇਹਦੇ ਉੱਪਰ ਰਹਿਮ ਵੀ ਕੀਤਾ। ਹਾਲੇਲੂਇਆ। ਦਾਊਦ ਨੇ ਦੋ ਵਾਰ ਗਲਤੀ ਕੀਤੀ, ਲੇਕਿਨ ਦੋਨੋਂ ਵਾਰ ਇਸ ਨੇ ਪਰਮੇਸ਼ਰ ਦੇ ਅਧੀਨ ਹੋ ਗਿਆ। ਦੋਨੋਂ ਵਾਰ ਕੀ ਹੈ, ਪਰਮੇਸ਼ਰ ਦੇ ਵਚਨ ਦੇ ਸਾਹਮਣੇ ਜਾਂਦਾ ਸੀਗਾ ਤਾਂ ਇਸ ਨੂੰ ਆਪਣਾ ਜੀਵਨ ਦਿਖਾਈ ਦਿੰਦਾ ਸੀਗਾ। ਔਰ ਕੀ ਸੀਗਾ, ਆਪਣੇ ਆਪ ਨੂੰ ਇਹ ਸਾਫ਼ ਕਰ ਲੈਂਦਾ ਸੀਗਾ, ਆਪਣੇ ਆਪ ਨੂੰ ਇਸ ਨੇ ਸ਼ੁੱਧ ਕੀਤਾ। ਔਰ ਪਰਮੇਸ਼ਰ ਨੇ ਕੀ ਹੈ, ਇਹਦੇ ਉੱਪਰ ਰਹਿਮ ਵੀ ਕੀਤਾ। ਲੇਕਿਨ ਅੱਜ ਦੇਖੋ ਇਨਸਾਨ ਕੀ ਹੈ, ਅੱਜ ਇਨਸਾਨ ਕੀ ਹੈ, ਅੱਜ ਇਨਸਾਨ ਦੇ ਜੀਵਨ ਦੇ ਵਿੱਚ ਗੜਬੜੀ ਹੋਵੇ, ਅਗਰ ਕੋਈ ਪਰਮੇਸ਼ਰ ਦਾ ਦਾਸ ਦੱਸੇ ਤਾਂ ਇਨਸਾਨ ਕੀ ਕਰਦਾ ਹੈਗਾ, ਉਹਦਾ ਚਲਾਕੀ ਕਰਦਾ ਹੈਗਾ, ਉਹਦਾ ਹੁਸ਼ਿਆਰੀ ਕਰਦਾ ਹੈਗਾ, ਉਹ ਤਾਂ ਫਿਰ ਕਲੀਸਿਆ ਵਿੱਚੋਂ ਲੈ ਕੇ ਗੱਲਾਂ ਕਰਦਾ ਹੈਗਾ, ਉਹ ਬੰਦਾ ਕਿਵੇਂ ਕਰਦਾ ਹੈਗਾ, ਉਹ ਕੀ ਕਰਦਾ ਹੈਗਾ, ਉਹ ਇਦਾਂ ਕਰਦਾ ਹੈਗਾ। ਹਾਲੇਲੂਇਆ। ਹੁਣ ਦੇਖੋ ਬਾਈਬਲ ਦੇ ਵਿੱਚ ਲਿਖਿਆ ਹੈਗਾ ਕਿ ਪ੍ਰਭੂ ਭੋਜ ਲੈਣਾ ਹੈਗਾ, ਉਹ ਕਿਵੇਂ ਲੈਣਾ ਚਾਹੀਦਾ ਹੈਗਾ, ਪ੍ਰਭੂ ਭੋਜ ਕਿਵੇਂ ਲੈਣਾ ਚਾਹੀਦਾ ਹੈਗਾ, ਤੁਸੀਂ ਲੈਣਾ ਜਾਂ ਨਹੀਂ ਲੈਂਦੇ? ਹਾਂ ਕਿਵੇਂ ਹੁੰਦਾ ਹੈਗਾ, ਉਹ ਕਿਵੇਂ ਹੁੰਦਾ ਹੈਗਾ, ਇੱਕ ਰੋਟੀ ਇੱਕ ਪਿਆਲਾ, ਇਹ ਕੀ ਹੈ, ਮਤਲਬ ਪ੍ਰਭੂ ਭੋਜ ਇੱਕ ਪਿਆਲਾ ਤੇ ਇੱਕੋ ਰੋਟੀ, ਉਹਦੇ ਵਿੱਚ ਸਾਰੇ ਸਾਂਝੀ ਹੁੰਦੇ ਨੇ। ਲੇਕਿਨ ਜੇ ਕਿਸੇ ਨੂੰ ਕਹੋ ਵੀ ਭਾਈ ਇੱਕ ਰੋਟੀ ਤੇ ਇੱਕ ਪਿਆਲਾ ਵਿੱਚ ਸਾਂਝੀ ਹੋਣਾ ਚਾਹੀਦਾ ਹੈਗਾ, ਤਾਂ ਇਨਸਾਨ ਕੀ ਕਹਿੰਦੇ ਨੇ, ਆ ਬੜੇ ਬੜੇ ਪਾਸਟਰ ਕੀ ਕਰਦੇ ਨੇ, ਬੜੀ ਬੜੀ ਚਰਚਾਂ ਵਿੱਚ ਕਿਵੇਂ ਹੁੰਦਾ ਹੈਗਾ, ਉੱਥੇ ਛੋਟੀ ਛੋਟੀ ਪਿਆਲੀਆਂ ਕਰਦੇ ਨੇ, ਮਤਲਬ ਵਚਨ ਨੂੰ ਸੁਣਦੇ ਨੇ। ਹਾਂ ਵਚਨ ਦੇ ਵਿੱਚ ਜੋ ਗੱਲ ਇਹ ਲਿਖੀ ਹੈ ਕਿ ਇੱਕ ਪਿਆਲਾ ਇੱਕ ਰੋਟੀ, ਲੇਕਿਨ ਇਨਸਾਨਾਂ ਨੇ ਕੀ ਕੀਤਾ ਹੋਏਗਾ, ਉਸ ਵਚਨ ਨੂੰ ਤੋੜ ਮਰੋੜ ਦਿੱਤਾ ਹੈਗਾ, ਤੋੜ ਮਰੋੜ ਕੇ ਕੀ ਕੀਤਾ ਹੈਗਾ, ਇਸ ਕੰਮ ਨੂੰ ਸ਼ੁਰੂ ਕੀਤਾ ਹੋਇਆਗਾ। ਤੇ ਇਨਸਾਨ ਕੀ ਕਰਦਾ ਹੈਗਾ, ਵਿਪਤਾ ਵਿੱਚ ਪੈ ਜਾਂਦਾ ਹੈਗਾ, ਪਰੇਸ਼ਾਨੀ ਵਿੱਚ ਪੈ ਜਾਂਦਾ ਹੈਗਾ। ਜੇ ਕਿਸੇ ਨੂੰ ਸਿਖਾਓ, ਕਿਸੇ ਨੂੰ ਦੱਸੋ, ਤਾਂ ਫਿਰ ਉਦਾਹਰਨ ਕਿਸੇ ਹੋਰ ਦੀ ਲੈਣਗੇ, ਉਦਾਹਰਨ ਕਿਸੇ ਹੋਰ ਦੀ ਲੈਣਗੇ। ਫਿਰ ਦੇਖੋ ਬਾਈਬਲ ਦੇ ਵਿੱਚ ਲਿਖਿਆ ਹੈਗਾ ਕਿ ਜੋ ਮਰਦ ਹੈ ਉਹਦੇ ਉੱਪਰ ਔਰਤ ਦਾ ਪਹਿਰਾਵਾ ਨਾ ਹੋਵੇ, ਤੇ ਜੋ ਔਰਤ ਹੈ ਉਹਦੇ ਉੱਪਰ ਮਰਦ ਦਾ ਪਹਿਰਾਵਾ ਨਾ ਹੋਵੇ। ਫਿਰ ਕੀ ਹੈ ਕਿ ਲੇਡੀ ਜੀਨ ਚੱਲਦੀ ਹੈ ਜਾਂ ਨਹੀਂ ਚੱਲਦੀ, ਲੇਡੀ ਜੀਨ ਪਾਉਂਦੇ ਨੇ ਔਰ ਕਹਿੰਦੇ ਨੇ ਇਹ ਲੇਡੀਜ਼ ਜੀਨ ਹੈ, ਜਦ ਕੋਈ ਹੈ ਹੀ ਨਹੀਂ ਕੁਛ ਐਸਾ। ਇਹ ਲੇਡੀਜ਼ ਟੀ ਸ਼ਰਟ ਹੈ। ਇਹ ਸਾਰੀਆਂ ਕੀ ਨੇ, ਬਣਾਵਟੀ ਗੱਲਾਂ ਨੇ, ਇਹਨਾਂ ਦਾ ਕੋਈ ਵੀ ਫਾਇਦਾ ਨਹੀਂ ਹੈ। ਇਹ ਕੀ ਹੈ, ਇਹ ਪਰਮੇਸ਼ਰ ਦੇ ਵਚਨ ਦੇ ਖਿਲਾਫ ਹੈ। ਕਿਉਂਕਿ ਜ਼ਿਆਦਾਤਰ ਕਿਸੇ ਨੂੰ ਕੁਝ ਕਹੋ ਤਾਂ ਉਹ ਕੀ ਕਹਿਣਗੇ, ਉਹ ਬੜੇ ਬੜੇ ਪਾਸਟਰ ਵੀ ਕਰਦੇ ਨੇ, ਬੜੀ ਬੜੀ ਚਰਚਾ ਵਿੱਚ ਇਦਾਂ ਹੁੰਦਾ ਹੈਗਾ ਕਿ ਲੇਡੀਜ਼ ਜੀਨ ਪਾ ਲੈਂਦੀਆਂ ਨੇ, ਲੇਡੀਜ਼ ਟੀ ਸ਼ਰਟ, ਇਹ ਬਿਲਕੁਲ ਹੀ ਗਲਤ ਹੈ, ਇਦਾਂ ਹੁੰਦਾ ਹੈਗਾ। ਫਿਰ ਇੱਕ ਵਚਨ ਦੇ ਵਿੱਚ ਲਿਖੀ ਗੱਲ ਕਿ ਪਰਵੱਟੇ, ਪਰਵੱਟੇ ਸਮਝਦੇ ਨਾ, ਜਿਹਨੂੰ ਸੇਲੀਆਂ ਕਹਿੰਦੇ ਨੇ, ਇਹ ਕਿ ਆਈਬ੍ਰੋ ਹੁੰਦੇ, ਥ੍ਰਾਈਡਿੰਗ ਨਹੀਂ ਕਰਾਉਣੀ ਚਾਹੀਦੀ। ਚਲੋ ਤੁਸੀਂ ਤਾਂ ਬਹੁਤ ਚੰਗੇ ਹੋ, ਤੁਸੀਂ ਨਹੀਂ ਕਰਾਉਂਦੇ, ਆਪਾਂ ਤਾਂ ਬਾਹਰਲੇ ਲੋਕਾਂ ਦੀ ਗੱਲ ਕਰਦੇ ਹਾਂ, ਤੁਹਾਡੀ ਨਹੀਂ ਗੱਲ ਕਰਦੇ। ਲੇਕਿਨ ਇੱਕ ਜਣਾ ਹੈ ਇੱਥੇ ਇਸ ਕਲੀਸਿਆ ਵਿੱਚ, ਇੱਕ ਜਣਾ ਹੈਗਾ, ਕੌਣ ਹੈ ਉਹ, ਹੱਥ ਨਾ ਚੱਕ ਦਿਓ, ਹਾਂ ਦੇਖ ਲਿਓ ਆਪਣੇ ਆਪ ਨੂੰ। ਉਹ ਜਿਹੜੇ ਥ੍ਰੈਡਿੰਗ ਕਰਦੇ ਨੇ, ਥ੍ਰੈਡਿੰਗ ਹੁੰਦੀ ਕੀ ਹੁੰਦੀ ਹੈ, ਉਹ ਜਿਹੜੇ ਕਰਦੇ ਨੇ ਪਰਮੇਸ਼ਰ ਮਨਾ ਕਰਦਾ ਹੈਗਾ। ਜੇ ਕਿਸੇ ਨੂੰ ਕਹੋ ਤਾਂ ਇਨਸਾਨ ਕੀ ਕਰਦਾ ਹੈਗਾ, ਹੁਸ਼ਿਆਰੀ ਚਲਾਕੀ, ਮੇਰੇ ਤਾਂ ਖਾਜ ਹੁੰਦੀ ਹੈ ਇੱਥੇ, ਮੇਰੇ ਤਾਂ ਖੁਜਲੀ ਹੁੰਦੀ ਹੈ, ਇਸ ਲਈ ਕਰਨਾ ਪੈਂਦਾ ਹੈ ਮੈਨੂੰ, ਹੁੰਦਾ ਜਾਂ ਨਹੀਂ ਹੁੰਦਾ। ਇਹ ਕੀ ਹੈ, ਇਹ ਚਲਾਕੀ ਹੈ, ਇਹ ਹੁਸ਼ਿਆਰੀ ਹੈ। ਜਦੋਂ ਇਨਸਾਨ ਇਹ ਕੰਮ ਕਰੂਗਾ ਤਾਂ ਕੀ ਪਰਮੇਸ਼ਰ ਰਹਿਮ ਕਰੇਗਾ ਉਹਦੇ ਉੱਪਰ। ਐਸੇ ਬਹੁਤ ਸਾਰੇ ਵਚਨ ਨੇ ਪਰਮੇਸ਼ਰ ਦੇ, ਬਹੁਤ ਸਾਰੇ ਵਚਨ ਨੇ। ਕਿਉਂਕਿ ਬਾਈਬਲ ਵਿੱਚ ਕੀ ਲਿਖਿਆਗਾ, ਇੱਕ ਵਾਰ ਫਿਰ ਪੜੋ ਵਚਨ ਮੇਰੇ ਨਾਲ, ਕਹੋ ਤਾਂ ਉਹਦਾ 28 ਅਧਿਆਇ, ਉਹਦਾ 13 ਵਚਨ। ਜਿਹੜਾ ਆਪਣੇ ਅਪਰਾਧਾਂ ਨੂੰ ਲੁਕੋ ਲੈਂਦਾ ਹੈ ਉਹ ਸਫਲ ਨਹੀਂ ਹੁੰਦਾ। ਦੇਖੋ ਅੱਜ ਪਤਾ ਲੱਗਦਾਗਾ ਕਿ ਥ੍ਰੈਡਿੰਗ ਨਹੀਂ ਕਰਾਣੀ ਚਾਹੀਦੀ। ਪਤਾ ਇਹ ਅਪਰਾਧ ਹੀ ਹੈ, ਪਰਮੇਸ਼ਰ ਨੇ ਮਨਾ ਕੀਤਾਗਾ, ਪਰਮੇਸ਼ਰ ਦੇ ਖਿਲਾਫ ਜਾ ਰਹੇ ਹੋ, ਇਹ ਕੀ ਹੈ, ਇਹ ਗਲਤੀ ਹੈ, ਇਹ ਕਰਨਾ ਹੀ ਨਹੀਂ ਹੈ। ਜੇ ਲੁਕੋ ਲੈਂਦੇ ਹੋ, ਉੱਪਰੋਂ ਬਹਾਨੇ ਬਣਾਉਣੇ ਹੋ, ਉੱਪਰੋਂ ਚਲਾਕੀ ਕਰਦੇ ਹੋ, ਤੇ ਫਿਰ ਉਹ ਇਨਸਾਨ ਕਦੇ ਵੀ ਸਫਲ ਨਹੀਂ ਹੋਏਗਾ। ਫਿਰ ਕੀ ਲਿਖਿਆ ਅੱਗੇ, ਪਰ ਜੋ ਉਹਨਾਂ ਨੂੰ ਮੰਨ ਕੇ ਛੱਡ ਦਿੰਦਾ ਹੈ ਉਹਦੇ ਉੱਤੇ ਰਹਿਮ ਕੀਤਾ ਜਾਵੇਗਾ। ਜੋ ਮੰਨ ਕੇ ਛੱਡ ਦਿੰਦਾ ਹੈ ਉਹਦੇ ਉੱਪਰ ਕੀ ਹੋਵੇਗਾ। ਕਿੰਨੇ ਲੋਕਾਂ ਨੇ ਜੋ ਮੰਨ ਕੇ ਛੱਡਣਾ ਚਾਹੁੰਦੇ ਨੇ, ਆਪਣਾ ਹੱਥ ਦਿਖਾਓ, ਹੱਥ ਤੋਂ ਤਾਂ ਦਿਖਾਈ ਤੁਸੀਂ ਕਰਦੇ ਹੋਈਏ। ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਨਾ, ਤੁਸੀਂ ਇੱਥੇ ਨਹੀਂ ਹੋ, ਉਹ ਤਾਂ ਆਪਾਂ ਬਾਹਰਲੇ ਲੋਕਾਂ ਨੂੰ ਦੱਸ ਰਹੇ ਹਾਂ, ਠੀਕ ਹੈ ਨਾ। ਤੁਸੀਂ ਤਾਂ ਬਹੁਤ ਸਮਝਦਾਰ ਹੋ,
ਪਰਮੇਸ਼ਰ ਤੁਹਾਨੂੰ ਆਸੀਸ ਦੇਵੇ। ਦੇਖੋ ਕੀ ਹੈ, ਜਿਹੜਾ ਇਨਸਾਨ ਆਪਣੇ ਅਪਰਾਧ ਨੂੰ ਮੰਨ ਕੇ ਛੱਡ ਦਿੰਦਾ ਹੈਗਾ, ਇਹ ਬਹਾਨਾ ਨਾ ਬਣਾਇਓ ਕੱਲ ਨੂੰ ਕਿ ਖਾਜ ਹੁੰਦੀ ਹੈ, ਖੁਜਲੀ ਹੁੰਦੀ ਹੈ। ਕਿੰਨਾ ਚਿਰ ਹੋਊਗੀ? 1 ਦਿਨ ਹੋ ਜੂ, 2 ਦਿਨ ਹੋ ਜੂ, 3 ਦਿਨ ਹੋ ਜੂ, ਬਾਅਦ ਵਿੱਚ ਆਪੇ ਚਲੀ ਜਾਊਗੀ। ਚਲੀ ਜਾਊਗੀ ਜਾਂ ਨਹੀਂ ਚਲੀ ਜਾਊਗੀ? ਕੋਈ ਵੀ ਨਹੀਂ ਬੋਲਦਾ ਫਿਰ। ਹਾਲੇਲੂਇਆ। ਮਤਲਬ ਜਿਹੜੀ ਗੱਲ ਮੈਂ ਦੱਸ ਰਿਹਾ ਸੀ ਤੁਹਾਨੂੰ ਕਿ ਟਰੱਕ ਪਿੱਛੇ ਲਿਖੀ ਸੀਗੀ, ਕਿਹੜੀ ਲਿਖੀ ਸੀਗੀ? ਸੱਜਣਾ ਗਲਤੀ ਮਾਫ ਹੋ ਜਾਂਦੀ ਹੈ, ਲੇਕਿਨ ਚਲਾਕੀ ਜ਼ਿਆਦਾ ਕਿ ਜੀ? ਹਾਂ, ਚਲਾਕੀ ਮਾਫ ਨਹੀਂ ਹੁੰਦੀ। ਅੱਜ ਜੋ ਬਚਨ ਪੜਿਆ ਆਪਾਂ ਨੇ, ਅੱਜ ਪੜਿਆ ਸੀ ਆਪਾਂ ਨੇ ਯਹੋਸ਼ੂਆ ਪੜਿਆ ਸੀਗਾ 7 ਅਧਿਆਇ, ਆਪਾਂ ਪੜਿਆ ਸੀਗਾ 10 ਤੋਂ ਲੈ ਕੇ 15 ਤੱਕ। ਇੱਥੇ ਕੀ ਹੋਇਆ ਕਿ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਕਿਹਾ ਸੀਗਾ ਕਿ ਤੁਹਾਡੇ ਵਿੱਚ ਮਨਸੀ ਹੋਈ ਚੀਜ਼ਾਂ ਨਾ ਆਉਣ। ਇੱਕ ਜਗ੍ਹਾ ਸੀਗੀ ਕਿ ਜਿੱਥੇ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਹਮਲਾ ਕਰਨ ਦੇ ਲਈ ਕਿਹਾ ਸੀਗਾ, ਜਰੀਹੋ। ਮਤਲਬ ਉੱਥੇ ਸਾਰਾ ਕੁਝ ਤਹਿਸ ਨਹਿਸ ਕਰ ਦੇਣਾਗਾ, ਸਾਰਾ ਕੁਝ ਖਤਮ ਕਰ ਦੇਣਾਗਾ। ਲੇਕਿਨ ਉਸ ਤੋਂ ਬਾਅਦ ਕੀ ਹੋਇਆ ਕਿ ਉੱਥੇ ਕੁਝ ਸਮਾਨ ਸੀਗਾ, ਉਹ ਇੱਕ ਇਨਸਾਨ ਸੀਗਾ। ਕੀ ਨਾਮ ਸੀ ਉਹਦਾ? ਅਕਾਨ ਨਾਮ ਦਾ ਇਨਸਾਨ ਸੀਗਾ। ਉਸਨੇ ਉਹ ਚੱਕ ਲਿਆ। ਹੁਣ ਦੇਖੋ ਲੱਖਾਂ ਦੇ ਹਿਸਾਬ ਗਿਣਤੀ ਹੈ ਉੱਥੇ, ਲੱਖਾਂ ਦੇ ਹਿਸਾਬ ਗਿਣਤੀ ਹੈ। ਪਰ ਪਰਮੇਸ਼ਵਰ ਦਾ ਦਾਸ ਯਹੋਸ਼ੂਆ ਵੀ ਉੱਥੇ ਹੀ ਹੈ। ਨਾ ਤਾਂ ਯਹੋਸ਼ੂਆ ਨੂੰ ਪਤਾ ਗਾ, ਨਾ ਉਹਨਾਂ ਲੋਕਾਂ ਨੂੰ ਪਤਾ ਗਾ, ਲੇਕਿਨ ਪਤਾ ਕਿਹਨੂੰ ਹੈ? ਸਿਰਫ ਔਰ ਸਿਰਫ ਅਕਾਨ ਨੂੰ ਪਤਾ ਗਾ। ਤੇ ਦੂਜਾ ਕਿਸ ਨੂੰ ਪਤਾ ਗਾ? ਪਰਮੇਸ਼ਵਰ ਨੂੰ ਪਤਾ ਗਾ। ਹੁਣ ਕੀ ਹੋਇਆ? ਇੱਕ ਜਗ੍ਹਾ ਉਹ ਲੜਾਈ ਕਰਨ ਦੇ ਲਈ ਚਲੇ ਗਏ। ਜਦੋਂ ਲੜਾਈ ਕਰਨ ਦੇ ਲਈ ਚਲੇ ਗਏ ਤਾਂ ਫਿਰ ਕੀ ਹੋਇਆ? ਉੱਥੇ ਹਾਰ ਗਏ। ਅਰ ਜੋ ਪਰਮੇਸ਼ਵਰ ਦਾ ਦਾਸ ਸੀਗਾ ਯਹੋਸ਼ੂਆ, ਉਹ ਬੜਾ ਦੁਖੀ ਹੋਇਆ, ਬੜਾ ਪਰੇਸ਼ਾਨ ਹੋਇਆ ਵੀ ਪਰਮੇਸ਼ਵਰ ਕਿਉਂ ਹਾਰੇ, ਇਹਦਾ ਕਾਰਨ ਕੀ ਹੈ? ਤਾਂ ਪਰਮੇਸ਼ਵਰ ਨੇ ਕਿਹਾ, ਇਹ ਯਹੋਸ਼ੂਆ ਤੂੰ ਤਾਂ ਦੁਖੀ ਹੋਣਾ ਗਾ, ਤੇਰੀ ਗਲਤੀ ਨਹੀਂ ਹੈ, ਲੇਕਿਨ ਤੇਰੇ ਵਿੱਚ, ਤੇਰੇ ਲੋਕਾਂ ਦੇ ਵਿੱਚ ਇੱਕ ਐਸਾ ਸ਼ਖਸ ਹੈ ਕਿ ਜਿਹਦੇ ਵਿੱਚ ਕੀ ਆ ਗਿਆ ਗਾ? ਲਾਲਚ ਆ ਗਿਆ ਗਾ, ਜਿਹਨੇ ਕੀ ਹੈ? ਮਨਸੀ ਹੋਈ ਚੀਜ਼ਾਂ ਆਪਣੇ ਵਿੱਚ ਰੱਖੀਆਂ ਨੇ। ਹੁਣ ਇੰਨੇ ਲੋਕਾਂ ਦੇ ਵਿੱਚ ਪਰਮੇਸ਼ਵਰ ਨੇ ਉਹਦਾ ਨਾਮ ਨਹੀਂ ਦੱਸਿਆ। ਪਰਮੇਸ਼ਵਰ ਨੇ ਕੀ ਕਿਹਾ? ਤੇ ਕੋਈ ਗੱਲ ਨਹੀਂ, ਲੋਕਾਂ ਨੂੰ ਜਾ ਕੇ ਕਹਿ ਦੇ। ਦੇਖੋ ਪਰਮੇਸ਼ਵਰ ਮੌਕਾ ਦੇ ਰਹੇ ਨੇ ਉਹਨੂੰ, ਅਕਾਨ ਨੂੰ ਇੱਕ ਮੌਕਾ ਵੀ ਦੇ ਰਹੇ ਨੇ ਪਰਮੇਸ਼ਵਰ। ਕਿਹੜੀ ਗੱਲ ਦਾ? ਕਿਹੜੀ ਗੱਲ ਦਾ ਮੌਕਾ ਦੇ ਰਹੇ ਨੇ? ਇਸੇ ਗੱਲ ਦਾ ਮੌਕਾ ਦੇ ਰਹੇ ਸੀਗੇ ਕਿ ਅਕਾਨ ਆਪਣੀ ਗਲਤੀ ਨੂੰ ਕਬੂਲ ਕਰ ਲਵੇ। ਤਾਂ ਕੀ ਹੋਇਆ? ਵਚਨ ਦੇ ਵਿੱਚ ਪੜ੍ਹ ਲੈਂਦੇ ਆਪਾਂ। ਪੜ੍ਹੋ ਜੀ ਤੁਸੀਂ ਯਹੋਸ਼ੂਆ ਉਹਦਾ 7 ਅਧਿਆਇ ਉਹਦਾ 13 ਵਚਨ। ਉੱਠ ਅਤੇ ਲੋਕਾਂ ਨੂੰ ਪਵਿੱਤਰ ਕਰ, ਹਾਂ, ਅਤੇ ਤੂੰ ਆਖ ਕਿ ਆਪਣੇ ਆਪ ਨੂੰ ਭਰ ਕੇ ਲਈ ਪਵਿੱਤਰ ਕਰੋ, ਹਾਂ। ਕਿਉਂ ਜੋ ਯਹੋਵਾ ਇਸਰਾਇਲ ਦਾ ਪਰਮੇਸ਼ਵਰ ਹੈ, ਉਹ ਆਖਦਾ ਹੈ ਕਿ ਹੇ ਇਸਰਾਇਲ, ਤੁਹਾਡੇ ਵਿੱਚ ਮਨਸੀ ਹੋਈ ਚੀਜ਼ ਹੈ। ਹਾਂ, ਫਿਰ ਤੁਸੀਂ ਆਪਣੇ ਵੈਰੀਆਂ ਦੇ ਸਾਹਮਣੇ ਖਲੋ ਨਾ ਸਕੋਗੇ ਜਦ ਤੱਕ ਤੁਸੀਂ ਉਸ ਮਨਸੀ ਹੋਈ ਚੀਜ਼ ਨੂੰ ਆਪਣੇ ਵਿੱਚੋਂ ਕੱਢ ਨਾ ਦਿਓ। ਦੇਖੋ ਜਿੰਨਾ ਚਿਰ ਤੁਸੀਂ ਆਪਣੇ ਵਿੱਚੋਂ ਕੱਢ ਨਹੀਂ ਸਕਦੇ, ਤੁਸੀਂ ਵੈਰੀਆਂ ਦੇ ਸਾਹਮਣੇ ਕਦੇ ਵੀ ਜਿੱਤ ਨਹੀਂ ਸਕਦੇ, ਕਦੇ ਸਫਲ ਨਹੀਂ ਹੋ ਸਕਦੇ। ਇਹ ਗੱਲ ਸਾਰੇ ਪੂਰੇ ਇਸਰਾਇਲ ਦੇ ਵਿੱਚ ਗੱਲ ਬੋਲਤੀ। ਫਿਰ ਅੱਗੇ, ਸੋ ਤੁਸੀਂ ਸਵੇਰ ਦੇ ਵੇਲੇ ਆਪੋ ਆਪਣੇ ਗੋਤਾਂ ਅਨੁਸਾਰ ਨੇੜੇ ਕੀਤੇ ਜਾਓਗੇ। ਦੇਖੋ ਜਦੋਂ ਸਾਰੀ ਗੱਲ ਇਸਰਾਇਲ ਨੂੰ ਪਤਾ ਚੱਲ ਗਈ, ਲੋਕਾਂ ਨੂੰ ਪਤਾ ਚੱਲ ਗਈ, ਤਾਂ ਕੀ ਇਹਦਾ ਫਰਜ਼ ਨਹੀਂ ਸੀਗਾ ਅਕਾਨ ਦਾ ਕਿ ਉਹ ਚੁੱਪ ਚਪੀਤੇ ਚਲਾ ਜਾਂਦਾ ਯਹੋਸ਼ੂਆ ਕੋਲ? ਲੈ ਭਰਾਵਾ, ਗਲਤੀ ਹੋ ਗਈ, ਪ੍ਰਾਰਥਨਾ ਕਰ ਮੇਰੇ ਲਈ, ਪਰਮੇਸ਼ਰ ਦੇ ਬੇਨਤੀ ਕਰ ਕਿ ਅੱਗੇ ਨੂੰ ਮੈਂ ਨਾ ਕਰਾਂ। ਲੇਕਿਨ ਉਹ ਤਾਂ ਚੁੱਪਚਾਪ ਬੈਠਾਗਾ। ਫਿਰ ਕੀ ਹੋ ਗਿਆ? ਉਹ ਲੋਕ ਸਾਰੇ ਅਗਲੇ ਦਿਨ ਇਕੱਠੇ ਹੋ ਗਏ। ਫਿਰ 14 ਨੰਬਰ ਦੁਆਰਾ, ਜੋ ਤੁਸੀਂ ਸਵੇਰ ਦੇ ਵੇਲੇ ਆਪੋ ਆਪਣੇ ਗੋਤਾਂ ਅਨੁਸਾਰ, ਦੇਖੋ ਗੋਤਾਂ ਅਨੁਸਾਰ ਕੀ ਕਰੋ? ਇਕੱਠੇ ਹੋ ਜਾਓ। ਫਿਰ ਅਤੇ ਇਹ ਹੋਵੇਗਾ ਹਾਂ। ਕਿ ਉਹ ਗੋਤ ਜਿਹਨੂੰ ਯਹੋਵਾ ਫੜੇਗਾ। ਹੁਣ ਦੇਖੋ ਕਿਸੇ ਇਨਸਾਨ ਨੇ ਨਹੀਂ ਫੜਨਾ, ਫੜਨਾ ਕਿਹਨੇ ਸੀ? ਪਰਮੇਸ਼ਵਰ ਨੇ। ਪਹਿਲਾਂ ਗੋਤਾਂ ਕਿੰਨੀਆਂ ਸੀਗੀਆਂ? 12 ਗੋਤਾਂ। 12 ਗੋਤਾਂ ਵਿੱਚੋਂ ਇੱਕ ਗੋਤ ਫੜੀ ਜਾਊਗੀ। ਇਹ ਕੰਮ ਪਰਮੇਸ਼ਵਰ ਨੇ ਕਿਹਾ ਯਹੋਸ਼ੂਆ ਨੂੰ। ਫਿਰ ਅੱਗੇ, ਆਪਣੀਆਂ ਮੂੰਹਾਂ ਅਨੁਸਾਰ ਨੇੜੇ ਆਵੇ। ਹਾਂ, ਮਤਲਬ ਵੰਸ਼, ਜਿਹੜੇ ਵੰਸ਼ ਦੇ ਵਿੱਚੋਂ ਹੈ ਉਹ ਵੰਸ਼ ਫੜਿਆ ਜਾਊਗਾ। ਫਿਰ ਅਤੇ ਜਿਸ ਮੂਹੀ ਨੂੰ ਯਹੋਵਾ ਫੜੇਗਾ ਉਹ ਆਪਣੇ ਘਰਾਣਿਆਂ ਅਨੁਸਾਰ ਨੇੜੇ ਆਵੇ। ਫਿਰ ਉਹ ਪਰਿਵਾਰ ਫੜਿਆ ਜਾਏਗਾ। ਪਹਿਲਾਂ ਵੰਸ਼ ਫੜਿਆ ਜਾਊਗਾ, ਫਿਰ ਪਰਿਵਾਰ ਫੜਿਆ ਜਾਊਗਾ। ਫਿਰ ਅਤੇ ਜਿਸ ਘਰਾਣੇ ਨੂੰ ਯਹੋਵਾ ਫੜੇਗਾ ਉਹ ਮਨੁੱਖ ਕਰਕੇ ਨੇੜੇ ਆਵੇ। ਜਿਹੜੇ ਘਰਾਣੇ ਨੂੰ, ਮਤਲਬ ਜਿਹੜੇ ਪਰਿਵਾਰ ਨੂੰ ਪਰਮੇਸ਼ਵਰ ਫੜ ਲਵੇ, ਠੀਕ ਹੈ ਨਾ, ਤਾਂ ਫਿਰ ਕੀ ਆ? ਉਹ ਨੇੜੇ ਆ ਜਾਵੇ। ਹੁਣ ਦੇਖੋ ਸਭ ਤੋਂ ਪਹਿਲਾਂ ਕੀ ਸੀਗਾ? ਵੰਸ਼। ਪਹਿਲਾਂ ਗੋਤ। ਮੰਨ ਕੇ ਚਲੋ ਜਿਹੜੇ ਗੋਤ ਵਿੱਚੋਂ ਅਕਾਨ ਸੀਗਾ, ਜਦੋਂ ਗੋਤ ਦਾ ਨਾਮ ਸਾਹਮਣੇ ਆ ਗਿਆ, ਚੁੱਪਚਾਪ ਅਕਾਨ ਉੱਠ ਕੇ ਚਲਾ ਜਾਂਦਾ ਉਹਦੇ ਕੋਲੇ। ਲੈ ਭਰਾਵਾ, ਮੇਰੀ ਗੋਤ ਆ ਗਈ, ਮੈਂ ਗੋਤ ਦਾ ਹੀ ਆ, ਮੇਰੇ ਤੋਂ ਗਲਤੀ ਹੋ ਗਈ, ਮੈਂ ਗਲਤੀ ਕੀਤੀ ਹੈ। ਮੈਂ ਕੀ ਹੈ? ਮੈਂ ਮਤਲਬ ਮਨਸੀਆਂ ਚੀਜ਼ਾਂ ਆਪਣੇ ਵਿੱਚ ਰੱਖੀਆਂ ਹੋਈਆਂ ਨੇ। ਲੇਕਿਨ ਨਹੀਂ,
ਚਤਰ ਚਲਾਕੀ ਇੰਨੇ ਲੋਕਾਂ ਦੇ ਵਿੱਚ ਕਿਹੜਾ ਮੈਨੂੰ ਫੜ ਸਕਦਾ ਗਾ? ਮੈਂ ਤਾਂ ਮਿੰਟਾਂ 'ਚ ਬੁੱਧੂ ਬਣਾ ਦਿੰਨਾਗਾ, ਮੈਂ ਤਾਂ ਇਦਾਂ ਕਰ ਦਿੰਨਾਗਾ। ਲੇਕਿਨ ਦੇਖੋ ਕੀ ਹੈ ਕਿ ਪਹਿਲਾਂ ਵੰਸ਼, ਪਹਿਲਾਂ ਗੋਤ, ਫਿਰ ਵੰਸ਼, ਫਿਰ ਪਰਿਵਾਰ, ਫਿਰ ਕੀ ਹੈ, ਫਿਰ ਅੱਗੇ ਫਿਰ ਮਨੁੱਖ ਕਰਕੇ, ਮਤਲਬ ਇੱਕ ਇੱਕ ਕਰਕੇ। ਮੰਨ ਕੇ ਚਲੋ ਇੱਕ ਪਰਿਵਾਰ ਦੇ ਵਿੱਚ 50 ਮੈਂਬਰ ਹੋਣ, ਫਿਰ ਇਕੱਲਾ ਆਇਆ ਉਹਨੂੰ ਮੂਰੇ। ਇਹਦੇ ਲਈ ਕਿੰਨਾ ਸਮਾਂ ਸੀਗਾ, ਲੇਕਿਨ ਨਹੀਂ ਚਲਾਕੀ ਛੱਡੀ, ਨਹੀਂ ਚਤਰਾਈ ਛੱਡੀ। ਫਿਰ ਅੱਗੇ ਪੜੋ। ਅਤੇ ਐ ਹੋਵੇਗਾ ਹਾਂ ਕਿ ਜੋ ਮਾਛੀ ਚੀਜ਼ ਨਾਲ ਫੜਿਆ ਜਾਵੇ ਉਹ ਆਪਣੇ ਸਰਬੰਸ ਸਮੇਤ ਅੱਗ ਵਿੱਚ ਸਾੜਿਆ ਜਾਵੇਗਾ, ਕਿਉਂ ਜੋ ਉਸਨੇ ਯਹੋਵਾ ਦੇ ਨਿਯਮ ਦਾ ਉਲੰਘਣ ਕੀਤਾ ਅਤੇ ਇਸਰਾਏਲ ਵਿੱਚ ਮੂਰਖਤਾਈ ਕੀਤੀ। ਦੇਖੋ ਉਸਨੇ ਕੀ ਕੀਤਾਗਾ? ਇਸਰਾਏਲ ਦੇ ਵਿੱਚ ਮੂਰਖਤਾਈ ਕੀਤੀ ਆ, ਉਸਨੇ ਗੜਬੜੀ ਕੀਤੀ ਆ। ਦੇਖੋ ਲੇਕਿਨ ਇਹ ਕੀ ਹੋਇਆ? ਇਨਸਾਨ ਆਪਣੀ ਚਲਾਕੀ ਵਿੱਚ ਫਸਿਆ, ਆਪਣੀ ਹੁਸ਼ਿਆਰੀ ਵਿੱਚ ਮਰਿਆ, ਜਦ ਕਿ ਪਰਮੇਸ਼ਵਰ ਤਾਂ ਬਚਾਉਣਾ ਹੀ ਚਾਹੁੰਦਾ ਸੀਗਾ, ਜਦ ਕਿ ਪਰਮੇਸ਼ਵਰ ਉਸ ਨੂੰ ਛੁਡਾਉਣਾ ਚਾਹੁੰਦਾ ਸੀਗਾ। ਲੇਕਿਨ ਦੇਖੋ ਹੋਇਆ ਕੀ ਕਿ ਇਹਦੇ ਜੀਵਨ ਦੇ ਵਿੱਚ ਕਿੰਨੀ ਵੱਡੀ ਗੜਬੜੀ ਹੋ ਗਈ। ਆਪਣੇ ਆਪ ਨੂੰ ਪਰਮੇਸ਼ਵਰ ਦੇ ਹਵਾਲੇ ਨਹੀਂ ਕੀਤਾ, ਆਪਣੇ ਅਪਰਾਧ ਨੂੰ ਮੰਨ ਕੇ ਛੱਡਿਆ ਨਹੀਂ। ਅਗਰ ਮੰਨ ਕੇ ਛੱਡ ਦਿੰਦਾ ਤਾਂ ਇਹਦੇ ਉੱਪਰ ਰਹਿਮ ਹੋ ਜਾਂਦਾ, ਅਗਰ ਮੰਨ ਕੇ ਛੱਡ ਦਿੰਦਾ ਤਾਂ ਇਹ ਬਚਾਇਆ ਜਾਂਦਾ। ਦੇਖੋ ਕੁਰਿੰਥੀਆਂ ਦੇ ਕਲੀਸਿਆ ਨੇ ਗਲਤੀਆਂ ਕੀਤੀਆਂ, ਮੰਨ ਕੇ ਛੱਡੀਆਂ, ਪਰਮੇਸ਼ਵਰ ਨੇ ਰਹਿਮ ਕੀਤਾ ਉਹਨਾਂ ਦੇ ਉੱਪਰ, ਪਰਮੇਸ਼ਵਰ ਨੇ ਝਿੜਕਿਆ ਵੀ ਉਹਨਾਂ ਨੂੰ। ਫਿਰ ਦਾਊਦ ਨੇ ਗਲਤੀ ਕੀਤੀ, ਉਸਨੇ ਮੰਨ ਲਿਆ ਔਰ ਪਰਮੇਸ਼ਵਰ ਨੇ ਮਾਫ ਵੀ ਕੀਤਾ ਉਸ ਨੂੰ। ਤੇ ਦੇਖੋ ਇਸ ਕਲੀਸਿਆ ਦੇ ਵਿੱਚ ਵੀ ਕੋਈ ਐਸਾ ਸ਼ਖਸ ਹੈ, ਇੱਕ ਜਣਾ ऐसा है कि जो गड़बड़ी कर रहेगा, एक शख्स ऐसा है कि जो परमेश्वर के वचन सुनता है लेकिन परमेश्वर के वचन के अनुसार वो करता नहीं, चाहे वह अखां दे वाल कराउंदा गा, चाहे वह परमेश्वर के वचन के खिलाफ जाता गा, चाहे परमेश्वर के वचन को देखता गा शीशे के समान, लेकिन उसको तोड़ना शुरू कर दिंदा गा, उसको दोबारा देखना नहीं चाहता। लेकिन कितना चिर बचोगे? ਹੁਣ ਇਹ ਅਕਾਨ ਕਿੰਨਾ ਚਿਰ ਬਚਿਆ? ਕਿੰਨਾ ਚਿਰ ਬਚਿਆ ਅਕਾਨ? ਅਖੀਰ ਨੂੰ ਕੀ ਹੋਇਆ? ਇਸ ਨੂੰ ਮਰਨਾ ਪਿਆ ਔਰ ਇਸ ਨੂੰ ਸਾੜ ਦਿੱਤਾ ਗਿਆ। ਹਾਲੇਲੂਇਆ। ਮਤਲਬ ਕਿ ਗਲਤੀ, ਪਰਮੇਸ਼ਰ ਕਹਿੰਦੇ ਨੇ ਗਲਤੀ ਮਾਫ ਹੋ ਸਕਦੀ ਹੈ, ਲੇਕਿਨ ਚਲਾਕੀ ਉਹ ਮਾਫ ਨਹੀਂ ਹੁੰਦੀ। ਹੁਣ ਦੇਖੋ ਭਾਈ ਜੱਸੇ ਨੇ ਵੀ ਇਹ ਕੱਢ ਕੇ ਦਿਖਾਤਾ, ਇਹ ਲਿਖਿਆ ਹੋਇਆ ਟਰੱਕ ਦੇ ਪਿੱਛੇ ਲਿਖਿਆ ਹੋਇਆਗਾ, ਇਹਦੇ ਉੱਪਰ ਹੀ ਲਿਖਿਆ ਹੋਇਆਗਾ ਕਿ ਗਲਤੀਆਂ ਮਾਫ ਹੁੰਦੀਆਂ ਨੇ ਸੱਜਣਾ, ਪਰ ਚਲਾਕੀਆਂ ਨਹੀਂ। ਹੁਣ ਦੇਖੋ ਪਰਮੇਸ਼ਰ ਨੇ ਬਚਨ ਉਸ ਨੂੰ ਦਿਖਾਇਆ ਸੀਗਾ, ਮਤਲਬ ਜਾ ਰਹੇ ਸੀ ਸਫ਼ਰ ਦੇ। ਇਹ ਭਾਈ ਸਾਹਿਬ ਨੂੰ ਚੰਗੀ ਆਦਤ ਹੈ, ਇਹ ਫੋਟੋ ਖਿਚਾਉਣ ਦੇ ਨਾਲ ਦੇ ਨਾਲ ਹੀ। ਕਹਿਣ ਦਾ ਮਤਲਬ ਕਿ ਪਰਮੇਸ਼ਰ ਕੀ ਕਹਿੰਦੇ ਨੇ? ਗਲਤੀ ਕੋਈ ਵੀ ਹੋਗੀ ਤੁਹਾਡੇ ਤੋਂ, ਕੋਈ ਬਾਤ ਨਹੀਂ, ਕੋਈ ਵੀ ਅਪਰਾਧ ਹੋ ਗਿਆ ਕੋਈ ਗੱਲ ਨਹੀਂ, ਤਾਂ ਪਰਮੇਸ਼ਰ ਕੀ ਕਹਿੰਦੇ ਨੇ? ਅੱਜ ਮਾਫ ਹੋ ਜਾਊਗਾ। ਲੇਕਿਨ ਜੇ ਤੁਸੀਂ ਚਲਾਕੀ ਕਰ ਰਹੇ ਹੋ, ਚੁਸਤੀ ਕਰ ਰਹੇ ਹੋ, ਤਾਂ ਪਰਮੇਸ਼ਰ ਕਹਿੰਦੇ ਨੇ ਇਹ ਕਦੇ ਵੀ ਨਹੀਂ ਮਾਫ ਹੋਣ ਵਾਲਾ। ਹਾਲੇਲੂਇਆ, ਹਾਲੇਲੂਇਆ। ਇਹ ਕਦੇ ਵੀ ਮਾਫ ਨਹੀਂ ਹੋਣ ਵਾਲਾ। ਗਲਤੀ ਕੀ ਹੈ? ਮਾਫ ਹੋ ਸਕਦੀ ਹੈ। ਦਾਊਦ ਨੇ ਗਲਤੀ ਕੀਤੀ, ਪਰਮੇਸ਼ਰ ਨੇ ਮਾਫ ਕੀਤਾ, ਕਿਹਾ ਕਿ ਨਹੀਂ ਮਰੇਗਾ, ਦਾਊਦ ਨਹੀਂ ਮਰੇਗਾ। ਫਿਰ ਕੁਰਿੰਥੀਆਂ ਨੇ ਗਲਤੀ ਕੀਤੀ, ਕੁਰਿੰਥੀਆਂ ਦੇ ਲੋਕਾਂ ਨੇ, ਤੇ ਪਰਮੇਸ਼ਰ ਦੇ ਦਾਸ ਨੇ ਝਿੜਕਿਆ ਕੇ ਸਮਝਾਇਆ ਉਹਨਾਂ ਨੂੰ, ਡਾਂਟਿਆ ਉਹਨਾਂ ਨੂੰ, ਸੋਟਾ ਲੈ ਕੇ ਆਵਾਂ। ਉਹਨਾਂ ਨੇ ਗਲਤੀ ਨੂੰ ਮੰਨ ਲਿਆ ਔਰ ਮੰਨ ਕੇ ਛੱਡ ਵੀ ਦਿੱਤਾ। ਤਾਂ ਪਰਮੇਸ਼ਰ ਦਾ ਦਾਸ ਕਿੰਨਾ ਆਨੰਦ ਹੋਇਆ, ਕਿੰਨਾ ਖੁਸ਼ ਹੋਇਆ। ਇਹਦਾ ਮਤਲਬ ਕਿ ਅਗਰ ਕੁਝ ਵੀ ਹੁੰਦਾਗਾ ਤਾਂ ਪਾਸਟਰ ਨਾ ਬਦਲੋ। ਚਲੋ ਸਵੇਰ ਅਮਰੀਕ ਨੂੰ ਫੋਨ ਕਰ ਲਿਆ, ਸ਼ਾਮ ਨੂੰ ਜਸਨ ਨੂੰ ਫੋਨ ਕਰ ਲਿਆ, ਤੇ ਦੁਪਹਿਰ ਨੂੰ ਭਾਈ ਸਟੈਨਲੀ ਨੂੰ ਫੋਨ ਕਰ ਲਿਆ। ਇਦਾਂ ਨਹੀਂ, ਕੰਮ ਪਰਮੇਸ਼ਵਰ ਨੇ ਕਰਨਾ ਹੈਗਾ। ਲੇਕਿਨ ਇੱਕ ਗੱਲ ਯਾਦ ਰੱਖੋ, ਅਗਰ ਕੁਝ ਕਰ ਰਹੇ ਹੋ, ਗੜਬੜੀ ਕਰ ਰਹੇ ਹੋ, ਤਾਂ ਸਿਰਫ ਔਰ ਸਿਰਫ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਆਪਣੇ ਆਪ ਨੂੰ ਦੇਖੋ, ਤਾਂ ਕਿ ਪਰਮੇਸ਼ਵਰ ਤੁਹਾਡੇ ਉੱਪਰ ਉਹ ਰਹਿਮ ਕਰਨਾ। ਆਓ ਸਾਰੇ ਆਪਣੀ ਅੱਖਾਂ ਬੰਦ ਕਰੀਏ ਔਰ ਸਾਰੇ ਜਣੇ अपने सिरा में झुकावांगे और कोई भी जन आवाज ना करे। और जब तक असी बैठे हैं चुपचाप और कोई भी उठ के बाहर ना जाए, कोई भी जन उठ के बाहर ना जाए, क्योंकि परमेश्वर की हजूरी वो साडे विचकार है। हुण भी परमेश्वर वो साडे नाल गलबात कर रहे हैं। एक समां गा कि परमेश्वर तुहाडे नाल गल कर रहे हैं। तुसी की कर रहे हो और किवें कर रहे हो? अगर गलती हो गई, गलती किसी ने दस दी, ताकि उस गलती नूं
ਮੰਨ ਰਹੇ ਹੋ ਔਰ ਮੰਨਣ ਦੇ ਨਾਲ ਉਸ ਨੂੰ ਛੱਡ ਰਹੇ ਹੋ। ਅਗਰ ਨਹੀਂ ਛੱਡਦੇ ਪਏ, ਅਗਰ ਚਲਾਕੀ ਕਰਦੇ ਹੋ, ਹੁਸ਼ਿਆਰੀ ਕਰਦੇ ਹੋ, ਜੋ ਹਾਲ ਸੌਲ ਦਾ ਹੋਇਆ, ਜੋ ਹਾਲ ਹਨਨਿਆ ਤੇ ਸਫੀਰਾ ਦਾ ਹੋਇਆ, ਜੋ ਹਾਲ ਆਕਾਨ ਦਾ ਹੋਇਆ, ਕਿਤੇ ਉਹ ਹਾਲ ਤੁਹਾਡਾ ਨਾ ਹੋ ਜਾਏ। ਪਰਮੇਸ਼ਰ ਦੇ ਵਚਨ ਦੇ ਖਿਲਾਫ ਨਾ ਜਾਓ। ਅਗਰ ਪਰਮੇਸ਼ਰ ਦੇ ਵਚਨ ਦੇ ਖਿਲਾਫ ਜਾ ਰਹੇ ਹੋ, ਤੁਹਾਨੂੰ ਲੱਗਦਾਗਾ ਕਿ ਮੈਂ ਬੜਾ ਚਤਰਾ, ਮੈਂ ਬੜਾ ਚਲਾਕ ਹਾਂ, ਮੈਂ ਹਰ ਇੱਕ ਇਨਸਾਨ ਨੂੰ ਬੁੱਧੂ ਬਣਾ ਸਕਦਾਗਾ। ਠੀਕ ਹੈ, ਤੁਸੀਂ ਬੁੱਧੂ ਬਣਾ ਸਕਦੇ ਹੋ, ਤੁਸੀਂ ਹੋਸ਼ਿਆਰ ਹੋ ਸਕਦੇ ਹੋ, ਤੁਸੀਂ ਚਤਰ ਹੋ ਸਕਦੇ ਹੋ, ਲੇਕਿਨ ਜਿਸ ਪਰਮੇਸ਼ਵਰ ਨੇ ਤੁਹਾਨੂੰ ਪੈਦਾ ਕੀਤਾਗਾ, ਕੀ ਤੁਸੀਂ ਉਸ ਨੂੰ ਬੁੱਧੂ ਬਣਾ ਸਕਦੇ ਹੋ? ਕੀ ਉਸ ਨੂੰ ਚਤਰ ਬਣਾ ਸਕਦੇ? ਕੀ ਤੁਸੀਂ ਇਸ ਨੂੰ ਧੋਖੇ ਵਿੱਚ ਰੱਖ ਸਕਦੇ ਹੋ? ਨਾ ਤਾਂ ਕੋਈ ਪਰਮੇਸ਼ਵਰ ਨੂੰ ਧੋਖਾ ਦੇ ਸਕਦਾਗਾ ਔਰ ਨਾ ਕੋਈ ਪਰਮੇਸ਼ਵਰ ਨੂੰ ਬੁੱਧੂ ਬਣਾ ਸਕਦਾਗਾ। ਤੁਸੀਂ ਆਪਣੇ ਸੇਵਕ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਪਹਿਚਾਣ ਦੇ ਲੋਕਾਂ ਨੂੰ ਧੋਖਾ ਦੇ ਸਕਦੇ ਹੋ, ਉਹਨਾਂ ਨੂੰ ਬੁੱਧੂ ਬਣਾ ਸਕਦੇ ਹੋ, ਲੇਕਿਨ ਪਰਮੇਸ਼ਵਰ ਉਹ ਤਾਂ ਸਰਵ ਸ਼ਕਤੀਮਾਨ ਨੇ। ਆਦਮ ਹਵਾ ਨੇ ਗਲਤੀ ਕੀਤੀ, ਉਹਨਾਂ ਨੇ ਵੀ ਇਹੀ ਕੰਮ ਕੀਤਾ, ਇੱਕ ਦੂਜੇ ਨੂੰ ਕਹਿਣਾ ਸ਼ੁਰੂ ਕੀਤਾ, ਲੇਕਿਨ ਤੁਸੀਂ ਇਹ ਕੰਮ ਨਹੀਂ ਕਰਨਾ। ਆਪਣੇ ਆਪ ਨੂੰ ਜਾਂਚਦੇ ਹੋਏ, ਆਪਣੇ ਆਪ ਨੂੰ ਉਸ ਪਰਮੇਸ਼ਵਰ ਦੇ ਹਵਾਲੇ ਕਰਦੇ ਹੋਏ, ਆਪਣੀ ਗਲਤੀਆਂ ਨੂੰ ਮੰਨਦੇ ਹੋਏ ਔਰ ਉਹਨਾਂ ਨੂੰ ਛੱਡਦੇ ਹੋਏ, ਤਾਂ ਕਿ ਪਰਮੇਸ਼ਵਰ ਦਾ ਰਹਿਮ ਉਹ ਸਾਡੇ ਪਰ ਹੋ ਜਾਏ। ਇਸ ਵਚਨ ਦੇ ਅਨੁਸਾਰ ਆਪਣੇ ਆਪ ਨੂੰ ਤਿਆਰ ਕਰੀਏ ਔਰ ਇਸ ਵਚਨ ਦੀ ਆਸੀਸ ਨਾਲ ਪ੍ਰਭੂ ਯਿਸੂ ਮਸੀਹ ਸਾਨੂੰ ਸਭ ਨੂੰ ਭਰ ਦੇਣਾ। ਥੈਂਕ ਯੂ ਲੋਰਡ, ਥੈਂਕ ਯੂ ਜੀਸਸ, ਹਾਲੇਲੂਇਆ। ਮੇਰੇ ਪਿਤਾ ਜੀ, धन्यवाद पिता जी, थैंक यू पिता जी।